हालेलुया सारे जय मसीह की। सॉरी थोड़ा जिहा लेट हो गया अज, इसकी माफ़ी चाਹੁੰਦੇ ਹਾਂ। सो खुदा ਦਾ शुक्र ਕਰਦੇ ਹਾਂ ਅੱਜ ਦੇ ਇਸ ਮੁਬਾਰਕ ਸਮੇਂ ਦੇ ਵਾਸਤੇ। ਉਹਨੇ ਫਿਰ ਸਾਡੀ ਜ਼ਿੰਦਗੀ 'ਚ ਮੌਕਾ ਦਿੱਤਾ ਹੈ ਕਿ ਅਸੀਂ ਉਹਦੀ ਹਜ਼ੂਰੀ 'ਚ ਆਈਏ ਔਰ ਉਹਦੇ ਪਵਿੱਤਰ ਵਚਨ 'ਚ ਸਿੱਖ ਸਕੀਏ। ਹਾਲੇਲੂਇਆ। ਸੋ ਅੱਜ ਅਸੀਂ 8-9 ਮਿੰਟ ਲੇਟ ਹੋ ਗਏ, ਉਹਦੇ ਲਈ ਮਾफ़ੀ ਚਾਹੁੰਦਾ ਫਿਰ ਦੁਬਾਰਾ ਕਹਿਣਾ। ਸੋ ਆਓ ਅਸੀਂ ਸਿੱਖਦੇ ਹਾਂ ਬੱਚਿਆਂ ਦੇ ਵਿੱਚੋਂ, ਜਿਵੇਂ ਕਿ ਸਾਡਾ ਵਿਸ਼ਾ ਹੈ ਕਿ ਰੈਪਚਰ ਔਰ ਸੈਕੰਡ ਕਮਿੰਗ ਦੇ ਬਾਰੇ ਵਿੱਚ ਔਰ ਅੰਤ ਦੇ ਦਿਨਾਂ ਦੇ ਬਾਰੇ ਵਿੱਚ ਔਰ ਅੰਤ ਦੇ ਦਿਨ ਕਦੋਂ ਤੋਂ ਸ਼ੁਰੂ ਹੋਏ ਉਹਦੇ ਬਾਰੇ 'ਚ ਸਿੱਖਦੇ ਆ ਰਹੇ ਹਾਂ। ਔਰ ਕਿਹੋ ਜਿਹੇ ਲੋਕ ਕਿਹੋ ਜਿਹੇ ਕੰਮ ਕਰਨਗੇ ਅਤੇ ਉਹਨਾਂ ਦੇ ਲਈ ਖੁਦਾ ਦੇ ਕੋਲ ਕੀ ਫਲ ਆ। ਸੋ ਸਾਰੀਆਂ ਗੱਲਾਂ ਅਸੀਂ ਸਿੱਖਦੇ ਆ ਰਹੇ ਹਾਂ ਔਰ ਅੱਜ ਵੀ ਅਸੀਂ ਵੱਧਦੇ ਹਾਂ। ਅਸੀਂ ਕੱਲ੍ਹ ਕਾਫੀ ਵਿਸਤਾਰ ਦੇ ਨਾਲ ਦੇਖ ਲਿਆ ਸੀਗਾ ਔਰ ਪਹਿਲਾ ਥੈਸਲੋਨੀਕੇ ਉਹਦਾ 4 ਅਧਿਆਇ ਉਹਦੀ 13 ਤੋਂ 18 ਵਰਸ ਦੇ ਮੁਤਾਬਿਕ ਇਸ ਵਰਸ ਨੂੰ ਅਸੀਂ ਪੜ੍ਹਾਂਗੇ, ਕਿਉਂਕਿ ਇੱਥੋਂ ਅੱਗੇ ਅਸੀਂ ਵਧਣਾ ਹੈ। ਸੋ ਵਰਸ ਤੁਸੀਂ ਨੋਟ ਕਰ ਲੈਣਾ ਔਰ ਬਾਅਦ ਵਿੱਚ ਤੁਸੀਂ ਪੜ੍ਹ ਲੈਣਾ। ਸੋ ਇਹਦੇ 'ਚ ਮੈਂ ਇੰਨਾ ਹੀ ਦੱਸਣਾ ਚਾਹੁੰਦਾ ਹਾਂ ਕਿ ਪਹਿਲਾ ਥੈਸਲੋਨੀਕੇ 4 ਦੀ 13 ਤੋਂ 18 ਦੇ ਅਨੁਸਾਰ ਜਦੋਂ ਮਸੀਹ ਆਪਣੀ ਦੁਲਹਨ ਨੂੰ ਲੈ ਕੇ ਜਾਵੇਗਾ, ਆਇਤ 2 ਦੇ ਅਨੁਸਾਰ ਦੇਖਦੇ ਹਾਂ, ਜਿਹੜੀ 5 ਦੀ 2 ਹੈ। ਉਸ ਤੋਂ ਅੱਗੇ ਜਦੋਂ ਕਿ ਅਸੀਂ ਦੇਖਦੇ ਹਾਂ ਕਿ ਪਹਿਲੇ ਥੈਸਲੋਨੀਕੇ 4 ਦੀ ਆਖਰੀ ਆਇਤਾਂ ਦੇ ਵਿੱਚ ਜਿਹੜੀ ਦੁਲਹਨ ਆ ਉਹ ਉਠਾਈ ਗਈ ਹੈ ਔਰ 5 ਚੈਪਟਰ ਦੀ ਪਹਿਲੀ ਦੂਜੀ ਵਰਸ ਤੋਂ ਅਸੀਂ ਫਿਰ ਦੇਖਦੇ ਹਾਂ। ਸਮਿਆਂ ਦੀ ਗੱਲ ਆ। ਉਸ ਤੋਂ ਬਾਅਦ ਦੂਸਰੀ ਵਰਸ ਦੇ ਅਨੁਸਾਰ ਅਸੀਂ ਹੁਣ ਸਿੱਖਾਂਗੇ। ਤਾਂ ਸੰਤ ਪੌਲੁਸ ਉਸ ਭਿਆਨਕ ਦਿਨ ਬਾਰੇ ਗੱਲ ਕਰਦਾ ਹੈ ਜਿਸ ਨੂੰ ਪ੍ਰਭੂ ਦਾ ਦਿਨ ਕਰਕੇ ਬਿਆਨ ਕੀਤਾ ਗਿਆ ਹੈ। ਹਾਲੇਲੂਇਆ। ਸੋ ਸ਼ਬਦ ਆਇਆ ਦਿਨ, ਲੇਕਿਨ ਉਹ ਸਿਰਫ ਦਿਨ ਨੂੰ ਨਹੀਂ ਦਿਖਾਉਂਦਾ ਬਲਕਿ ਵਕਤ ਆ। ਉਹ ਇਕੱਲਾ ਇੱਕ ਦਿਨ ਦੀ ਗੱਲ ਨਹੀਂ ਕਰ ਰਿਹਾ। ਸੋ ਸੰਤ ਪੌਲੁਸ ਜਿਹੜਾ ਹੈ ਉਸ ਭਿਆਨਕ ਵਕਤ ਦੇ ਬਾਰੇ, ਉਸ ਦਿਨ ਦੇ ਬਾਰੇ ਗੱਲ ਕਰਦਾ ਹੈ ਜਿਸ ਨੂੰ ਪ੍ਰਭੂ ਦਾ ਦਿਨ ਕਰਕੇ ਬਿਆਨ ਕੀਤਾ ਗਿਆ ਹੈ। ਹਾਲੇਲੂਇਆ। ਸੋ ਤੁਸੀਂ ਪੁਆਇੰਟ ਲਿਖਦੇ ਜਾਈਏ ਤਾਂ ਕਿ ਅੱਗੇ ਜਾ ਕੇ ਫਿਰ ਅਸੀਂ ਇਹਨੂੰ ਸਾਰੀਆਂ ਚੀਜ਼ਾਂ ਨੂੰ ਖੋਲ੍ਹਦੇ ਹਾਂ। ਪਹਿਲਾਂ ਤੁਸੀਂ ਨੋਟ ਕਰ ਲਓ। ਪਾਸਟਰ ਹੈਰੀ ਜੀ ਵੀ ਸਾਡੇ ਨਾਲ ਜੁੜ ਚੁੱਕੇ ਆ, ਹੋਰ ਵੀ ਖੁਦਾ ਦੇ ਦਾਸ ਸਾਡੇ ਨਾਲ ਜੁੜੇ ਆ। ਸਾਰਿਆਂ ਦਾ ਅਸੀਂ ਵੈਲਕਮ ਕਰਦੇ ਹਾਂ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ। ਸਾਡੇ ਕੁਆਇਰ ਲੀਡਰ ਭਾਈ ਬਲਵੀਰ ਜੀ ਵੀ ਜੁੜ ਚੁੱਕੇ ਨੇ। ਸਨੀ ਜੀ, ਸਾਡੇ ਸਿਸਟਰ ਪ੍ਰਿੰਕਾ ਜੀ, ਅਨੀਤਾ ਜੀ ਕੈਨੇਡਾ ਤੋਂ ਨੇ ਔਰ ਸੋਨੂ ਸੋਤਾ ਜੀ ਜਿਹੜੇ ਸਾਨੂੰ ਲਗਾਤਾਰ ਜੁਆਇਨ ਕਰਦੇ ਨੇ। ਖੁਦਾ ਉਹਨਾਂ ਨੂੰ ਬੜੀ ਆਸ਼ੀਸ਼ ਦੇਵੇ। ਸੋ ਨਾਵਾਂ ਨੂੰ ਬਾਅਦ 'ਚ ਅਸੀਂ ਨੋਟ ਕਰਾਂਗੇ, ਪਹਿਲਾਂ ਅਸੀਂ ਬੱਚੇ ਨੂੰ ਦੇਖਦੇ ਹਾਂ। ਪਹਿਲ ਖੁਦਾ ਨੂੰ ਦੇਵਾਂਗੇ ਹਰ ਚੀਜ਼ ਦੇ ਵਿੱਚ। ਸੋ ਇਹ ਆਇਤਾਂ ਉਹਨਾਂ ਲੋਕਾਂ ਵੱਲ ਇਸ਼ਾਰਾ ਕਰਦੀ ਹੈ। ਜਿਹੜੀ 2 ਆਇਤਾਂ ਇਹ ਉਹਨਾਂ ਲੋਕਾਂ ਵੱਲ ਇਸ਼ਾਰਾ ਕਰਦੀ ਆ ਜਿਨ੍ਹਾਂ ਨੇ ਅਨੁਗ੍ਰਹਿ ਦੇ ਸਮੇਂ ਵਿੱਚ ਉਹਨਾਂ ਦੇ ਅੱਗੇ ਰੱਖੀ ਨਜ਼ਾਤ ਨੂੰ ਠੁਕਰਾ ਦਿੱਤਾ ਹੈ। ਜਿਹੜੀ 5 ਦੀ 2 ਆਇਤ ਆ, ਪਹਿਲਾ ਥੈਸਲੋਨੀਕੇ 5 ਦੀ ਜਿਹੜੀ 2 ਆਇਤ ਆ, ਇਹ ਉਹਨਾਂ ਲੋਕਾਂ ਵੱਲ ਇਸ਼ਾਰਾ ਕਰਦੀ ਹੈ ਜਿਨ੍ਹਾਂ ਨੇ ਅਨੁਗ੍ਰਹਿ ਦੇ ਸਮੇਂ ਵਿੱਚ ਉਹਨਾਂ ਦੇ ਅੱਗੇ ਰੱਖੀ ਨਜ਼ਾਤ ਨੂੰ ਠੁਕਰਾ ਦਿੱਤਾ। ਯਾਨੀ ਕਿ ਉਹ ਸਮਾਂ ਜਦੋਂ ਅਨੁਗ੍ਰਹਿ ਦਾ ਸਮਾਂ ਸੀ, ਉਸ ਅਨੁਗ੍ਰਹਿ ਦੇ ਸਮੇਂ ਦੇ ਵਿੱਚ ਇਹਨਾਂ ਨੇ ਅਨੁਗ੍ਰਹਿ ਦੀ ਕਦਰ ਨਹੀਂ ਕੀਤੀ ਔਰ ਖੁਦਾ ਦੇ ਵਚਨ ਨੂੰ ਕਬੂਲ ਨਹੀਂ ਕੀਤਾ। ਸੋ ਇੱਥੇ ਜਿਹੜੇ ਸ਼ਬਦ ਆ ਉਹਨਾਂ 'ਤੇ ਅਸੀਂ ਥੋੜ੍ਹਾ ਜਿਹਾ ਵਿਚਾਰ ਕਰਾਂਗੇ ਕਿ ਇਹ ਜਿਹੜੀਆਂ ਘਟਨਾਵਾਂ ਆ ਕਿਹੜੀਆਂ ਚੀਜ਼ਾਂ ਵੱਲ ਇਸ਼ਾਰਾ ਕਰਦੀਆਂ। ਇੱਕਦਮ ਅਤੇ ਸੋਚ ਤੋਂ ਪਰੇ ਇੱਕੋ ਹੀ ਸਮੇਂ ਵਿੱਚ ਹੋਣ ਵਾਲੀਆਂ ਗੱਲਾਂ ਵੱਲ ਇਹ ਜਿਹੜੀ ਆਇਤ ਆ ਇਹ ਇਸ਼ਾਰਾ ਕਰਦੀ ਹੈ। ਸੋ ਮੈਚਿੰਗ ਜਿਹਾ ਲੱਗਦਾ ਆ ਜਿਹੜਾ ਸੈਕੰਡ ਕਮਿੰਗ ਦਾ ਅਤੇ ਰੈਪਚਰ ਦਾ। ਇੱਥੇ ਜਿਹੜੀ ਵਰਸ ਹੈ ਨਾ, ਇਹ ਜਦੋਂ ਅਸੀਂ ਪੜ੍ਹਦੇ ਹਾਂ, ਕਿਉਂਕਿ ਉੱਥੇ 2 ਵਾਰੀ ਚੋਰ ਦੀ ਨਾਈ ਆਉਣ ਦਾ ਜ਼ਿਕਰ ਅਸੀਂ ਦੇਖਦੇ ਹਾਂ। ਇੱਕ ਤਾਂ ਇਹ ਆ ਵੀ ਚੋਰ ਦੀ ਨਾਈ ਆਏਗਾ, ਇੱਕ ਸਾਡੇ ਵਾਸਤੇ ਆ, ਔਰ ਇੱਕ ਉਸ ਜਗ੍ਹਾ ਦੇ ਉੱਤੇ ਵੀ ਅਸੀਂ ਦੇਖਦੇ ਹਾਂ ਕਿ ਚੋਰ ਦੀ ਨਾਈ। ਲੇਕਿਨ ਅੱਗੇ ਜਾ ਕੇ ਦੇਖਾਂਗੇ ਕਿ ਚੋਰ ਦੀ ਨਾਈ ਜਿਹੜਾ ਆ ਇਹ 2 ਸਿਸਟਮ ਕਿਸ ਤਰ੍ਹਾਂ ਹੈ। ਸੋ ਕਈ ਵਾਰੀ ਸਾਨੂੰ ਪੜ੍ਹਨ ਦੇ ਵਿੱਚ ਭੁਲੇਖਾ ਪੈ ਜਾਂਦਾ ਹੈ ਅਤੇ ਫਿਰ ਉਹੀ ਗੱਲ ਸਾਡੇ ਲਈ ਕਈ ਵਾਰੀ ਉਲਝਣ ਦਾ ਸਬੱਬ ਬਣਦੀ ਹੈ। ਸੋ ਅਸੀਂ ਇਹਨੂੰ ਤਸੱਲੀ ਦੇ ਨਾਲ ਅੱਗੇ ਜਾ ਕੇ ਦੇਖਦੇ ਹਾਂ, ਕਿਉਂਕਿ ਜਦੋਂ ਅਚਾਨਕ ਗੱਲ ਕਰਦੇ ਹਾਂ ਜਾਂ ਨਵੀਂ ਗੱਲ ਸਾਡੇ ਸਾਹਮਣੇ ਆਉਂਦੀ ਤਾਂ ਫਿਰ ਇੱਕਦਮ ਸਾਨੂੰ ਲੱਗਦਾ ਵੀ ਜਿੱਦਾਂ ਅਸੀਂ ਕੋਈ ਵਚਨ ਤੋਂ ਬਾਹਰ ਤਾਂ ਨਹੀਂ ਹੋ ਗਏ। ਸੋ ਦੇਖਦੇ ਹਾਂ ਰੈਪਚਰ ਅਤੇ ਸੈਕੰਡ ਕਮਿੰਗ, ਇਹ ਦੋਨੋਂ ਹੀ ਘਟਨਾਵਾਂ ਅਚਾਨਕ ਹੋਣ ਵਾਲੀਆਂ ਹਨ, ਲੇਕਿਨ ਦੋਨਾਂ ਦੇ ਵਿੱਚ ਫਿਰ ਫਰਕ ਆ ਜਿਹੜਾ ਦੇਖਾਂਗੇ। ਹੋਣੀਆਂ ਅਚਾਨਕ ਹੀ ਆ। ਉਸ ਦਿਨ ਨੂੰ ਜਿਹੜਾ ਪ੍ਰਭੂ ਦਾ ਦਿਨ ਹੈ, ਜਿਹੜਾ ਇਸਰਾਇਲ ਦੇ ਉੱਤੇ ਪ੍ਰਗਟ ਔਰ ਦੁਨੀਆ ਦੇ ਲਈ ਆਉਣਾ ਆ, ਉਸ ਦਿਨ ਨੂੰ ਵੀ ਕੋਈ ਜਾਣਦਾ ਨਹੀਂ, ਪਰ ਉਹਦੇ ਲਈ ਨਿਸ਼ਾਨੀਆਂ ਆ। ਲੇਕਿਨ ਸਾਡੇ ਲਈ ਹਰ ਟਾਈਮ ਤਿਆਰ ਰਹਿਣ ਦੇ ਲਈ ਕਿਹਾ ਗਿਆ ਹੈ। ਸਾਡੇ ਲਈ ਨਿਸ਼ਾਨੀ ਕੋਈ ਨਹੀਂ ਦਿੱਤੀ ਕਿ ਉਸ ਤੋਂ ਪਹਿਲਾਂ ਕੋਈ ਸਾਨੂੰ ਇੱਦਾਂ ਦਾ ਕੋਈ ਸਿਸਟਮ ਦਿਸੂਗਾ। ਸੋ ਅਸੀਂ ਉਹਦੇ ਬਾਰੇ ਵਿਚਾਰ ਕਰਦੇ ਹਾਂ ਹੁਣ ਅੱਗੇ ਜਾ ਕੇ ਕਿ ਕਿਸ ਤਰ੍ਹਾਂ ਆ
ਸੋ ਦੋਨੋਂ ਹੀ ਘਟਨਾਵਾਂ ਬਾਰੇ ਕੋਈ ਪੱਕੇ ਤੌਰ ਤੇ ਨਹੀਂ ਕਹਿ ਸਕਦਾ ਕਿ ਕਿਸ ਦਿਨ ਹੋਣਗੀਆਂ, ਨਾ ਰੈਪਚਰ ਦੇ ਦਿਨ ਦੇ ਲਈ ਤੇ ਨਾ ਹੀ ਪ੍ਰਭੂ ਯਿਸੂ ਮਸੀਹ ਦੇ ਉਸ ਦਿਨ ਦੇ ਲਈ ਜਦੋਂ ਉਹ ਆਵੇਗਾ। ਕੋਈ ਦਿਨ ਮੁਕਰਰ ਨਹੀਂ ਕੀਤਾ। ਅਸੀਂ ਸਮਾਂ, ਅੱਧਾ ਸਮਾਂ ਤੇ ਸਮੇਂ ਦੇ ਬਾਰੇ ਤੇ ਪੜ੍ਹਦੇ ਹਾਂ, 7 ਸਾਲ ਦੇ ਉਸ ਪੀਰੀਅਡ ਦੇ ਬਾਰੇ ਪੜ੍ਹਦੇ ਹਾਂ, ਉਹਦੇ 2 ਹਿੱਸਿਆਂ ਦੇ ਬਾਰੇ ਪੜ੍ਹਦੇ ਹਾਂ, ਲੇਕਿਨ ਬਾਵਜੂਦ ਇਹਦੇ ਸਾਨੂੰ ਇਹ ਤਾਂ ਪਤਾ ਵੀ 7 ਸਾਲ ਬਾਅਦ ਉਹ ਸਾਰਾ ਕੁਝ ਫਿਰ ਹੋਊਗਾ ਜਦੋਂ ਦੁਲਹਨ ਉਠਾ ਲਈ ਜਾਊਗੀ। ਲੇਕਿਨ ਉਹ ਵੀ ਕਿਹੜਾ ਦਿਨ ਹੈ, ਇਹਦੇ ਬਾਰੇ ਕੋਈ ਪ੍ਰਤੱਖ ਤੌਰ ਤੇ ਉੱਤੇ ਸਾਨੂੰ ਸਾਡੇ ਸਾਹਮਣੇ ਕੋਈ ਗੱਲ ਖੁੱਲ੍ਹ ਕੇ ਆਉਂਦੀ ਨਹੀਂ ਆ। ਸੋ ਇਹਨੂੰ ਨੋਟ ਕਰੋ, ਦੋਨੇ ਹੀ ਘਟਨਾਵਾਂ ਬਾਰੇ ਕੋਈ ਪੱਕੇ ਤੌਰ ਤੇ ਨਹੀਂ ਕਹਿ ਸਕਦਾ ਕਿ ਕਿਸ ਦਿਨ ਹੋਣਗੀਆਂ, ਲੇਕਿਨ ਦੋਨਾਂ ਹੀ ਘਟਨਾਵਾਂ ਦੇ ਇੱਕ ਫਰਕ ਨੂੰ ਅਸੀਂ ਪਹਿਲਾਂ ਸਿੱਖ ਚੁੱਕੇ ਹਾਂ। ਦੋਨੇ ਘਟਨਾਵਾਂ ਦੇ ਇੱਕ ਫਰਕ ਨੂੰ ਕੱਲ ਅਸੀਂ ਸਿੱਖਿਆ ਸੀ। ਉਹ ਫਰਕ ਇਹ ਹੈ ਕਿ ਜਦੋਂ ਹੈਕਲ ਬਣਨੀ ਸ਼ੁਰੂ ਹੋਵੇਗੀ ਤਾਂ ਪ੍ਰਭੂ ਦੇ ਦਿਨ ਦਾ ਪਤਾ ਲੱਗਣਾ ਸ਼ੁਰੂ ਹੋ ਜਾਵੇਗਾ, ਕਿਉਂਕਿ ਇਸਰਾਇਲ ਲਈ ਉਹ ਬਹੁਤ ਵੱਡਾ ਪ੍ਰਤੀਕ ਹੈ। ਸੁਲੇਮਾਨ ਦੀ ਉਹ ਹੈਕਲ ਜਿਹੜੀ ਅੱਜ ਦੀ ਡੇਟ 'ਚ ਅਸੀਂ ਤਹਿਸ ਨਹਿਸ ਹੋਈ ਦੇਖਦੇ ਹਾਂ, ਜਿਹੜੀ ਉਹਨੇ ਖੁਦਾ ਦੇ ਲਈ ਬਣਾਈ ਸੀਗੀ, ਉਹਦਾ ਜਦੋਂ ਬਣਨਾ ਸ਼ੁਰੂ ਹੋ ਜਾਵੇਗਾ ਔਰ ਅੱਧੇ ਸਮੇਂ ਤੇ ਜਾ ਕੇ ਜਦੋਂ ਮਸੀਹ ਵਿਰੋਧੀ ਆਪਣੇ ਆਪ ਨੂੰ ਪ੍ਰਗਟ ਕਰ ਦੇਵੇਗਾ ਪ੍ਰਤੱਖ ਰੂਪ ਦੇ ਵਿੱਚ, ਔਰ ਇਸ ਹੈਕਲ ਦੇ ਬਣਨ ਤੋਂ ਉਹਨਾਂ ਦੀ ਉਮੀਦ ਜਿਹੜੀ ਉਹ ਪੱਕੀ ਹੋਣੀ ਸ਼ੁਰੂ ਹੋ ਜਾਵੇਗੀ, ਕਿਉਂਕਿ ਉਹਨਾਂ ਦੇ ਲਈ ਇਹ ਬਹੁਤ ਵੱਡਾ ਇੱਕ ਨਿਸ਼ਾਨ ਦੇ ਤੌਰ ਤੇ ਆ। ਅਸੀਂ ਤੇ ਉਸ ਸਮੇਂ ਖੁਦਾ ਦੇ ਕੋਲ ਹੋਵਾਂਗੇ। ਸੋ ਸਾਡੇ ਲਈ ਇਹ ਨਾ ਕੋਈ ਖੁਸ਼ੀ ਦਾ ਸਮਾਂ ਹੋਣਾ ਤੇ ਨਾ ਕੋਈ ਗਮੀ ਦਾ, ਕਿਉਂਕਿ ਇਹ ਇਸਰਾਇਲ ਦੇ ਲਈ ਖੁਸ਼ੀ ਦਾ ਹੈ, ਲੇਕਿਨ ਸਾਡੇ ਲਈ ਖੁਸ਼ੀ ਜਿਹੜੀ ਹੈ ਅਸੀਂ ਤੇ ਸਵਰਗ ਦੇ ਵਿੱਚ ਆਪਣੇ ਪ੍ਰਭੂ ਦੇ ਨਾਲ ਉਸ ਸਮੇਂ ਉੱਤੇ ਹੋਵਾਂਗੇ, ਬਸ਼ਰਤੇ ਕਿ ਅਸੀਂ ਆਪਣੀ ਦੌੜ ਨੂੰ ਪੂਰਾ ਕਰ ਲਈਏ। ਹਾਲੇਲੂਇਆ। ਸੋ ਉਹ ਫਰਕ ਇਹ ਹੈ ਕਿ ਜਦੋਂ ਹੈਕਲ ਬਣਨੀ ਸ਼ੁਰੂ ਹੋ ਜਾਵੇਗੀ ਤਾਂ ਪ੍ਰਭੂ ਦੇ ਦਿਨ ਦਾ ਪਤਾ ਲੱਗਣਾ ਸ਼ੁਰੂ ਹੋ ਜਾਵੇਗਾ, ਕਿਉਂਕਿ ਇਸਰਾਇਲ ਲਈ ਉਹ ਬਹੁਤ ਵੱਡਾ ਇੱਕ ਪ੍ਰਤੀਕ ਹੈ। ਲੇਕਿਨ ਸਾਡੇ ਲਈ ਜਦੋਂ ਆਉਣਾ ਆ, ਸਾਡੇ ਲਈ ਇਦਾਂ ਦਾ, ਸਾਡੇ ਲਈ ਤੇ ਹੁਣ ਆਪਾਂ ਗੱਲ ਕਰਦੇ ਪਏ ਆ, ਸ਼ਾਇਦ ਹੁਣੇ ਹੋ ਜਾਵੇ। ਤੇ ਸਾਡੇ ਲਈ ਤੇ ਇਹ ਕਿਹਾ ਗਿਆ ਵੀ ਹਰ ਵੇਲੇ ਜਾਗਦੇ ਰਹੋ ਤੇ ਪ੍ਰਾਰਥਨਾ ਕਰਦੇ ਰਹੋ। ਜਾਗਦੇ ਰਹੋ ਦਾ ਮਤਲਬ ਇਹ ਨਹੀਂ ਸੌਣਾ ਨਹੀਂਗਾ। ਜਾਗਦੇ ਰਹੋ ਦਾ ਮਤਲਬ ਆਤਮਾ ਦੇ ਵਿੱਚ ਹਮੇਸ਼ਾ ਸਤਰਕ ਰਹਿਣਾ ਹੈ। ਜਾਗਦੇ ਰਹਿਣ ਦਾ ਮਤਲਬ ਸਤਰਕ ਰਹਿਣਾ। ਜਾਗਦੇ ਰਹੋ ਤੇ ਹਮੇਸ਼ਾ ਪ੍ਰਾਰਥਨਾ ਕਰਦੇ ਰਹੋ, ਕਿਉਂਕਿ ਤੁਸੀਂ ਨਹੀਂ ਜਾਣਦੇ ਕਿ ਤੁਹਾਡਾ ਪ੍ਰਭੂ ਕਿਹੜੇ ਦਿਨ ਤੇ ਕਿਸ ਵਕਤ ਆ ਜਾਵੇਗਾ। ਸੋ ਇੱਕ ਗੱਲ ਪੱਕੀ ਹੈ ਕਿ ਉਹਨਾਂ ਦੇ ਲਈ ਤੇ ਜਦੋਂ ਹੈਕਲ ਬਣਨੀ ਸ਼ੁਰੂ ਹੋ ਜਾਵੇਗੀ ਨਾ, ਤੇ ਜਦੋਂ ਮਸੀਹ ਵਿਰੋਧੀ ਪ੍ਰਗਟ ਹੋ ਜਾਵੇਗਾ ਤੇ ਉਹਨਾਂ ਲਈ ਇਹ ਨਿਸ਼ਾਨ ਆ ਕਿ ਜਦੋਂ ਤੁਸੀਂ ਉਸ ਘਿਨੌਣੀ ਚੀਜ਼ ਨੂੰ ਉਸ ਜਗ੍ਹਾ ਤੇ ਦੇਖੋ ਜਿੱਥੇ ਨਹੀਂ ਹੋਣੀ ਚਾਹੀਦੀ, ਸੋ ਉਦੋਂ ਤਾਂ ਪਤਾ ਲੱਗ ਜਾਣਾ ਵੀ ਹੁਣ ਸਾਡੇ ਲਈ ਜਿਹੜੀ ਮੁਸੀਬਤ ਆ ਉਹ ਤੇ ਆ ਗਈ ਆ। ਬਟ ਉਹਨਾਂ ਨੂੰ ਨਾਲ ਇਹ ਵੀ ਆ ਵੀ ਹੁਣ ਮਸੀਹਾ ਆਉਣ ਵਾਲਾ ਆ, ਉਹ ਕਿਹੜੇ ਦਿਨ ਆਊਗਾ ਇਹ ਉਹ ਵੀ ਜਾਣਦੇ ਨਹੀਂ ਆ। ਸੋ ਇਸ ਅਧਿਆਇ ਦੇ ਵਿੱਚ ਅਸੀਂ ਦੋਨੇ ਚੀਜ਼ਾਂ ਨੂੰ ਦੇਖਦੇ ਹਾਂ। ਚੋਰ ਸ਼ਬਦ ਜਿਹੜਾ ਆ ਉਹ 2 ਤਰੀਕੇ ਦੇ ਨਾਲ ਇਸਤੇਮਾਲ ਕੀਤਾ ਗਿਆ ਆ। ਸੋ ਮਹਾਕਲੇਸ਼ ਦੇ ਸ਼ੁਰੂ ਹੋਣ ਅਤੇ ਏਲੀਜਾ ਮੂਸਾ ਦੇ ਪ੍ਰਗਟ ਹੋਣ ਤੇ ਉਹਨਾਂ ਨੂੰ ਮਸੀਹ ਦੇ ਆਉਣ ਦੀ ਖਬਰ ਮਿਲ ਜਾਵੇਗੀ। ਇਸ ਤੋਂ ਪਹਿਲਾਂ ਕਿ ਯਿਸੂ ਮਸੀਹ ਉਹਨਾਂ ਦੇ ਉੱਤੇ ਪ੍ਰਗਟ ਤੌਰ ਦੇ ਉੱਤੇ ਹੋ ਕੇ ਆਵੇ, ਉੱਥੇ ਇੱਕ ਗੱਲ ਸਾਡੇ ਸਾਹਮਣੇ ਜਿਹੜੀ ਹੈ ਉਹ ਸਾਫ਼ ਤੌਰ ਦੇ ਉੱਤੇ ਆ ਜਾਂਦੀ ਹੈ ਕਿ ਜਦੋਂ ਮਹਾਕਲੇਸ਼ ਦੇ ਸ਼ੁਰੂ ਹੋਣ ਤੇ ਏਲੀਜਾ ਤੇ ਮੂਸਾ ਪ੍ਰਗਟ ਹੋਣਗੇ ਤੇ ਉਹਨਾਂ ਨੂੰ ਮਸੀਹ ਦੇ ਆਉਣ ਦੀ ਖਬਰ ਮਿਲ ਜਾਵੇਗੀ, ਪਰ ਫਿਰ ਵੀ ਉਹ ਕਿਸ ਦਿਨ ਆਵੇਗਾ ਇਸ ਬਾਰੇ ਪੱਕੇ ਤੌਰ ਤੇ ਕੋਈ ਨਹੀਂ ਜਾਣਦਾ। ਪ੍ਰਤੱਖ ਤੌਰ ਤੇ ਉਹ ਵੀ ਨਹੀਂ ਕਹਿ ਸਕਦੇ, ਲੇਕਿਨ ਮੂਸਾ ਤੇ ਏਲੀਜਾ ਜਦੋਂ ਉਹਨਾਂ ਦੇ ਹੌਸਲੇ ਆ ਕੇ ਬੁਲੰਦ ਕਰਨਗੇ ਔਰ ਉਹਨਾਂ ਦੇ ਬਾਰੇ ਆ ਕੇ ਦੱਸਣਗੇ ਉਸ ਮਹਾਕਲੇਸ਼ ਦੇ ਵੇਲੇ ਦੇ ਵਿੱਚ, ਜਦੋਂ ਕਿ ਮੂਸਾ ਤੇ ਏਲੀਜਾ ਆ ਚੁੱਕੇ ਆ ਔਰ ਇਸਰਾਇਲ ਦੇ ਉੱਤੇ ਪ੍ਰਗਟ ਹੋ ਚੁੱਕੇ ਆ ਔਰ ਇਸਰਾਇਲ ਦੀ ਉਮੀਦ ਜਿਹੜੀ ਆ ਉਹ ਪੂਰੀ ਹੁੰਦੀ ਅਸੀਂ ਦੇਖਦੇ ਹਾਂ। ਔਰ ਉਹਨਾਂ ਦੇ ਲਈ ਇਹ ਬਹੁਤ ਵੱਡਾ ਇੱਕ ਚਿੰਨ੍ਹ ਹੋਵੇਗਾ ਔਰ ਉਹਨਾਂ ਨੂੰ ਪਤਾ ਹੋਵੇਗਾ ਕਿ ਜਦੋਂ ਇਹ ਸਭ ਕੁਝ ਹੋ ਗਿਆ ਹੈ ਤੇ ਹੁਣ ਸਮਾਂ ਜਿਹੜਾ ਆ ਉਸ ਸ਼ਖਸੀਅਤ ਦੇ ਆਉਣ ਦਾ ਹੋ ਗਿਆ ਆ ਜਿਹਦੇ ਬਾਰੇ ਉਹ ਸਦੀਆਂ ਤੋਂ ਇੰਤਜ਼ਾਰ ਕਰ ਰਹੇ ਆ। ਤੇ ਇਸ ਚੀਜ਼ ਦੇ ਇੰਤਜ਼ਾਰ 'ਚ ਆ ਕਿ ਕਦੋਂ ਉਹ ਰਾਜਾ ਆਵੇਗਾ, ਉਹਨਾਂ ਦਾ ਮਸੀਹਾ ਆਵੇਗਾ, ਦੌਦ ਦੀਆਂ ਹੱਦਾਂ ਨੂੰ ਵਧਾਵੇਗਾ ਔਰ ਇਸਰਾਇਲ ਦੇ ਉੱਤੇ ਰਾਜ ਕਰੇਗਾ। ਦੁਨੀਆ ਦੇ ਉੱਤੇ ਇਸਰਾਇਲ ਦੇ ਵਿੱਚ ਬਹਿ ਕੇ ਰਾਜ ਕਰੇਗਾ। ਯਰੂਸ਼ਲਮ ਰਾਜਧਾਨੀ ਬਣੇਗਾ ਔਰ ਜਿਹੜੀ ਹੈਕਲ ਆ ਉਹ ਰਾਜਧਾਨੀ ਦੇ ਵਿੱਚ ਉਹਨਾਂ ਦੀ ਪਾਰਲੀਮੈਂਟ ਯਾਨੀ ਕਿ ਇੱਕ ਸੰਸਦ ਦੀ ਤਰ੍ਹਾਂ ਇਸਤੇਮਾਲ ਹੋਵੇਗੀ। ਹਾਲੇਲੂਇਆ। ਸੋ ਉਸ ਹੈਕਲ ਦਾ ਮਾਲਕ ਉਸ ਜਗ੍ਹਾ ਦੇ ਉੱਤੇ ਖੁਦ ਵਿਰਾਜਮਾਨ ਹੋਵੇਗਾ ਔਰ ਇਹ ਇਸਰਾਇਲ ਦੇ ਲਈ ਬਹੁਤ ਇੱਕ ਗਰਵ ਔਰ ਮਾਣ ਦੀ ਗੱਲ ਹੋਵੇਗੀ। ਸੋ ਅਸੀਂ ਦੇਖਦੇ ਹਾਂ ਕਿ ਮਹਾਕਲੇਸ਼ ਦੇ ਸ਼ੁਰੂ ਹੋਣ ਤੇ ਏਲੀਜਾ ਮੂਸਾ ਦੇ ਪ੍ਰਗਟ ਹੋਣ ਤੇ ਉਹਨਾਂ ਨੂੰ ਮਸੀਹ ਦੇ ਆਉਣ ਦੀ ਖਬਰ ਮਿਲ ਜਾਵੇਗੀ, ਪਰ ਫਿਰ ਵੀ ਉਹ ਕਿਸ ਦਿਨ ਆਵੇਗਾ ਇਸ ਬਾਰੇ ਪੱਕੇ ਤੌਰ ਤੇ ਉਹ ਵੀ ਜਾਣਦੇ ਨਹੀਂ ਹੈ। ਸੋ ਉਹਨਾਂ ਦੇ ਕੋਲ ਫਿਰ ਵੀ ਨਿਸ਼ਾਨ ਆ, ਲੇਕਿਨ ਸਾਡੇ ਕੋਲ ਇਹੋ ਜਿਹਾ ਕੋਈ ਵੀ ਨਿਸ਼ਾਨ ਨਹੀਂ ਹੈ। ਸਾਡੇ ਲਈ ਅਚਾਨਕ ਆ, ਜਿਵੇਂ ਮੈਂ ਫਿਰ ਪਹਿਲਾਂ ਦੱਸਿਆ,
ਅਸੀਂ ਗੱਲ ਕਰਦੇ ਹਾਂ ਭਾਵੇਂ ਹੁਣੇ ਹੋ ਜਾਵੇ, ਸਾਨੂੰ ਇਹਦੇ ਬਾਰੇ ਕੋਈ ਖਬਰ ਨਹੀਂ ਹੈ, ਲੇਕਿਨ ਸਾਨੂੰ ਇਹ ਹੈ ਵੀ ਜਾਗਦੇ ਰਹੋ, ਸਤਰਕ ਰਹੋ ਤੇ ਪ੍ਰਾਰਥਨਾ ਕਰਦੇ ਰਹੋ। ਇਸ ਲਈ ਉਹਨਾਂ ਉੱਤੇ ਅਤੇ ਦੁਨੀਆ ਉਹ ਦਿਨ ਚੋਰ ਵਾਂਗੂ ਆਵੇਗਾ, ਉਹਨਾਂ ਉੱਤੇ ਅਤੇ ਦੁਨੀਆ ਉੱਤੇ ਉਹ ਦਿਨ ਚੋਰ ਵਾਂਗੂ ਆਵੇਗਾ। ਉਸ ਗੱਲ ਵਿੱਚ ਅਤੇ ਸਾਡੇ ਲਈ ਚੋਰ ਵਾਂਗੂ ਆਵੇਗਾ, ਇਹਦੇ ਵਿੱਚ ਫਰਕ ਆ। ਅਸੀਂ ਇਸੇ ਫਰਕ ਨੂੰ ਦੇਖਣਾ ਆ ਕਿ ਦੁਨੀਆ ਦੇ ਲਈ ਤੇ ਇਸਰਾਇਲ ਦੇ ਲਈ ਵੀ ਉਹ ਦਿਨ ਜਿਹੜਾ ਆ ਉਹ ਚੋਰ ਵਾਂਗੂ ਆ, ਲੇਕਿਨ ਉਹਦਾ ਪਤਾ ਲੱਗੇਗਾ। ਲੇਕਿਨ ਸਾਡੇ ਵਿੱਚ ਤਾਂ ਉਹਦੇ 'ਚ ਫਰਕ ਕੀ ਆ ਚੋਰ ਦੇ ਵਾਂਗੂ ਆਉਣ ਦਾ? ਉਸ ਗੱਲ ਵਿੱਚ ਬਹੁਤ ਫਰਕ ਹੈ ਜਦੋਂ ਸਾਡੇ ਲਈ ਚੋਰ ਵਾਂਗੂ ਆਵੇਗਾ, ਇਹ ਧਿਆਨ ਰੱਖਣਾ ਹੈ। ਉਦੋਂ ਅਸੀਂ ਬਦਲਾਂ ਤੇ ਉਠਾਏ ਜਾਵਾਂਗੇ, ਨੰਬਰ 1। ਜਦ ਕਿ ਬਾਕੀ ਦੁਨੀਆ ਲਈ ਜਦੋਂ ਚੋਰ ਵਾਂਗੂ ਆਵੇਗਾ ਉਹ ਉਸਦੇ ਕ੍ਰੋਧ ਨੂੰ ਵੇਖਣਗੇ। ਸਾਡੇ ਲਈ ਜਸ਼ਨ ਦਾ, ਆਨੰਦ ਦਾ ਵੇਲਾ ਹੋਵੇਗਾ ਜਦੋਂ ਸਾਡੇ ਲਈ ਉਹਨੇ ਚੋਰ ਵਾਂਗੂ ਆਉਣਾ ਆ। ਸਾਡੇ ਕੰਨਾਂ ਦੇ ਵਿੱਚ ਲਲਕਾਰੇ ਦੀ ਆਵਾਜ਼ ਆਵੇਗੀ, ਪਰਮੇਸ਼ਰ ਦੀ ਤੁਰੀ ਸੁਣਾਈ ਦੇਵੇਗੀ, ਮਹਾਦੂਤ ਦਾ ਸ਼ਬਦ ਸੁਣਾਈ ਦੇਵੇਗਾ। ਅਸੀਂ ਪਲਕ ਝਪਕਦੇ ਹੋਰ ਹੋਵਾਂਗੇ, ਲੇਕਿਨ ਬਾਕੀਆਂ ਦੇ ਲਈ ਜਿਹੜਾ ਸਿਸਟਮ ਆ ਉਹ ਹੋ ਰਿਹਾ। ਇਸ ਲਈ ਇਸ ਚੀਜ਼ ਨੂੰ ਤੁਸੀਂ ਪੁਆਇੰਟ ਨੂੰ ਲਿਖ ਸਕਦੇ ਹੋ। ਉਸ ਗੱਲ ਵਿੱਚ ਬਹੁਤ ਫਰਕ ਹੈ, ਜਦੋਂ ਸਾਡੇ ਲਈ ਚੋਰ ਵਾਂਗੂ ਆਵੇਗਾ ਉਦੋਂ ਅਸੀਂ ਬੱਦਲਾਂ ਤੇ ਉਠਾਏ ਜਾਵਾਂਗੇ, ਜਦ ਕਿ ਬਾਕੀ ਦੁਨੀਆ ਲਈ ਜਦੋਂ ਚੋਰ ਵਾਂਗੂ ਆਵੇਗਾ ਉਹ ਉਸਦੇ ਕ੍ਰੋਧ ਨੂੰ ਵੇਖਣਗੇ। ਉਹਨਾਂ ਦੇ ਲਈ ਛਾਤੀ ਪਿੱਟਣ ਦਾ ਉਹ ਵੇਲਾ ਹੋਵੇਗਾ, ਲੇਕਿਨ ਸਾਡੇ ਲਈ ਆਨੰਦ ਦਾ ਵੇਲਾ ਹੋਵੇਗਾ। ਇਸ ਲਈ ਉਹਨਾਂ ਦੀ ਆਸ਼ਾ ਤੇ ਸਾਡੀ ਆਸ਼ਾ ਦੇ ਵਿੱਚ ਬਹੁਤ ਫਰਕ ਨੂੰ ਅਸੀਂ ਦੇਖਦੇ ਹਾਂ। ਅੱਗੇ ਖੁਦਾ ਦੇ ਫਜ਼ਲ ਦੇ ਨਾਲ ਅਸੀਂ ਵੱਧਦੇ ਹਾਂ ਪਾਕਰੂ ਦੀ ਰਹਿਨਮਾਈ ਦੇ ਵਿੱਚ, ਔਰ ਅਸੀਂ ਦੇਖਾਂਗੇ ਇੱਥੇ ਅਸੀਂ ਮੁੱਖ 3 ਗੱਲਾਂ ਤੇ ਵਿਚਾਰ ਹੁਣ ਕਰਾਂਗੇ। ਹਾਲੇਲੂਇਆ। ਮੇਨ ਮੁੱਖ 3 ਗੱਲਾਂ ਤੇ ਅਸੀਂ ਵਿਚਾਰ ਕਰਾਂਗੇ। ਨੰਬਰ 1, ਇਸਰਾਇਲ ਦੀ ਬੁੱਧ ਬੰਦ ਕੀਤੀ ਹੋਈ ਹੈ ਤਾਂ ਕਿ ਨਜਾਤ ਦਾ ਪੈਗਾਮ ਸਭ ਲੋਕਾਂ ਤੱਕ ਪਹੁੰਚੇ। ਪਰਮੇਸ਼ਵਰ ਨੇ ਯੋਜਨਾਬੰਦ ਤਰੀਕੇ ਦੇ ਨਾਲ ਇਸਰਾਇਲ ਦੀ ਬੁੱਧ ਨੂੰ ਬੰਦ ਕੀਤਾ ਹੋਇਆ ਹੈ। ਜਿੱਦਾਂ ਅਸੀਂ ਰੋਮੀਓ ਦੇ ਖੱਤ 13 ਅਧਿਆਇ ਦੇ ਵਿੱਚ ਸਾਰਾ ਉਹਦੇ ਵੇਰਵੇ ਨੂੰ ਪੜ੍ਹ ਲੈਂਦੇ ਹਾਂ, ਹਨਾ। ਸੋ ਉਹਦੇ ਵਿੱਚ ਸਾਰਾ ਕੁਝ ਲਿਖਿਆ ਹੈ, ਕਿਉਂ ਉਹਨਾਂ ਨੇ ਬੰਦ ਕੀਤਾ ਹੈ, ਕਾਹਦੇ ਲਈ ਕੀਤਾ ਹੈ, ਔਰ ਇਸ ਲਈ ਕੀਤਾ ਹੈ ਕਿ ਦੁਨੀਆ ਸਾਰੀ ਤੱਕ ਇਹ ਪੈਗਾਮ ਜਿਹੜਾ ਪਹੁੰਚ ਜਾਵੇ। ਇਸ ਲਈ ਨੰਬਰ 1 ਤੇ ਇਹ ਹੈ ਵੀ ਇਸਰਾਇਲ ਦੀ ਬੁੱਧ ਬੰਦ ਕੀਤੀ ਹੋਈ ਆ ਤਾਂ ਕਿ ਨਜਾਤ ਦਾ ਪੈਗਾਮ ਸਭ ਲੋਕਾਂ ਤੱਕ ਪਹੁੰਚੇ। ਨੰਬਰ 2, ਅਸੀਂ ਸਭ ਲੋਕਾਂ ਤੱਕ ਪੈਗਾਮ ਲੈ ਕੇ ਜਾ ਰਹੇ ਹਾਂ, ਪਰ ਉਹ ਲੋਕ ਉਸ ਦੇ ਕਲਾਮ ਨੂੰ ਕਬੂਲ ਕਰਨ ਲਈ ਤਿਆਰ ਨਹੀਂ ਹੈ। ਇਹ ਦੂਜੇ ਲੋਕ ਆ। ਇਸਰਾਇਲ ਦੇ ਲਈ ਇਸਰਾਇਲ ਦੀ ਬੁੱਧ ਬੰਦ ਕੀਤੀ ਹੋਈ ਹੈ ਤਾਂ ਕਿ ਨਜਾਤ ਦਾ ਪੈਗਾਮ ਜਿਹੜਾ ਆ ਦੁਨੀਆ ਤੱਕ ਪਹੁੰਚ ਜਾਵੇ। ਹੁਣ ਉਸੇ ਦੁਨੀਆ ਦੇ ਵਿੱਚ ਉਸ ਪੈਗਾਮ ਨੂੰ ਪਹੁੰਚਾਉਣ ਦੀ ਜ਼ਿੰਮੇਵਾਰੀ ਕਿਹਦੀ ਲਾਈ ਹੈ? ਸਾਡੀ ਲਾਈ। ਇਸਰਾਇਲ ਦੀ ਬੁੱਧ ਬੰਦ ਕਰਕੇ ਸਾਨੂੰ ਚੁਣਿਆ, ਸਾਡੀ ਜ਼ਿੰਮੇਵਾਰੀ ਲਈ ਅਸੀਂ ਛੋੜ ਤੱਕ ਲੈ ਕੇ ਜਾਈਏ। ਅਸੀਂ ਛੋੜ ਤੱਕ ਲੈ ਕੇ ਜਾਂਦੇ ਹਾਂ, ਲੇਕਿਨ ਇਹ ਜਿਸ ਦੁਨੀਆ ਤੱਕ ਅਸੀਂ ਲੈ ਕੇ ਜਾਂਦੇ ਹਾਂ ਉਹ ਦੁਨੀਆ ਉਸ ਕਲਾਮ ਨੂੰ, ਉਸ ਪੈਗਾਮ ਨੂੰ ਕਬੂਲ ਕਰਨ ਦੇ ਲਈ ਤਿਆਰ ਨਹੀਂ ਆ। ਤੀਜਾ ਗਰੁੱਪ ਅਸੀਂ ਦੇਖਦੇ ਹਾਂ, ਅਸੀਂ ਕਬੂਲ ਕਰ ਲਿਆ ਹੋਇਆ, ਪਰ ਸਾਡੇ ਵਿੱਚ ਵੀ 2 ਤਰ੍ਹਾਂ ਦੇ ਲੋਕ ਆ। ਮੈਂ ਫਿਰ ਰਿਪੀਟ ਕਰੂੰਗਾ ਤਾਂ ਕਿ ਤੁਸੀਂ ਸਮਝ ਸਕੋ। ਇਸਰਾਇਲ ਦੀ ਬੁੱਧ ਬੰਦ ਕੀਤੀ ਆ ਤਾਂ ਕਿ ਦੁਨੀਆ ਦੇ ਸ਼ੋਰ ਤੱਕ ਇਹ ਨਜਾਤ ਦਾ ਪੈਗਾਮ ਪਹੁੰਚੇ। ਉਸ ਦੁਨੀਆ ਦੇ ਵਿੱਚੋਂ ਪ੍ਰਭੂ ਨੇ ਸਾਨੂੰ ਚੁਣਿਆ ਆ। ਬਹੁਤੇ ਹਜ਼ਾਰਾਂ ਲੋਕਾਂ ਨੂੰ ਚੁਣਦਾ ਆ ਰਿਹਾ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਵੀ, ਔਰ ਅਗਰ ਉਹਦੀ ਆਮਦ ਦੂਰ ਆ ਤੇ ਹੋਰਾਂ ਨੂੰ ਵੀ ਚੁਣੇਗਾ ਜਿਹੜੇ ਇਸ ਪੈਗਾਮ ਨੂੰ ਦੁਨੀਆ ਦੇ ਸ਼ੋਰ ਤੱਕ ਪਹੁੰਚਾਉਣਗੇ। ਅਸੀਂ ਲੈ ਕੇ ਜਾਂਦੇ ਆ ਤੇ ਦੂਸਰਾ ਗਰੁੱਪ ਜਿਹੜਾ ਹੈ ਦੁਨੀਆ ਦਾ, ਉਹ ਇਹਨੂੰ ਮੰਨਣ ਦੇ ਲਈ ਤਿਆਰ ਨਹੀਂ ਆ, ਔਰ ਉਹ ਪ੍ਰਭੂ ਨੂੰ ਵੀ ਔਰ ਸਾਨੂੰ ਵੀ ਤੁੱਛ ਜਾਣਦਾ ਆ। ਅਸੀਂ ਕਬੂਲ ਕਰ ਲਿਆ ਹੋਇਆ ਜਿਹੜੇ ਅਸੀਂ ਆ, ਪਰ ਸਾਡੇ ਵਿੱਚ ਵੀ ਹੁਣ 2 ਤਰ੍ਹਾਂ ਦੇ ਲੋਕ ਆ ਜਿਹੜੇ ਕਬੂਲੀਅਤ ਕਰ ਚੁੱਕੇ ਆ, ਜਿਹੜੇ ਪ੍ਰਭੂ 'ਚ ਚੱਲ ਰਹੇ ਆ। ਉਹਨਾਂ ਦੇ ਵਿੱਚ ਵੀ 2 ਤਰ੍ਹਾਂ ਦੇ ਲੋਕ ਜਿਹੜੇ ਆ ਉਹ ਪਾਏ ਜਾ ਰਹੇ ਆ। ਨੰਬਰ 1, ਇੱਕ ਉਹ ਲੋਕ ਆ ਜਿਹੜੇ ਦੁਲਹਨ ਲਈ ਤਿਆਰ ਹੋ ਰਹੇ ਆ, ਜਿਹਨਾਂ ਤੱਕ ਪ੍ਰਭੂ ਦਾ ਪੈਗਾਮ ਪਹੁੰਚ ਗਿਆ ਦੂਸਰੀਆਂ ਕੌਮਾਂ ਦੇ ਲੋਕਾਂ ਵਿੱਚ, ਜਿਹਨਾਂ ਵਿੱਚ ਅਸੀਂ ਲੋਕ ਆਉਨੇ ਆ। ਤੇ ਇਹਦੇ ਵਿੱਚ 2 ਤਰ੍ਹਾਂ ਦੇ ਲੋਕ ਜਿਹੜੇ ਅਸੀਂ ਦੇਖਦੇ ਹਾਂ। ਇੱਕ ਸਿੱਧਾ ਜਿਹੜਾ ਉਹਨਾਂ ਦਾ ਟਾਰਗੇਟ ਆ ਉਹ ਇਹ ਆ ਵੀ ਉਹ ਦੁਲਹਨ ਦੇ ਲਈ ਤਿਆਰ ਹੋ ਰਹੇ ਆ। ਇੱਕ ਗਰੁੱਪ ਜਿਹਦਾ ਹਰ ਹਿੱਲੇ ਵਸੀਲੇ ਇੱਕੋ ਹੀ ਕੋਸ਼ਿਸ਼ ਆ ਕਿ ਜਾਂ ਲਲਕਾਰੇ ਨਾਲ ਪ੍ਰਭੂ ਆਵੇ ਤੇ ਪਰਮੇਸ਼ਵਰ ਦੀ ਤੁਰੀ ਫੂਕੀ ਜਾਵੇ, ਨਰਸਿੰਘਾ ਵਜਾਇਆ ਜਾਵੇ, ਤੇ ਉਸ ਸਮੇਂ ਉਹ ਪ੍ਰਭੂ ਦੇ ਨਾਲ ਬੱਦਲਾਂ ਵਿੱਚ ਮਿਲਣ ਦੇ ਲਈ ਉਠਾਏ ਜਾਣ। ਔਰ ਇਹ ਗਰੁੱਪ ਜਿਹੜਾ ਆ ਇਹ ਉਹ ਗਰੁੱਪ ਆ ਜਿਹੜਾ ਪੈਂਤੀਕੋਸ ਦੇ ਦਿਨ ਤੋਂ ਜਿਸ ਦਿਨ ਪਾਕ ਰੂਹ ਕਲਾਮ ਦੇ ਬੀਜ ਨੂੰ ਲੈ ਕੇ ਇਸ ਜ਼ਮੀਨ ਦੇ ਉੱਤੇ ਆਉਂਦਾ ਆ, ਉਸ ਦਿਨ ਤੋਂ ਲੈ ਕੇ ਤੇ ਪ੍ਰਭੂ ਦੇ ਆਉਣ ਦੇ ਵੇਲੇ ਤੱਕ, ਯਾਨੀ ਕਿ ਰੈਪਚਰ ਹੋਣ ਦੇ ਵੇਲੇ ਤੱਕ,
ਇਹ ਚੀਜ਼ ਨੂੰ ਧਿਆਨ ਰੱਖੋ ਕਿ ਇਹ ਜਿਹੜੇ ਦੁਲਹਨ ਦੇ ਲਈ ਤਿਆਰ ਹੋ ਰਹੇ ਆ, ਇਹਨਾਂ ਦੇ ਲਈ ਪੀੜਾ ਦਾ ਸਮਾਂ ਉਸੇ ਦਿਨ ਸ਼ੁਰੂ ਹੋ ਗਿਆ ਸੀ। ਜਿੱਦਾਂ ਯਿਸੂ ਮਸੀਹ ਦੇ ਬੱਚੇ 'ਚ ਲਿਖਿਆ ਨਾ, ਇਸਰਾਏਲੀਆਂ ਦੇ ਲਈ ਪੀੜਾ ਦਾ ਆਰੰਭ ਹੋਰ ਤਰ੍ਹਾਂ ਆ, ਸਾਡੇ ਲਈ ਪੀੜਾ ਦਾ ਆਰੰਭ ਹੋਰ ਤਰ੍ਹਾਂ, ਔਰ ਇੱਕ ਪੀੜਾ ਦਾ ਆਰੰਭ ਬਾਕੀਆਂ ਦੇ ਲਈ ਆ ਰਿਹਾ ਹੈ, ਜਿਹਨੂੰ ਮਹਾ ਕਲੇਸ਼ ਕਿਹਾ ਜਾਂਦਾ ਹੈ। ਅੱਜ ਬਹੁਤ ਸਾਰੇ ਸੇਵਕ ਜਿਨ੍ਹਾਂ ਨੇ ਬਹੁਤ ਬਹੁਤ ਲੰਬੀ ਉਮਰ ਲਾ ਦਿੱਤੀ ਆ, ਲੇਕਿਨ ਫਿਰ ਵੀ ਕਈ ਵਾਰੀ ਜਦੋਂ ਆਪਣੀ ਬੁੱਧੀ ਤੋਂ ਕੰਮ ਲੈਂਦੇ ਆ ਤੇ ਫਿਰ ਕੰਮ ਜਿਹੜਾ ਵਿਗੜ ਜਾਂਦਾ ਹੈ। ਉਹਨਾਂ 'ਚ ਅਸੀਂ ਵੀ ਹੋ ਸਕਦੇ, ਕੱਲ੍ਹ ਨੂੰ ਅਸੀਂ ਵੀ ਬੁੱਧੀ ਤੋਂ ਕੰਮ ਲੈ ਸਕਦੇ ਹਾਂ, ਔਰ ਜਦੋਂ ਬੁੱਧੀ ਤੋਂ ਕੰਮ ਲਵਾਂਗੇ ਫਿਰ ਵਚਨ ਦਾ ਜਿਹੜਾ ਪ੍ਰਕਾਸ਼ਨ ਆ ਉਹ ਖਰਾਬ ਹੋ ਜਾਂਦਾ ਹੈ, ਫਿਰ ਲੋਕਾਂ ਨੂੰ ਸਮਝ ਨਹੀਂ ਆਉਂਦਾ। ਸੋ ਅਸੀਂ ਇੰਨੇ ਵੇਰਵੇ ਦੇ ਕੇ ਤਾਂ ਸਮਝਾਉਂਦੇ ਆ, ਉਹ ਜਿਹੜੇ ਖਰਾਬ ਕਰਦੇ ਆ ਨਾ, ਇੱਕ ਅੱਧੀ ਗੱਲ ਨੂੰ ਵਿੱਚੋਂ ਚੁੱਕਦੇ ਆ ਤੇ ਉਹਦੇ ਉੱਤੇ ਇੱਕ ਪੈਗਾਮ ਦੇ ਦਿੰਦੇ ਆ ਤੇ ਉਹਦੇ ਉੱਤੇ ਜ਼ੋਰ ਦੇ ਦੇ ਕੇ ਤੇ ਦਬਾਅ ਪਾ ਕੇ ਉਹਨੂੰ ਦੱਸਣ ਦੀ ਕੋਸ਼ਿਸ਼ ਕਰਦੇ ਆ। ਲੇਕਿਨ ਅਸੀਂ ਜਿਹੜੀ ਵੀ ਗੱਲ ਦੱਸਦੇ ਪਏ ਆ, ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਨੂੰ ਇਹ ਦੱਸਿਆ ਵੀ ਮੈਂ 100 ਗੱਲਾਂ ਤੁਹਾਡੇ ਨਾਲ ਸਹੀ ਕਰ ਦੇਵਾਂ ਤੇ ਤੁਸੀਂ ਜਿਹੜੀ ਮੈਂ ਬਾਅਦ ਚ 100 ਗੱਲਾਂ ਤੋਂ ਬਾਅਦ ਅਗਲੀ ਗੱਲ ਕਰਾਂ, ਤੁਸੀਂ ਇਸ ਲਈ ਨਹੀਂ ਉਹਨੂੰ ਕਬੂਲ ਕਰਨਾ ਕਿ ਮੈਂ 100 ਗੱਲਾਂ ਠੀਕ ਕੀਤੀਆਂ, ਤੁਸੀਂ ਇਸ ਲਈ ਨਹੀਂ ਯਕੀਨ ਕਰਨਾ ਕਿ ਮੈਂ ਕੋਈ ਬਹੁਤ ਚੰਗਾ ਇਨਸਾਨ ਹੋ ਸਕਦਾ, ਕਿਉਂਕਿ ਵਚਨ ਦੱਸਦਾ ਹੈ ਹਾਏ ਉਹਦੇ ਉੱਤੇ ਜਿਹੜਾ ਕਿਸੇ ਮਰਦ ਦੇ ਉੱਤੇ ਭਰੋਸਾ ਰੱਖੇ, ਤੇ ਮੁਬਾਰਕ ਹੋਵੇਗਾ ਉਹ ਜਿਹਦਾ ਯਹੋਵਾ ਪਰਮੇਸ਼ਰ ਦੇ ਉੱਤੇ ਭਰੋਸਾ ਹੋਵੇ। ਸੋ ਤੁਹਾਡਾ ਭਰੋਸਾ ਦੁਨੀਆ ਦੇ ਕਿਸੇ ਵੀ ਇਨਸਾਨ ਦੇ ਉੱਤੇ ਨਹੀਂ ਹੋਣਾ ਚਾਹੀਦਾ, ਬਲਕਿ ਸਿੱਧਾ ਸਿੱਧਾ ਤੁਹਾਡਾ ਭਰੋਸਾ ਜਿਹੜਾ ਆ ਉਹ ਵਚਨ ਦੇ ਉੱਤੇ ਹੋਣਾ ਚਾਹੀਦਾ, ਕਿਉਂਕਿ ਵਚਨ ਖੁਦਾ ਆ। ਸੋ ਇਸ ਲਈ ਅਸੀਂ ਕੋਈ ਵੀ ਗੱਲ ਦਸੀਏ, ਔਰ ਮੈਂ ਬਾਰ-ਬਾਰ ਤੁਹਾਨੂੰ ਦੱਸਦਾ ਹਾਂ, ਉਸ ਸਾਰੀ ਗੱਲ ਨੂੰ ਤੁਸੀਂ ਵਚਨ ਦੇ ਨਾਲ ਮਿਲਾ ਕੇ ਦੇਖੋ। ਅਗਰ ਤੇ ਵਚਨ ਉਸ ਚੀਜ਼ ਦੇ ਉੱਤੇ ਮੋਹਰ ਲਾਵੇ ਤੇ ਤੁਸੀਂ ਉਹਨੂੰ ਮੰਨਿਓ, ਅਗਰ ਮੋਹਰ ਨਾ ਲਾਵੇ ਤੇ ਫਿਰ ਨਹੀਂ ਤੁਸੀਂ ਮੰਨਣਾ। ਬੇਸ਼ੱਕ ਤੁਸੀਂ ਸਾਨੂੰ ਇੱਜ਼ਤ ਦਿੰਦੇ ਹੋਵੋ, ਬੇਸ਼ੱਕ ਤੁਸੀਂ ਸਾਨੂੰ ਰਿਸਪੈਕਟ ਦਿੰਦੇ ਹੋਵੋ, ਲੇਕਿਨ ਵਚਨ ਦੇ ਨਾਲ ਤੁਸੀਂ ਕਦੇ ਸਮਝੌਤਾ ਨਹੀਂ ਕਰਨਾ। ਮੇਰੇ ਲਈ ਕਿੱਡਾ ਵੀ ਵੱਡਾ ਅਭਿਸ਼ਿਕਤ ਦਾਸ ਹੋਵੇ, ਕੋਈ ਵੀ ਹੋਵੇ, ਮੇਰੇ ਲਈ ਸਭ ਤੋਂ ਵੱਡਾ, ਮੈਂ ਕਈ ਵਾਰੀ ਦੱਸਿਆ, ਮੇਰੇ ਲਈ ਸਭ ਤੋਂ ਉੱਤਮ ਤੇ ਸਭ ਤੋਂ ਉੱਪਰ ਜਿਹੜੀ ਕਦਰ ਹੈ ਉਹ ਵਚਨ ਦੀ ਹੈ, ਔਰ ਮੇਰੇ ਲਈ ਵਚਨ ਹੀ ਸਭ ਕੁਛ ਹੈ। ਔਰ ਉਹ ਕਿੱਡਾ ਵੀ ਅਭਿਸ਼ਿਕਤ ਦਾਸ ਦਵੇ, ਮੈਂ ਉਹਨੂੰ ਵਚਨ ਦੇ ਨਾਲ ਮੇਲ ਕਰਕੇ ਦੇਖਾਂਗਾ। ਅਗਰ ਵਚਨ ਉਹਦੇ ਉੱਤੇ ਮੋਹਰ ਲਾਵੇ ਤੇ ਮੇਰੇ ਲਈ ਉਹ ਕਬੂਲ ਆ, ਅਗਰ ਵਚਨ ਮੋਹਰ ਨਹੀਂ ਲਾਉਂਦਾ ਤੇ ਮੈਂ ਉਹਨੂੰ ਕਿਸੇ ਵੀ ਕੀਮਤ ਉੱਤੇ ਨਹੀਂ ਮੰਨਦਾ। ਇਹੋ ਹੀ ਮਸ਼ਵਰਾ ਮੇਰਾ ਤੁਹਾਡੇ ਲਈ ਹੈ ਕਿ ਤੁਸੀਂ ਹਰ ਗੱਲ ਨੂੰ ਵਚਨ ਦੇ ਨਾਲ ਮਿਲਾ ਕੇ ਦੇਖਣਾ ਆ। ਦੂਜੇ ਵੀ ਜਿਹੜੇ ਕਹਿੰਦੇ ਆ ਉਹਨਾਂ ਨੂੰ ਵੀ ਵਚਨ ਦੇ ਨਾਲ ਮਿਲਾ ਕੇ ਦੇਖ ਲਓ, ਅਸੀਂ ਵੀ ਜਿਹੜੀ ਗੱਲ ਕਹਿੰਦੇ ਆ ਉਹਨੂੰ ਵੀ ਵਚਨ ਦੇ ਨਾਲ ਮਿਲਾ ਕੇ ਦੇਖ ਲਓ, ਤੇ ਵਚਨ ਜਿਹੜੀ ਚੀਜ਼ ਤੇ ਮੋਹਰ ਲਾਵੇ ਉਹ ਫਿਰ ਮੰਨ ਲਿਓ। ਨਾ ਸਾਡੀ ਮੰਨੋ, ਨਾ ਦੂਸਰਿਆਂ ਦੀ ਮੰਨੋ, ਵਚਨ ਨੂੰ ਮੰਨੋ, ਕਿਉਂਕਿ ਵਚਨ ਹੀ ਸਭ ਤੋਂ ਉੱਤਮ ਹੈ। ਜਿੱਦਾਂ ਅਸੀਂ ਪਿਛਲੇ ਦਿਨਾਂ 'ਚ ਵਚਨ ਦੀ ਅਹਿਮੀਅਤ ਨੂੰ ਪੜ੍ਹ ਚੁੱਕੇ ਹਾਂ, ਦੇਖ ਚੁੱਕੇ ਹਾਂ, ਸੁਣ ਚੁੱਕੇ ਹਾਂ। ਸੋ ਸਾਡੇ ਲਈ ਕੋਈ ਇਨਸਾਨ ਅਹਿਮੀਅਤ ਨਹੀਂ ਰੱਖਦਾ, ਚਾਹੇ ਉਹ ਛੋਟਾ ਦਾਸ ਹੋਵੇ, ਚਾਹੇ ਉਹ ਬਹੁਤ ਵੱਡਾ ਦਾਸ ਹੋਵੇ, ਚਾਹੇ ਉਹਦੇ ਕੋਲ 2-4 ਲੋਕ ਹੋਣ ਤੇ ਚਾਹੇ ਉਹਦੇ ਕੋਲ 2-4 ਲੱਖ ਲੋਕ ਹੋਣ, ਚਾਹੇ 2 ਕਰੋੜ ਲੋਕ ਕਿਉਂ ਨਾ ਹੋਣ। ਸਾਡੇ ਲਈ ਵਚਨ ਦੀ ਅਹਿਮੀਅਤ ਹੈ, ਕਿਸੇ ਇਨਸਾਨ ਦੀ ਅਹਿਮੀਅਤ ਨਹੀਂ। ਬੇਸ਼ੱਕ ਕਿਸੇ ਦੁਆਰਾ ਰੋਜ਼ ਮੁਰਦੇ ਵੀ ਕਿਉਂ ਨਾ ਜਿੰਦੇ ਹੁੰਦੇ ਹੋਣ, ਸਾਡੇ ਲਈ ਵਚਨ ਦੀ ਅਹਿਮੀਅਤ ਹੈ, ਮੁਰਦਿਆਂ ਦੇ ਜੀ ਉੱਠਣ ਦੀ ਅਹਿਮੀਅਤ ਨਹੀਂ। ਕਿੰਨੀਆਂ ਵੀ ਭਵਿੱਖਬਾਣੀਆਂ ਕਿਉਂ ਨਾ ਪੂਰੀਆਂ ਹੋਈਆਂ ਹੋਣ, ਸਾਡੇ ਲਈ ਵਚਨ ਦੀ ਅਹਿਮੀਅਤ ਆ, ਇਨਸਾਨ ਦੀ ਅਹਿਮੀਅਤ ਨਹੀਂ ਹੈ। ਕਿਉਂਕਿ ਜੇ ਪਰਮੇਸ਼ਵਰ ਨਾ ਬੁਲਾਵੇ ਤੇ ਇਨਸਾਨ ਬੋਲ ਨਹੀਂ ਸਕਦਾ, ਜੇ ਪਰਮੇਸ਼ਵਰ ਕੰਮ ਨਾ ਕਰੇ ਤੇ ਇਨਸਾਨ ਕਰ ਸਕਦਾ ਨਹੀਂ ਹੈ। ਸੋ ਤੁਸੀਂ ਆਪਣਾ ਸਾਰਾ ਈਮਾਨ ਵਚਨ ਦੇ ਉੱਤੇ ਰੱਖਣਾ ਆ। ਸਹੀ ਗੱਲ ਨੂੰ ਕਬੂਲ ਕਰੋ, ਜਿਹੜੀ ਅਸੀਂ ਕਹਿੰਦੇ ਆ, ਅਗਰ ਉਹ ਸਹੀ ਲੱਗੇ ਤੇ ਕਬੂਲ ਕਰੋ, ਅਗਰ ਉਹ ਸਹੀ ਨਾ ਲੱਗੇ ਤੇ ਛੱਡ ਦਿਓ ਉਹਨੂੰ। ਸੋ ਫਿਰ ਵੱਧਦੇ ਆ। ਇੱਕ ਤੇ ਉਹ ਆ ਜਿਹੜੀ ਦੁਲਹਨ ਆ, ਜਿਹਨੂੰ ਅੱਜ ਬੜੇ ਸਾਰੇ ਸੇਵਕ ਅੱਜ ਵੀ ਇੱਕ ਨੂੰ ਸੁਣ ਰਹੇ ਸੀ, ਬੜੇ ਦੇਖਣ ਨੂੰ ਬਹੁਤ ਅੱਛੇ ਦਾਸ ਲੱਗ ਰਹੇ ਸੀਗੇ, ਔਰ ਸੰਤ ਰੂਪੀ ਦਾਸ ਸੀਗੇ। ਬਕਾਇਦਾ ਉਹਨਾਂ ਨੇ ਸਾਡੇ ਇੰਡੀਆ ਦੇ ਕਲਚਰ ਦੇ ਮੁਤਾਬਕ ਉਹਨਾਂ ਨੇ ਭਗਵੇਂ ਕੱਪੜੇ ਪਾਏ ਹੋਏ ਸੀਗੇ, ਬੜੀ ਸੋਹਣੀ ਖੂਬਸੂਰਤ ਖੁੱਲੀ ਦਾੜੀ ਸੀ, ਲੰਬੇ ਬਾਲ ਸੀਗੇ, ਔਰ ਇੰਟੈਲੀਜੈਂਟ ਵੀ ਸੀਗੇ, ਅੰਗਰੇਜ਼ੀ ਵਗੈਰਾ ਵੀ ਵਧੀਆ ਬੋਲ ਲੈਂਦੇ ਆ, ਦੁਨੀਆ ਦੇ ਫੇਮਸ ਆ। ਉਹ ਵੀ ਅੱਜ ਦੱਸ ਰਹੇ ਸੀ ਬੜਾ ਜ਼ੋਰ ਦੇ ਕੇ, ਔਰ
ਪ੍ਰਕਾਸ਼ਨ ਗਲਤ ਦੱਸ ਰਹੇ ਸੀਗੇ ਤੇ ਵਿੱਚ ਯਿਸੂ ਮਸੀਹ ਨੂੰ ਰੱਖ ਰਹੇ ਸੀ। ਤੇ ਮੈਨੂੰ ਬੜਾ ਅਫਸੋਸ ਹੋ ਰਿਹਾ ਸੀ ਸੁਣ ਕੇ। ਕਹਿੰਦੇ ਪ੍ਰਭੂ ਯਿਸੂ ਮਸੀਹ ਮੇਰੇ ਕੋ ਆਇਆ, ਪ੍ਰਭੂ ਯਿਸੂ ਮਸੀਹ ਨੇ ਮੈਨੂੰ ਕਿਹਾ ਮੈਂ ਤੈਨੂੰ ਅੱਜ ਇੱਕ ਸੁਨੇਹਾ ਦੇਣ ਆਇਆ ਹਾਂ। ਫਿਰ ਪ੍ਰਭੂ ਯਿਸੂ ਮਸੀਹ ਮੇਰੇ ਨਾਲ ਗਿਆ। ਸੋ ਪਤਾ ਨਹੀਂ ਲੱਗਦਾ ਲੋਕੀ ਕਿੱਦਾਂ ਇਹ ਗੱਲਾਂ ਕਰ ਲੈਂਦੇ ਆ, ਕਿਉਂਕਿ ਵਚਨ ਦੇ ਅਨੁਸਾਰ ਪ੍ਰਭੂ ਯਿਸੂ ਮਸੀਹ ਜਦੋਂ ਸਵਰਗ ਦੇ ਵਿੱਚ ਉਠਾਏ ਗਏ ਆ ਤੇ ਉਸ ਤੋਂ ਬਾਅਦ ਉਹਨਾਂ ਦਾ ਕਿਹੋ ਜਿਹਾ ਰੂਪ ਆ, ਕਿਹੋ ਜਿਹਾ ਰੰਗ ਆ, ਕਿਹੋ ਜਿਹੀ ਉਹਨਾਂ ਦੀ ਸੂਰਤ ਆ, ਕਿਸੇ ਨੂੰ ਕੋਈ ਪਤਾ ਨਹੀਂ। ਤੇ ਰੱਬ ਜਾਣਦਾ ਕਿਹੜਾ ਯਿਸੂ ਮਸੀਹ ਇਹਨਾਂ ਦੇ ਕੋਲ ਆਉਂਦਾ ਆ ਤੇ ਕਿੱਦਾਂ ਉਹਨੂੰ ਯਿਸੂ ਮਸੀਹ ਮੰਨ ਲੈਂਦੇ ਆ ਤੇ ਕਿੱਦਾਂ ਉਹਦੇ ਨਾਲ ਚੱਲ ਪੈਂਦੇ ਆ ਜਾਂ ਕਿੱਦਾਂ ਉਹ ਇਹਨਾਂ ਨਾਲ ਚੱਲ ਪੈਂਦਾ ਆ। ਇਹਦੇ ਬਾਰੇ ਹੁਣ ਕੀ ਕਹੀਏ, ਤੁਹਾਡੇ ਕੋਲ ਵਚਨ ਹੈ, ਤੁਸੀਂ ਆਪ ਦੇਖ ਲੈਣਾ, ਕਿਉਂਕਿ ਵਚਨ ਤੋਂ ਉੱਪਰ ਕੁਛ ਨਹੀਂ ਹੈ। ਸੋ ਇਹ ਯਾਦ ਰੱਖੋ ਕਿ ਇਹ ਜਿਹੜੇ ਲੋਕ ਆ ਨਾ, ਇਹ ਜਿਹੜੇ ਕਹਿੰਦੇ ਵੀ ਕਲੀਸਿਆ ਨੇ ਮਹਾਕਲੇਸ਼ ਦੇ ਵਿੱਚ ਜਾਣਾ ਆ, ਇਹਨਾਂ ਨੂੰ ਵਿਚਾਰਿਆਂ ਨੂੰ ਅਜੇ ਤੱਕ ਇੰਨੀ ਗੱਲ ਦਾ ਪਤਾ ਨਹੀਂ ਲੱਗਾ। ਮਾਮੂਲੀ ਜਿਹੀ ਗੱਲ ਆ, ਕਲੇਸ਼ ਤੇ ਮਹਾਕਲੇਸ਼, ਇਹ ਫਰਕ ਦਾ ਨਹੀਂ ਪਤਾ ਲੱਗਦਾ ਪਿਆ। ਕਲੇਸ਼ ਤੇ ਮਹਾਕਲੇਸ਼। ਬਾਦਸ਼ਾਹ ਨੀਰੋ ਦੇ ਜ਼ਮਾਨੇ ਵਿੱਚ ਕਲੀਸਿਆ ਦੇ ਉੱਤੇ ਜਿਹੜੀ ਸਤਾਵਟ ਆਈ ਹੈ ਨਾ, ਤੁਸੀਂ ਮੰਨ ਕੇ ਚਲੋ ਵੀ ਸੇਮ ਉਦਾਂ ਦੀ ਸਤਾਵਟ ਹੀ ਹੋਣੀ ਹੈ ਜਦ ਮਹਾਕਲੇਸ਼ ਵਿੱਚ ਆ। ਲੇਕਿਨ ਉਹ 'ਚ ਵਚਨ ਥੋੜਾ ਉੱਤੇ ਜ਼ਿਆਦਾ ਜ਼ੋਰ ਦਿੰਦਾ, ਕਿਉਂਕਿ ਲਿਖਿਆ ਵੀ ਉਹ ਦਿਨ ਘਟਾਏ ਨਾ ਜਾਂਦੇ ਤੇ ਕੋਈ ਸਰੀਰ ਨਾ ਬਚਦਾ। ਉਹਦੇ ਵਿੱਚ ਜਿਹੜਾ ਵਿਰੋਧੀ ਨੂੰ ਪੂਰੀ ਤਾਕਤ ਦਿੱਤੀ ਜਾਣੀ ਆ, ਉਹ ਇਨਸਾਨਾਂ ਦੇ ਦੁਆਰਾ ਤਸ਼ੱਦਦ ਹੋਇਆ ਤੇ ਉਹ ਸਾਖਸ਼ਾਤ ਮਸੀਹ ਵਿਰੋਧੀ ਦੇ ਦੁਆਰਾ ਹੋਣਾ। ਬਸ ਇੰਨਾ ਫਰਕ ਆ। ਲੇਕਿਨ ਇੱਕ ਗੱਲ ਪੱਕੀ ਆ, ਵਿਰੋਧੀ ਦੇ ਸਮੇਂ ਵਿੱਚ ਫਿਰ ਉਹ ਕਹਿੰਦਾ ਜਿਹੜਾ ਮੋਹਰ ਲਵਾ ਲੂਗਾ ਤੇ ਉਹ ਵਿਰੋਧੀ ਉਹਨੂੰ ਛੱਡ ਦਊਗਾ। ਪਰ ਉੱਥੇ ਤੇ ਇਦਾਂ ਦਾ ਆਪਸ਼ਨ ਵੀ ਨਹੀਂ ਸੀ। ਨੀਰੋ ਬਾਦਸ਼ਾਹ ਦੇ ਜ਼ਮਾਨੇ 'ਚ ਇਦਾਂ ਦਾ ਆਪਸ਼ਨ ਨਹੀਂ ਸੀ। ਲੋਕ ਦਰਖਤਾਂ ਦੇ ਨਾਲ ਬੰਨ੍ਹ ਕੇ, ਰਾਲ ਲਾ ਕੇ ਤੇ ਅੱਗ ਲਾ ਕੇ ਸੁਲਗਦੇ ਹੁੰਦੇ ਸੀ। ਇਹ ਸਤਾਵਟ ਕਲੇਸ਼ ਦੇ ਵਿੱਚ ਸੀ ਕਲੀਸਿਆ। ਬੱਬਰ ਸ਼ੇਰਾਂ ਦੇ ਅੱਗੇ ਸਾਰੇ ਦਾ ਸਾਰਾ ਟੱਬਰ ਸੁੱਟਦਾ ਦਿੱਤਾ ਗਿਆ, ਮਾਵਾਂ ਦੇ ਹੱਥਾਂ 'ਚੋਂ ਬੱਚੇ ਖੋਹ ਕੇ ਲੈ ਗਏ ਬੱਬਰ ਸ਼ੇਰ। ਇਹ ਕਲੇਸ਼ ਦਾ ਸਮਾਂ ਸੀ ਉਹਨਾਂ ਦੇ ਲਈ। ਤੇ ਲਿਖਿਆ ਪੀੜਾ ਦਾ ਆਰੰਭ। ਪੀੜਾ ਦਾ ਆਰੰਭ ਉਦੋਂ ਹੀ ਹੋ ਗਿਆ ਸੀ। ਇਹਨਾਂ ਨੂੰ ਇਹ ਨਹੀਂ ਸਮਝ ਆਉਂਦੀ। ਇਹ ਖਰੇ ਸੋਚਦੇ ਵੀ ਉਦੋਂ ਜਦੋਂ ਮਹਾਕਲੇਸ਼ ਹੋਣਾ ਉਦੋਂ ਪੀੜਾ ਦਾ ਆਰੰਭ ਹੋਣਾ ਹੈ। ਕਲੀਸਿਆ ਦੇ ਲਈ ਪੀੜਾ ਦਾ ਆਰੰਭ ਚੱਲਦਾ ਹੀ ਆ ਰਿਹਾ ਹੈ ਪੈਂਤੀਕੋਸ ਦੇ ਦਿਨ ਤੋਂ, ਜਿੱਦਣ ਪਤਰਸ ਉਹਨਾਂ ਨੇ ਪਹਿਲਾ ਪ੍ਰਚਾਰ ਕੀਤਾ। ਉਹਦੇ ਨਾਲ ਹੀ ਉਸ ਤੋਂ ਬਾਅਦ ਹੀ ਬਗਾਵਤਾਂ ਸ਼ੁਰੂ ਹੋ ਗਈਆਂ। ਥੋੜੀ ਦੇਰ ਬਾਅਦ ਹੀ ਇਸਤਫਾਨ ਜਿਹੜਾ ਸੀਗਾ ਉਹ ਮਾਰਿਆ ਗਿਆ ਹੈ। ਕਲੀਸਿਆ ਦਾ ਤੇ ਵਿਚਾਰਿਆਂ ਦਾ ਮਾੜਾ ਦਿਨ ਸ਼ੁਰੂ ਉਦਣ ਹੋ ਗਿਆ ਸੀ। ਉਦਣ ਤੋਂ ਹੀ ਪਤਰਸ ਉਹਨਾਂ ਨੂੰ ਪਹਿਲਾਂ ਧਮਕੀਆਂ ਮਿਲਦੀਆਂ, ਫਿਰ ਇਸਤਫਾਨ ਨੂੰ, ਸਟੀਫਨ ਨੂੰ ਮਾਰ ਦਿੱਤਾ ਜਾਂਦਾ ਹੈ। ਉਸ ਤੋਂ ਬਾਅਦ ਪਤਰਸ ਉਹਨਾਂ ਦੇ ਉੱਤੇ, ਪਲੂਸ ਉਹਨਾਂ ਦੇ ਉੱਤੇ, ਪਤਰਸ ਨੂੰ ਚੱਕ ਕੇ ਜੇਲ੍ਹ 'ਚ ਸੁੱਟ ਦਿੱਤਾ ਜਾਂਦਾ ਹੈ। ਸਤਾਵਟ ਯਾਨੀ ਕਿ ਕਲੇਸ਼ ਦਾ ਸਮਾਂ ਕਲੀਸਿਆ ਦੇ ਲਈ ਚੱਲਦਾ ਹੀ ਆ ਰਿਹਾ ਹੈ ਤੇ ਰੈਪਚਰ ਤੱਕ ਕਲੀਸਿਆ ਕਲੇਸ਼ ਦੇ ਵਿੱਚ ਹੈ। ਅਗਰ ਕੋਈ ਕਹਿੰਦਾ ਹੈ ਕਿ ਕਲੀਸਿਆ ਕਲੇਸ਼ ਦੇ ਵਿੱਚ ਗੁਜ਼ਰ ਰਹੀ ਆ ਤੇ ਰੈਪਚਰ ਦੇ ਦਿਨ ਤੱਕ ਗੁਜ਼ਰੇਗੀ, ਅਸੀਂ ਬਿਲਕੁਲ ਸਹਿਮਤ ਹਾਂ, ਅਸੀਂ ਉਸ ਚੀਜ਼ ਨੂੰ ਨਹੀਂ ਕੱਟਦੇ। ਲੇਕਿਨ ਆਹ ਜਿਹੜੀ ਗੱਲ ਕਰਦੇ ਨਾ, ਕਲੀਸਿਆ ਨੇ ਉਸ ਮਹਾਕਲੇਸ਼ ਦੇ ਵਿੱਚ ਜਾਣਾ ਆ, ਇਹ ਨਹੀਂ ਕੋਈ, ਅਸੀਂ ਤਾਂ ਸਿੱਧਾ ਹੀ ਸ਼ਰੇਆਮ ਹੀ ਚੈਲੰਜ ਕਰਦੇ ਹਾਂ। ਜਿੱਥੇ ਮਰਜੀ, ਭਾਵੇਂ ਟੈਲੀਵਿਜ਼ਨ ਤੇ ਆ ਜਾਓ, ਕਿਤੇ ਵੀ ਡਿਬੇਟ ਕਰ ਲਓ, ਪੰਡਾਲ ਲਾ ਲਓ, ਜਿੱਥੇ ਮਰਜੀ ਆ ਕੇ ਬਹਿ ਜਾਓ। ਏਦਾਂ ਨਹੀਂ ਘਰ ਬੈਠੇ ਨਾ ਮੁਕਾਸ਼ਵੇ ਕਰੋ। ਜਿੱਥੇ ਮਰਜੀ ਅਸੀਂ ਖੁੱਲਾ ਚੈਲੰਜ ਦਿੰਦੇ ਹਾਂ, ਖੁੱਲਾ, ਪੂਰਾ ਖੁੱਲਾ ਚੈਲੰਜ। ਜਿੱਡਾ ਮਰਜੀ ਕਾਦਾਵਰ ਹੋਵੇ, ਜਿੱਡਾ ਮਰਜੀ ਉਹ ਗਿਆਨ ਰੱਖਦਾ ਹੋਵੇ, ਜੋ ਮਰਜੀ ਹੋਵੇ, ਕਿੱਡੇ ਵੀ ਤਜਰਬੇ ਹੋਣ, ਭਾਵੇਂ ਉਹਨੂੰ 50-60 ਸਾਲ ਸੇਵਾ ਕਰਦੇ ਨੂੰ ਹੋ ਗਏ ਹੋਣ, ਕਿੰਨੀ ਵੀ ਉਹਦੀ ਇੱਜ਼ਤ ਮਾਣ ਹੋਵੇ, ਉਹ ਇੱਜ਼ਤ ਮਾਣ ਆਪਣੀ ਜਗ੍ਹਾ ਦੇ ਉੱਤੇ ਹੈ, ਲੇਕਿਨ ਕਲਾਮ ਦੇ ਨਾਲ ਸਮਝੌਤਾ ਨਹੀਂ। ਸੋ ਇਹ ਵੀਡੀਓ ਅਗਰ ਕਿਸੇ ਤੱਕ ਵੀ ਪਹੁੰਚੇ ਤੇ ਨੰਬਰ ਸਾਰਾ ਤੇ ਮੇਰੇ ਪਾਏ ਹੋਏ, ਮੈਂ ਜਿਹੜਾ ਮਰਜੀ ਆ ਜਾਵੇ, ਅਸੀਂ ਉਹਦੇ ਨਾਲ ਡਿਬੇਟ ਕਰਨ ਲਈ ਇਸ ਵਿਸ਼ੇ ਦੇ ਉੱਤੇ ਹਮੇਸ਼ਾ ਰੈਡੀ ਹਾਂ। ਅਗਰ ਉਹ ਵਚਨ ਦੇ ਵਿੱਚੋਂ ਪਬਲਿਕਲੀ ਬੈਠੇ ਸਾਡੇ ਨਾਲ ਤੇ ਰੈਫਰੈਂਸ ਦੇ ਕੇ ਸਾਬਤ ਕਰ ਦੇਵੇ, ਕਿਉਂਕਿ ਮੈਂ ਜੋ ਕੁਝ ਤੁਹਾਨੂੰ ਦੱਸ ਦਿੱਤਾ ਹੈ ਔਰ ਜਿੰਨੇ ਮੈਂ ਰੈਫਰੈਂਸ ਦੇ ਕੇ ਦੱਸ ਦਿੱਤਾ ਹੈ, ਇਸ ਤੋਂ ਅੱਗੇ ਮੈਂ ਨਹੀਂ ਸਮਝਦਾ ਵੀ ਬੰਦਾ ਫਿਰ ਗੱਲ ਕੋਈ ਕਰ ਲਵੇ। ਹਾਲੇਲੂਇਆ। ਮੈਂ ਨਹੀਂ ਸਮਝਦਾ ਇਸ ਤੋਂ ਅੱਗੇ ਕੋਈ ਗੱਲ ਹੋਊਗੀ, ਕਿਉਂਕਿ ਕੋਈ ਗੱਲ ਛੱਡੀ ਹੈਗੀ ਨਹੀਂ ਹੈ। ਸੋ ਪਿਆਰਿਓ, ਇਸ ਗੱਲ ਨੂੰ ਸਮਝੋ ਕਿ ਵਚਨ ਤੋਂ ਉੱਪਰ ਕੋਈ ਨਿਗਾ। ਕੱਦ ਨਾ ਦੇਖੋ ਬੰਦੇ ਦਾ, ਇਹ ਦੇਖੋ ਵਚਨ ਨਾਲ ਮਿਲਦਾ ਤੇ ਫਿਰ ਮੰਨ ਲਓ, ਨਹੀਂ ਤੇ ਨਾ ਸੀ, ਹਨਾ। ਸੋ ਮੈਂ ਤੁਹਾਡੇ ਕੋਲ ਸਾਰੇ ਰੈਫਰੈਂਸ, ਮਤਲਬ ਉਸ ਤੋਂ ਬਾਅਦ ਤੇ ਇੱਕ ਅਣਜਾਣ ਬੰਦਾ ਜਿਹੜਾ ਪਹਿਲੀ ਕਲਾਸ ਦਾ ਬੰਦਾ ਵੀ ਕਿਸੇ ਨੂੰ ਗੱਲ ਨਹੀਂ ਕਰਨ ਦਊਗਾ, ਜਿੰਨਾ ਕੁਛ ਮੈਂ ਤੁਹਾਨੂੰ ਦੱਸ ਦਿੱਤਾ ਹੈ ਤੇ ਔਰ ਬੜੀ ਤਰਤੀਬ ਨਾਲ ਦੱਸਿਆ ਹੈ। ਅੱਗੇ ਹੋਰ ਜ਼ਿਆਦਾ ਇਹਨੂੰ ਖੋਲ ਕੇ ਦੱਸਾਂਗੇ। ਉਹੀ ਗੱਲਾਂ ਜਿਹੜੀਆਂ ਦੱਸੀਆਂ
ਉਹਨਾਂ ਨੂੰ ਬਾਰ-ਬਾਰ ਰਿਪੀਟ ਇਸੇ ਕਰਕੇ ਅਸੀਂ ਕਰਦੇ ਹਾਂ। ਪਾਸਟਰ ਤਸੀਮ ਜੀ, ਜੈਮ ਸਿੱਕੀ, ਵੈਲਕਮ ਤੁਹਾਡਾ ਜੀ, ਖੁਦਾ ਤੁਹਾਨੂੰ ਬਹੁਤ ਆਸ਼ੀਸ਼ ਦੇਵੇ। ਸੋ ਬਾਰ-ਬਾਰ ਰਿਪੀਟ ਕਰਨ ਦਾ ਮਤਲਬ ਇਹੀ ਤੁਹਾਡੇ ਦਿਮਾਗ ਦੇ ਵਿੱਚ ਬਿਲਕੁਲ ਫਿੱਟ ਬਹਿ ਜਾਵੇ। ਸਿਰਫ ਲਿਖਿਆ ਹੀ ਨਹੀਂ, ਇੱਥੇ ਲਿਖੋ ਤਾਂ ਕਿ ਤੁਸੀਂ ਕਿਸੇ ਨਾਲ ਵੀ ਗੱਲ ਕਰ ਸਕੋ। ਸ਼ਰੇਆਮ ਤੁਸੀਂ ਚੈਲੰਜ ਕਰਕੇ ਅਗਲੇ ਨੂੰ ਕਹਿ ਸਕਦੇ ਹੋ, ਭਾਈ ਸਾਹਿਬ ਵੀ ਆਓ ਤੇ ਬੈਠੋ ਤੇ ਸਾਬਤ ਕਰੋ। ਸੋ ਫਿਰ ਮੈਂ ਕਹਿੰਦਾ ਕਲੇਸ਼ ਦਾ ਪੀਰੀਅਡ ਕਲੀਸਿਆ ਦੇ ਲਈ ਪੀੜਾਂ ਦਾ ਆਰੰਭ ਪੈਂਤੇਕੋਸਤ ਦੇ ਦਿਨ ਤੋਂ ਤੁਰੰਤ ਬਾਅਦ ਹੀ ਹੋ ਗਿਆ ਸੀਗਾ ਔਰ ਅੱਜ ਤੱਕ ਚੱਲਦਾ ਹੈ। ਕਲੇਸ਼ ਦੇ ਵਿੱਚ ਹੀ ਚੱਲੀ ਆ ਰਹੀ ਹੈ। ਲੇਕਿਨ ਕਲੀਸਿਆ ਕਦੇ ਵੀ ਮਹਾ ਕਲੇਸ਼ ਦੇ ਵਿੱਚ, ਯਾਨੀ ਕਿ ਜਿਹੜੀ ਦੁਲਹਨ ਹੈ ਨਾ, ਇੱਥੇ ਅਸੀਂ ਦੇਖਦੇ ਦੋ ਤਰ੍ਹਾਂ ਦੇ ਲੋਕ। ਇੱਕ ਉਹ ਜਿਹੜੇ ਦੁਲਹਨ ਲਈ ਤਿਆਰ ਹੋ ਰਹੇ ਹਨ, ਦੂਸਰੇ ਉਹ ਜਿਨ੍ਹਾਂ ਨੇ ਸਿਰਫ ਕਬੂਲ ਕੀਤਾ ਪਰ ਆਪਣੇ ਜੀਵਨ ਵਿੱਚ ਮੁਕਤੀ ਦੇ ਕੰਮ ਨੂੰ ਪੂਰਾ ਨਹੀਂ ਕਰ ਰਹੇ। ਦੋ ਤਰ੍ਹਾਂ ਦੇ ਲੋਕ ਆ ਅੱਜ ਦੀ ਡੇਟ 'ਚ। ਜਦੋਂ ਆਪਣੇ ਆਪ ਨੂੰ ਸਾਰੇ ਦੁਲਹਨ ਹੀ ਸਮਝਦੇ ਆ, ਅੱਜ ਦੀ ਡੇਟ ਸਾਰੇ ਆਪਣੇ ਆਪ ਨੂੰ ਕਲੀਸਿਆ ਦੀ ਗਿਣਤੀ ਦੇ ਵਿੱਚ ਹੀ ਸਮਝਦੇ ਆ। ਇਹ ਤਾਂ ਜਦੋਂ ਛਾਨਣਾ ਲੱਗਣਾ ਉਦੋਂ ਪਤਾ ਲੱਗਣਾ ਹੈ ਦਾਣੇ ਕਿਹੜੇ ਆ ਤੇ ਝਾੜ ਫੂਕ ਕਿਹੜਾ, ਹਨਾ। ਅੱਜ ਦੀ ਡੇਟ 'ਚ ਤੇ ਕਲੀਸਿਆ ਸਾਰੇ ਕਹਿੰਦੇ, ਹਰੇਕ ਬੰਦਾ ਕਹਿੰਦਾ ਸਾਡੇ ਕੋਲ ਤਾਂ ਸੁਰਗ ਦੀ ਟਿਕਟ ਪੱਕੀ ਆ, ਅਸੀਂ ਤੇ ਜਾਣਾ ਹੀ ਜਾਣਾ। ਸੋ ਉਸ ਹਿਸਾਬ ਦੇ ਨਾਲ ਉਹਨਾਂ ਦਾ ਕਹਿਣਾ ਠੀਕ ਆ। ਸਾਦਿਕ ਮਸੀਹ ਜੀ, ਜੈਮ ਸਿੱਕੀ, ਖੁਦਾ ਤੁਹਾਨੂੰ ਬਹੁਤ ਆਸ਼ੀਸ਼ ਦੇਵੇ ਜੀ। ਸੋ ਵਧਦੇ ਅੱਗੇ ਕਿ ਦੁਲਹਨ ਜਿਹੜੀ ਕਸ਼ਟ ਸਹਿ ਕੇ, ਤਕਲੀਫਾਂ ਸਹਿ ਕੇ, ਕੀਮਤ ਦੇ ਕੇ, ਖਵਾਇਸ਼ਾਂ ਆਪਣੀਆਂ ਨੂੰ ਮਾਰ ਕੇ ਪ੍ਰਭੂ ਦੇ ਵਿੱਚ ਭਗਤੀ ਵਾਲਾ ਜੀਵਨ ਜੀ ਰਹੇ ਆ, ਇੱਕ ਉਹ ਗਰੁੱਪ ਆ। ਇੱਕ ਖਵਾਇਸ਼ਾਂ ਦਾ ਭਰਿਆ ਹੋਇਆ ਗਰੁੱਪ ਆ ਜਿਨ੍ਹਾਂ ਨੂੰ ਸਿਰਫ ਔਰ ਸਿਰਫ ਆਪਣੀਆਂ ਖਵਾਇਸ਼ਾਂ ਦੇ ਨਾਲ ਮਤਲਬ ਆ, ਉੱਚ ਪਦਵੀਆਂ ਦੇ ਨਾਲ ਮਤਲਬ ਆ, ਵਧੀਆ ਜ਼ਿੰਦਗੀ ਹੋਵੇ ਇਹਦੇ ਨਾਲ ਮਤਲਬ ਆ, ਨਾਮ ਹੋਵੇ, ਸ਼ੋਹਰਤ ਹੋਵੇ ਇਹਦੇ ਨਾਲ ਮਤਲਬ ਆ, ਯਿਸੂ ਮਸੀਹ ਦੇ ਨਾਮ 'ਚ ਕਮਾਈ ਹੋਵੇ ਇਹਦੇ ਨਾਲ ਮਤਲਬ ਆ, ਯਿਸੂ ਮਸੀਹ ਵਾਲਾ ਰੁਤਬਾ ਹੋਵੇ ਇਹਦੇ ਨਾਲ ਮਤਲਬ ਆ, ਯਿਸੂ ਮਸੀਹ ਵਾਲੀ ਜਗ੍ਹਾ ਲੈ ਸਕਣ ਇਹਦੇ ਨਾਲ ਮਤਲਬ ਆ। ਸਿੱਧਾ ਕਹਿੰਦੇ ਨਹੀਂ ਪਰ ਘੱਟ ਵੀ ਕਰਦੇ ਨਹੀਂ ਆ। ਸੋ ਇਹ ਦੂਸਰਾ ਗਰੁੱਪ ਆ ਜਿਹੜਾ ਇਸ ਤਰੀਕੇ ਦੇ ਨਾਲ ਪ੍ਰਭੂ ਦੇ ਵਿੱਚ ਚੱਲ ਰਿਹਾ ਹੈ। ਸੋ ਵਚਨ ਦੇ ਅਨੁਸਾਰ ਅਸੀਂ ਸਾਰੇ ਸਿਸਟਮ ਨੂੰ ਦੇਖਦੇ ਹਾਂ। ਸੋ ਪਾਸਟਰ ਹੈਰੀ ਲਿਖ ਰਹੇ ਕਲੇਸ਼ ਦਾ ਮਤਲਬ 7 ਸਾਲ ਦਾ ਟਾਈਮ ਹੈ। ਬਿਲਕੁਲ ਜੀ। ਸੋ ਪਿਆਰਿਓ, ਅਸੀਂ ਸਮਝਦੇ ਹਾਂ ਵੀ ਸਤਾਵਟ ਕਲੀਸਿਆ ਤੇ ਚੱਲਦੀ ਆ ਰਹੀ ਆ ਤੇ ਐਂਡ ਦੇ ਦਿਨ ਤੱਕ ਚੱਲਦੀ ਰਹੇਗੀ ਜਦੋਂ ਤੱਕ ਦੁਲਹਨ ਉਠਾਈ ਨਹੀਂ ਜਾਂਦੀ। ਸੋ ਇੱਕ ਗਰੁੱਪ ਦੁੱਖ ਸਹਿਣ ਵਾਲਾ ਆ ਜਿਹਨੂੰ ਕਿ ਦੁਲਹਨ ਕਿਹਾ ਜਾਂਦਾ ਹੈ। ਇੱਕ ਗਰੁੱਪ ਦੁੱਖ ਸਹਿਣ ਵਾਲਾ ਆ ਜਿਹੜੀ ਦੁਲਹਨ ਆ, ਯਾਨੀ ਕਿ ਡਿਸਾਈਪਲ ਆ, ਚੇਲੇ ਆ, ਜਿਹੜੇ ਡਿਸਿਪਲਿਨ 'ਚ ਰਹਿ ਕੇ ਆਪਣੇ ਜੀਵਨ ਨੂੰ ਗੁਜ਼ਾਰ ਰਹੇ ਆ। ਇੱਕ ਆਏ ਆ ਮੌਜ ਮਸਤੀ ਕਰਨ ਵਾਸਤੇ, ਵੀ ਉਹਨਾਂ ਨੂੰ ਪਤਾ ਲੱਗਾ ਹੈ, ਉਹਨਾਂ ਨੂੰ ਦੱਸਿਆ ਗਿਆ ਕਿ ਪ੍ਰਭੂ ਯਿਸੂ ਮਸੀਹ ਆਸ਼ੀਸ਼ ਦੇਣ ਵਾਲਾ ਆ, ਬਰਕਤ ਦੇਣ ਵਾਲਾ ਆ, ਅਮੀਰ ਬਣਾਉਣ ਵਾਲਾ ਆ, ਵੱਡੀਆਂ ਕੰਟਰੀਆਂ ਦੇ ਵੀਜ਼ੇ ਲਵਾ ਕੇ ਦੇਣ ਵਾਲਾ ਆ, ਮਹਿਲ ਬਣਾ ਕੇ ਦੇਣ ਵਾਲਾ ਆ, ਸ਼ੋਹਰਤ ਦੇਣ ਵਾਲਾ ਆ, ਰੁਤਬੇ ਦੇਣ ਵਾਲਾ ਆ। ਇੱਕ ਉਹ ਗਰੁੱਪ ਆ ਔਰ ਉਸ ਗਰੁੱਪ ਦੇ ਕੋਲ ਪ੍ਰੌੜ ਵੀ ਜ਼ਿਆਦਾ ਆ ਔਰ ਉਹ ਆਪਣੇ ਆਪ ਨੂੰ ਮਤਲਬ ਕਹਿਣ ਦਾ ਭਾਵ ਵੀ ਸਾਬਤ ਕਰਦੇ ਆ ਵੀ ਅਸੀਂ ਤੁਹਾਡੇ ਨਾਲੋਂ ਜ਼ਿਆਦਾ ਵਧੀਆ, ਤੇ ਖੁਦਾ ਉਹਨਾਂ ਨੂੰ ਬਹੁਤ ਜ਼ਿਆਦਾ ਆਸ਼ੀਸ਼ ਦੇਵੇ। ਵਧੀਆ ਹੋ ਜਾਣ, ਮੈਂ ਤਾਂ ਕਹਿੰਦਾ ਵੀ ਸਾਡੇ ਨਾਲੋਂ ਵਧੀਆ ਹੋਣ, ਦੁਲਹਨ ਦੇ ਨਾਲੋਂ ਵਧੀਆ ਹੋਣ। ਇਸ ਤੋਂ ਵਧੀਆ ਤਾਂ ਕੋਈ ਗੱਲ ਹੀ ਨਹੀਂ ਹੋ ਸਕਦੀ, ਕਿਉਂਕਿ ਖੁਦਾ ਨੇ ਸਾਨੂੰ ਬੁਲਾਇਆ। ਇਸ ਕਰਕੇ ਅਸੀਂ ਹਰੇਕ ਲਈ ਦੁਆ ਕਰੀਏ ਕਿ ਹਰ ਬੰਦਾ ਉਸ ਮੁਕਤੀ ਨੂੰ, ਉਸ ਨਜਾਤ ਨੂੰ ਪਾਵੇ ਜਿਹਦੇ ਲਈ ਖੁਦਾ ਨੇ ਬੁਲਾਇਆ ਹੈ। ਹਾਲੇਲੂਇਆ। ਸੋ ਦੋ ਤਰ੍ਹਾਂ ਦੇ ਲੋਕਾਂ ਦੇ ਬਾਰੇ ਅਸੀਂ ਦੇਖ ਲਿਆ। ਇੱਕ ਦੁਲਹਨ ਲਈ ਤਿਆਰ ਹੋ ਰਹੇ ਆ ਤੇ ਇੱਕ ਸਿਰਫ ਆਪਣੀਆਂ ਜ਼ਰੂਰਤਾਂ, ਜ਼ਿੰਦਗੀ ਦੀਆਂ ਖਵਾਇਸ਼ਾਂ ਪੂਰੀਆਂ ਕਰਨ ਦੇ ਲਈ ਤਿਆਰ ਹੋ ਰਹੇ ਆ। ਸੋ ਅੱਗੇ ਅਸੀਂ ਦੇਖਾਂਗੇ ਇਹਨੂੰ ਤਸੱਲੀ ਦੇ ਵਿੱਚ। ਹੁਣ ਅਸੀਂ ਇੱਥੇ 6 ਕਿਸਮ ਦੇ ਲੋਕਾਂ ਨੂੰ ਦੇਖਾਂਗੇ। ਇਹ ਉਹੀ ਲੋਕ ਹੈ ਇਹਨਾਂ ਦੀਆਂ। ਹੁਣ ਅੱਗਿਓਂ 1 2 3 4 5 6 ਕਰਕੇ ਜੋ ਦੇਖ ਲਵਾਂਗੇ ਫਿਰ ਸਾਡੀ ਸਮਝ ਆਉਣਾ ਸੌਖਾ ਹੋ ਜਾਵੇਗਾ। ਸੋ ਇਹਨੂੰ ਹੀ ਅਸੀਂ ਕਿਸ ਤਰ੍ਹਾਂ ਲਵਾਂਗੇ। ਨੰਬਰ 1, ਉਹ ਜਿਨ੍ਹਾਂ ਨੂੰ ਪ੍ਰਭੂ ਯੀਸ਼ੂ ਜੀ ਉੱਠਣ ਤੋਂ ਬਾਅਦ ਆਪਣੇ ਨਾਲ ਅਸਮਾਨੀ ਮੁਕਾਮਾਂ ਤੇ ਛੱਡ ਕੇ ਆਏ। ਇਹ ਉਹ ਹਨ ਜਿਹੜੇ ਦੁਲਹੇ ਦੇ ਦੋਸਤ ਆ। ਇੱਕ ਗਰੁੱਪ ਕਿਹੜਾ ਆ, ਜਦੋਂ ਪ੍ਰਭੂ ਯਿਸੂ ਮਸੀਹ ਨੇ ਸ਼ਹਾਦਤ ਦਿੱਤੀ ਆ, ਜੀ ਉੱਠੇ ਆ, ਉਸ ਤੋਂ ਬਾਅਦ ਜਿਹੜੇ ਧਰਮੀ ਲੋਕ ਸੀਗੇ ਉਹਨਾਂ ਨੂੰ ਜਿਹੜਾ ਜ਼ਮੀਨ ਦੇ ਵਿੱਚ ਫਿਰਦੌਸ ਸੀਗਾ ਉੱਥੋਂ ਲੈ ਕੇ ਤੇ ਅਸਮਾਨੀ ਫਿਰਦੌਸ ਦੇ ਵਿੱਚ ਛੱਡ ਕੇ ਆਏ ਆ। ਇਹ ਉਹ ਸੰਤ ਲੋਕ ਆ ਜਿਨ੍ਹਾਂ ਨੂੰ ਦੁਲਹੇ ਦੇ ਦੋਸਤ ਕਰਕੇ ਬਾਈਬਲ ਦੇ ਵਿੱਚ ਦੱਸਿਆ ਗਿਆ ਆ, ਦੁਲਹੇ ਦੇ ਬਰਾਤੀ ਕਰਕੇ ਦੱਸਿਆ ਗਿਆ ਆ। ਇਹ ਉਹ ਲੋਕ ਆ ਜਿਹੜੇ ਦੁਲਹਨ ਦੇ ਵਿੱਚ ਸ਼ਾਮਲ ਨਹੀਂ, ਕਿਉਂਕਿ ਉਹਨਾਂ ਨੂੰ ਨਵਾਂ ਜਨਮ ਲੈਣ ਦਾ ਮੌਕਾ ਨਹੀਂ ਮਿਲਿਆ।
ਨਵੇਂ ਜਨਮ ਦਾ ਉਹਨਾਂ ਕੋਲ ਮੌਕਾ ਨਹੀਂ ਸੀਗਾ, ਨਵਾਂ ਜਨਮ ਲੈਣ ਦਾ ਮੌਕਾ ਉਹਨਾਂ ਨੂੰ ਨਹੀਂ ਮਿਲਿਆ। ਉਹ ਯਿਸੂ ਮਸੀਹ ਦੇ ਲਹੂ ਦੇ ਖਰੀਦੇ ਹੋਏ, ਸੌਰੀ ਲਹੂ ਤੋਂ ਪੈਦਾ ਹੋਏ, ਯਿਸੂ ਮਸੀਹ ਯਾਨੀ ਕਿ ਵਚਨ ਦੇ ਵਿੱਚ ਜਿੱਦਾਂ ਲਿਖਿਆ ਵੀ ਕਲਾਮ ਦੇ ਬੀਜ ਤੋਂ ਪੈਦਾ ਨਹੀਂ ਹੋਏ। ਉਹ ਦੁਲਹੇ ਦੇ ਦੋਸਤ ਆ, ਉਹਨਾਂ ਦਾ ਜਿਹੜਾ ਰੁਤਬਾ ਆ ਉਹ ਵੱਖਰਾ ਆ। ਔਰ ਇਹ ਦੁਲਹੇ ਦੇ ਦੋਸਤਾਂ ਦੇ ਵਿੱਚ ਉਹ ਪੁਰਾਣੇ ਸਾਰੇ ਨਬੀ ਜਾਜਕ ਜਿਨ੍ਹਾਂ ਨੇ ਧਰਮ ਦੀ ਜ਼ਿੰਦਗੀ ਜੀ ਕੇ ਪਰਮੇਸ਼ਵਰ 'ਚ ਆਪਣੀ ਦੌੜ ਨੂੰ ਪੂਰਾ ਕੀਤਾ ਸੀ ਯਿਸੂ ਮਸੀਹ ਦੇ ਆਉਣ ਤੋਂ ਪਹਿਲਾਂ, ਔਰ ਨਵੇਂ ਜਨਮ ਦੇ ਦਿਨ ਨੂੰ ਦੇਖਦੇ ਸੀ, ਲੇਕਿਨ ਨਵਾਂ ਜਨਮ ਲੈਣ ਦਾ ਉਹਨਾਂ ਨੂੰ ਮੌਕਾ ਨਹੀਂ ਮਿਲਿਆ। ਇਹ ਆ ਪਹਿਲਾ ਗਰੁੱਪ, ਉਹ ਧਰਮੀ ਲੋਕ ਜਿਹੜੇ ਯਿਸੂ ਮਸੀਹ ਦੀ ਸਲੀਬੀ ਮੌਤ ਤੋਂ ਪਹਿਲਾਂ ਪਰਮੇਸ਼ਵਰ ਦੇ ਹਜ਼ੂਰ ਪਹੁੰਚ ਚੁੱਕੇ ਸੀਗੇ। ਮੀਨਜ਼ ਕਹਿਣ ਦਾ ਭਾਵ ਵੀ ਰੈਸਟ ਵਾਲੀ ਜਗ੍ਹਾ ਤੇ, ਆਰਾਮ ਵਾਲੀ ਜਗ੍ਹਾ ਤੇ। ਦੂਸਰੇ ਉਹ ਲੋਕ ਆ ਜਿਹੜੇ ਮਸੀਹ ਵਿੱਚ ਆਪਣੀ ਨਜਾਤ ਦਾ ਕੰਮ ਪੂਰਾ ਕਰਕੇ ਸੁੱਤੇ ਆ। ਫਿਰ ਮੈਂ ਰਿਪੀਟ ਕਰਦਾ ਆ, ਨੰਬਰ 1 ਉਹ ਆ ਜਿਹੜੇ ਯਿਸੂ ਮਸੀਹ ਦੀ ਸਲੀਬੀ ਮੌਤ ਤੋਂ ਪਹਿਲਾਂ ਪਰਮੇਸ਼ਵਰ 'ਚ ਸੋ ਚੁੱਕੇ ਸੀਗੇ, ਜਿਨ੍ਹਾਂ ਨੂੰ ਪ੍ਰਭੂ ਯਿਸੂ ਮਸੀਹ ਲੈ ਕੇ ਗਿਆ ਸਵਰਗੀ ਫਿਰਦੌਸ ਦੇ ਵਿੱਚ, ਯਾਨੀ ਕਿ ਉਸ ਸਵਰਗ ਦੇ ਵਿੱਚ ਨਹੀਂ ਜਿੱਥੇ ਤੀਸਰਾ ਤਖਤ ਆ, ਯਾਨੀ ਕਿ ਕਹਿਣ ਤੋਂ ਭਾਵ ਜਿਹਨੂੰ ਪੈਰਾਡਾਈਜ਼ ਕਹਿੰਦੇ ਆ, ਸਵਰਗ ਵਰਗੀ ਜਗ੍ਹਾ ਦੇ ਵਿੱਚ, ਜਿਹੜੀ ਪਹਿਲਾਂ ਜ਼ਮੀਨ ਦੇ ਥੱਲੇ ਸੀ ਤੇ ਹੁਣ ਅਸਮਾਨੀ ਮੁਕਾਮਾਂ ਦੇ ਵਿੱਚ ਆ। ਸੋ ਉਹ ਦੂਜਾ ਗਰੁੱਪ ਹੈਗਾ ਆ ਜਿਨ੍ਹਾਂ ਨੇ ਬਾਅਦ ਵਿੱਚ ਜਦੋਂ ਪ੍ਰਭੂ ਯਿਸੂ ਮਸੀਹ ਦੇ ਚੇਲਿਆਂ ਨੇ ਆਪਣੇ ਕੀ ਕਹਾਂਗੇ ਪੈਂਤੇਕੋਸਤ ਦੇ ਦਿਨ ਤੋਂ ਬਾਅਦ ਜਿਨ੍ਹਾਂ ਨੇ ਨਵੇਂ ਜਨਮ ਦੇ ਵਿੱਚ ਕੰਮ ਕੀਤਾ ਔਰ ਪ੍ਰਭੂ ਦੇ ਲਈ ਕੰਮ ਕੀਤਾ ਔਰ ਪ੍ਰਭੂ ਦੇ ਵਿੱਚ ਆਪਣੀ ਦੌੜ ਨੂੰ ਪੂਰੀ ਕਰਕੇ ਨਜਾਤ ਦੇ ਕੰਮ ਨੂੰ ਪੂਰਾ ਕਰਕੇ ਜਿਹੜੇ ਪ੍ਰਭੂ ਦੇ ਵਿੱਚ ਸੁੱਤੇ ਆ ਉਹ ਲੋਕ ਆ। ਹਾਲੇਲੂਇਆ। ਸੋ ਪਾਸਟਰ ਹੈਰੀ ਲਿਖੇ ਦੁਲਹੇ ਦੇ ਦੋਸਤ ਯਹੂਦੀ ਹਨ। ਯੈਸ, ਬਿਲਕੁਲ ਠੀਕ ਕਹਿ ਰਹੇ ਹੋ ਜੀ ਤੁਸੀਂ, ਦੁਲਹੇ ਦੇ ਦੋਸਤ ਯਹੂਦੀ ਹਨ। ਹਾਲੇਲੂਇਆ। ਸੋ ਅਸੀਂ ਜਿਹੜੇ ਜਿਉਂਦੇ ਹਾਂ ਤੇ ਆਪਣੀ ਨਜਾਤ ਦੇ ਕੰਮ ਨੂੰ ਪੂਰਾ ਕਰ ਰਹੇ ਹਾਂ। ਤੀਸਰਾ ਗਰੁੱਪ, ਪਹਿਲਾ ਗਰੁੱਪ ਯਹੂਦੀਆਂ ਦਾ, ਇਸਰਾਇਲ ਦਾ, ਜਿਹੜੇ ਉਹਦੇ ਵਿੱਚ ਆਰਾਮ ਦੇ ਵਿੱਚ ਨੇ। ਦੂਸਰਾ ਉਹ ਜਿਹੜੇ ਆਪਣੀ ਨਜਾਤ ਦੇ ਕੰਮ ਨੂੰ ਪੂਰਾ ਕਰਕੇ ਹੁਣ ਤੱਕ ਪ੍ਰਭੂ ਦੇ ਵਿੱਚ ਸੁੱਤੇ ਹੋਏ ਆ ਜਾਂ ਪ੍ਰਭੂ ਦੇ ਆਉਣ ਤੱਕ ਜਿਹੜੇ ਸੋ ਜਾਣਗੇ ਅੱਗੇ। ਤੀਸਰਾ ਹੈਗਾ ਆ ਜਿਹੜੇ ਜਿਉਂਦੇ ਹਾਂ ਤੇ ਆਪਣੀ ਨਜਾਤ ਦੇ ਕੰਮ ਨੂੰ ਪੂਰਾ ਕਰ ਰਹੇ ਹਾਂ। ਇੱਕ ਉਹ ਹੈ ਜਿਹੜੇ ਅਸੀਂ ਅੱਜ ਧਰਤੀ ਦੇ ਉੱਤੇ ਹਨ। ਨੰਬਰ 4 ਉਹ ਜਿਹੜੇ ਨਾਮ ਦੇ ਹੀ ਮਸੀਹੀ ਕਹਾਉਂਦੇ ਹਨ ਪਰ ਮਸੀਹ ਦੁਆਰਾ ਕੋਈ ਗੁਣ ਉਹਨਾਂ ਵਿੱਚ ਨਹੀਂ ਪਾਇਆ ਜਾਂਦਾ। ਇਹ ਚੌਥਾ ਗਰੁੱਪ ਆ ਜਿਹੜਾ ਨਾਮ ਦੇ ਹੀ ਹੈ, ਜਿਹੜਾ ਸ਼ਾਨਬੂਨ ਆ, ਜਿਹੜੇ ਗੁਣਗੁਣੇ ਆ ਨਾ, ਇਹ ਉਹਨਾਂ ਦੀ ਗੱਲ ਆ। ਪੰਜਵਾਂ ਗਰੁੱਪ ਹੈਗਾ ਇਸਰਾਏਲੀ ਜਿਹੜੇ ਵਾਅਦੇ ਦੀ ਸੰਤਾਨ ਹਨ ਤੇ ਮਸੀਹ ਨੂੰ ਰਾਜੇ ਦੇ ਰੂਪ ਵਿੱਚ ਆਉਣ ਲਈ ਉਡੀਕ ਲਗਾਈ ਬੈਠੇ ਹਨ। ਪੰਜਵਾਂ ਗਰੁੱਪ। ਛੇਵਾਂ ਗਰੁੱਪ ਬਾਕੀ ਸੰਸਾਰ ਦੇ ਉਹ ਲੋਕ ਹਨ ਜਿਨ੍ਹਾਂ ਨੇ ਉਸ ਨੂੰ ਕਬੂਲ ਨਹੀਂ ਕੀਤਾ ਤੇ ਤੁੱਛ ਸਮਝਿਆ, ਜਿਨ੍ਹਾਂ ਦੇ ਲਈ ਨਿਆਂ ਜਿਹੜਾ ਆ ਉਹ ਹੋਵੇਗਾ, ਜਿਹੜੇ ਛਾਤੀਆਂ ਪਿੱਟਣਗੇ, ਜਿਹੜੇ ਉਹਨੂੰ ਬਦਲਾ ਤੇ ਆਉਂਦੇ ਦੇਖਣਗੇ। ਹੁਣ ਅੱਗੇ ਵੱਧਦੇ ਆ ਇਹਨੂੰ ਹੋਰ ਸਮਝਣ ਦੇ ਲਈ। ਸਾਡੇ ਲਈ ਚੰਗੀ ਗੱਲ ਇਹ ਹੈ ਕਿ ਅਸੀਂ ਅਨੁਗ੍ਰਹਿ ਨੂੰ ਸਮਝਦੇ ਹਾਂ ਤੇ ਕਲਾਮ ਅਨੁਸਾਰ ਚੱਲਦੇ ਹੋਏ ਇਸ ਵਿੰਗੀ ਟੇਢੀ ਪੀੜ੍ਹੀ ਵਿੱਚ ਮੁਕਤੀ ਦੇ ਕੰਮ ਨੂੰ ਪੂਰਾ ਕਰ ਰਹੇ ਹਾਂ। ਸਾਡੇ ਲਈ ਇਹ ਚੰਗੀ ਗੱਲ ਹੈ। ਬੇਸ਼ੱਕ ਪ੍ਰਭੂ ਜਿਸ ਵੇਲੇ ਮਰਜ਼ੀ ਆਵੇ, ਅਸੀਂ ਹਰ ਵੇਲੇ ਆਤਮਾ ਵਿੱਚ ਜਾਗਦੇ ਅਤੇ ਆਪਣੇ ਆਪ ਨੂੰ ਤਿਆਰ ਰੱਖਦੇ ਹਾਂ। ਇਸ ਲਈ ਸਾਡੇ ਲਈ ਪ੍ਰਭੂ ਦਾ ਦਿਨ ਚੋਰ ਦੇ ਆਉਣ ਵਾਂਗੂ ਨਹੀਂ ਹੈ, ਜਿਵੇਂ ਅਸੀਂ 4 ਆਇਤ ਦੇ ਵਿੱਚ 5 ਦੀ 4 ਪਹਿਲਾਂ ਥੈਸਲੁਨੀਕੇ 5 ਦੀ 4 ਦੇ ਵਿੱਚ ਪੜ੍ਹਦੇ ਹਾਂ। ਸਾਡੇ ਲਈ ਪ੍ਰਭੂ ਦਾ ਦਿਨ ਜਿਹੜਾ ਆ ਉਹ ਚੋਰ ਦੇ ਵਾਂਗੂ ਨਹੀਂ ਆ। ਫਿਰ ਅੰਡਰਸਟੈਂਡ ਕਰਿਓ, ਆਉਣਾ ਚੋਰ ਦੇ ਵਾਂਗੂ ਹੀ ਆਉਣੇ, ਪਰ ਸਾਡੇ ਲਈ ਕਿਉਂਕਿ ਸਾਨੂੰ ਪਤਾ ਹੈ ਅਸੀਂ ਤਿਆਰੀ ਦੇ ਵਿੱਚ ਆ। ਔਰ 4 ਆਇਤ ਦੇ ਵਿੱਚ ਉਹ ਲਿਖਿਆ ਹੈ ਵੀ ਤੁਸੀਂ ਮਤਲਬ ਹਨੇਰੇ ਦੇ ਨਹੀਂਗੇ, ਚਾਨਣ ਦੇ ਆ, ਤੁਸੀਂ ਸੁੱਤੇ ਹੋਏ ਨਹੀਂਗੇ, ਤੁਸੀਂ ਜਾਗਦੇ ਆ, ਤੁਸੀਂ ਅੰਧਕਾਰ ਦੇ ਵਸ਼ ਵਿੱਚ ਨਹੀਂਗੇ। ਸੋ ਇਸ ਲਈ ਬੇਸ਼ੱਕ ਪ੍ਰਭੂ ਦੇ ਆਉਣ ਦੇ ਦਿਨ ਦਾ ਨਹੀਂ ਪਤਾ, ਲੇਕਿਨ ਅਸੀਂ ਤਿਆਰ ਹਾਂ ਜਦੋਂ ਮਰਜ਼ੀ ਆ ਜਾਵੇ, ਭਾਵੇਂ ਹੁਣੇ ਆ ਜਾਵੇ। ਤੇ ਦੂਸਰੇ ਉਹ ਆ ਜਿਨ੍ਹਾਂ ਦੇ ਲਈ ਉਹ ਚੋਰ ਵਾਂਗੂ ਆ, ਉਹ ਫਿਰ ਸਿਸਟਮ ਹੀ ਵੱਖਰਾ ਆ। ਇਹਦੇ ਵਿੱਚ 2 ਤਰ੍ਹਾਂ ਦੇ ਲੋਕ ਆ। ਇੱਕ ਤੇ ਇਹ ਜਿਹੜੇ ਗੁਣਗੁਣੇ ਆ ਉਹਨਾਂ ਦੇ ਲਈ ਹਾਏ ਆ, ਕਿਉਂਕਿ ਉਹ 5 ਕੁਆਰੀਆਂ ਜਿਹੜੀਆਂ ਬਾਹਰ ਰਹਿ ਗਈਆਂ, ਇਹ ਉਹਨਾਂ ਨੂੰ ਦਿਖਾਉਂਦਾ ਆ। ਸੋ ਅੱਗੇ ਦੇਖਦੇ ਆ। ਇਸ ਲਈ ਸਾਡੇ ਲਈ ਪ੍ਰਭੂ ਦਾ ਦਿਨ ਚੋਰ ਦੇ ਆਉਣ ਵਾਂਗੂ ਨਹੀਂ, ਜਿਵੇਂ ਅਸੀਂ 4 ਆਇਤ ਦੇ ਵਿੱਚ ਪੜ੍ਹਦੇ ਆ, ਉਹਨੂੰ ਤੁਸੀਂ ਬਾਅਦ 'ਚ ਦੇਖ ਲਈਏ। पहला थेसलुनीके 5 ਦੀ 4 लिखा, पर हे भाइयों तुम तो अंधकार में नहीं हो कि वह दिन तुम पर चोर की नाई आ पड़े। आना चोर की नाई है, पर कहना तुसीं अंधकार दे विच नहीं गे, ਜਿਹੜਾ ਤੁਹਾਡੇ ਉੱਤੇ ਉਹ ਦਿਨ ਚੋਰ ਦੀ ਨਾਈ ਆ ਜਾਏ। ਚੋਰ 2 ਤਰੀਕੇ ਦਾ ਕੰਮ ਕਰਨਾ ਆਉਂਦਾ ਆ। ਇੱਕ ਤੇ ਚੁਰਾਉਣ ਆਉਂਦਾ ਆ, ਪਹਿਲਾ ਪੁਆਇੰਟ, ਤੇ ਇੱਕ ਬਰਬਾਦ ਕਰਨਾ ਆਉਂਦਾ। ਸੋ ਕੀਮਤੀ ਚੀਜ਼ ਤੇ ਉਹਨੇ ਲੈ ਜਾਣੀ ਆ। ਸੋ ਉਹ ਜਿਹੜੀ ਕੀਮਤੀ ਚੀਜ਼ ਨੂੰ ਲੈਣ ਆ ਰਿਹਾ ਆ, ਉਹਨਾਂ ਦੇ ਲਈ ਤੇ ਇਹ ਖੁਸ਼ੀ ਦੀ ਗੱਲ ਆ। ਸੋ ਉਹਨਾਂ ਨੂੰ ਵਚਨ ਕਹਿੰਦਾ ਹੈ ਵੀ ਤੁਸੀਂ ਅੰਧਕਾਰ ਦੇ ਨਹੀਂ ਆ ਕਿ ਤੁਹਾਡੇ ਉੱਤੇ ਉਹ ਦਿਨ ਚੋਰ ਦੀ ਨਾਈ ਆਵੇ। ਸੋ ਸਾਡੇ ਲਈ ਇਹ ਖੁਸ਼ੀ ਦਾ ਸਮਾਂ ਹੋਣਾ, ਠੀਕ ਹੈ ਜੀ।
ਦੂਸਰਾ ਗਰੁੱਪ ਉਹ ਹੈ ਜਿਹੜਾ ਪ੍ਰਭੂ ਅਤੇ ਪ੍ਰਭੂ ਦੀ ਆਗਿਆ ਨੂੰ ਜਾਣਦੇ ਹੋਏ ਵੀ ਆਤਮਾ ਦੇ ਵਿੱਚ ਸੁੱਤਾ ਹੋਇਆ ਹੈ। ਉਹਨਾਂ ਉੱਤੇ ਇਹ ਦਿਨ ਚੋਰ ਵਾਂਗੂ ਹੀ ਹੋਣਾ ਹੈ। ਇਹ ਅਸੀਂ ਰੈਪਚਰ ਦੇ ਬਾਰੇ ਸਿੱਖ ਰਹੇ ਹਾਂ। ਦੂਸਰੇ ਪਾਸੇ ਦੂਸਰਾ ਆਗਮਨ ਆ। ਸੋ ਜਿਹੜੇ ਰੈਪਚਰ ਦੇ ਵਿੱਚ ਦੋ ਹਿੱਸੇ ਆ ਉਹਨੂੰ ਮੈਂ ਬਿਆਨ ਕਰ ਰਿਹਾ ਹਾਂ। ਸੋ ਦੂਸਰਾ ਗਰੁੱਪ ਉਹ ਹੈ ਜਿਹੜਾ ਪ੍ਰਭੂ ਅਤੇ ਪ੍ਰਭੂ ਦੀ ਆਗਿਆ ਨੂੰ ਜਾਣਦੇ ਹੋਏ ਵੀ ਆਤਮਾ ਦੇ ਵਿੱਚ ਸੁੱਤਾ ਹੋਇਆ ਹੈ। ਜਾਗਦਿਆਂ ਹੋਇਆਂ ਦੇ ਲਈ ਉਹ ਦਿਨ ਚੋਰ ਵਾਂਗੂ ਨਹੀਂ ਆ, ਪਰ ਸੁੱਤਿਆਂ ਹੋਇਆਂ ਦੇ ਲਈ ਚੋਰ ਵਾਂਗੂ ਆ। ਇਹ ਉਹ ਗਰੁੱਪ ਹੈ ਜਿਹੜਾ ਅਜੇ ਤੱਕ ਸੰਸਾਰ ਦੀਆਂ ਖਵਾਇਸ਼ਾਂ ਵਿੱਚ ਮਗਨ ਆ, ਅਰਥਾਤ ਸਰੀਰ ਦੀ ਅਭਿਲਾਸ਼ਾ, ਨੇਤਰਾਂ ਦੀ ਅਭਿਲਾਸ਼ਾ ਅਤੇ ਜੂਣ ਦਾ ਘਮੰਡ। ਇਹ ਜਿਹੜੇ ਤਿੰਨ ਤਰ੍ਹਾਂ ਦੇ ਸਿਸਟਮਾਂ ਦੇ ਵਿੱਚ ਜੀਵਨ ਗੁਜ਼ਾਰ ਰਹੇ ਆ, ਜਿਹਦੇ ਬਾਰੇ ਬਾਈਬਲ 'ਚ ਅਸੀਂ ਪੜ੍ਹਦੇ ਹਾਂ। ਪਹਿਲਾ यूहन्ना ਦਾ ਖੱਤ, ਉਹਦਾ 2 अध्याय ਦੀ 16 वर्ष, क्योंकि जो कुछ संसार में है अर्थात शरीर की अभिलाषा और आंखों की अभिलाषा और जीविका का घमंड, वह पिता की ओर से नहीं परंतु संसार ही की ओर से है। सो हुण जदों असीं कि ਉਹਦੀ ਜੀਵਤ ਆਸ਼ਾ ਦੀ ਆਸ ਲਾ ਕੇ ਬੈਠੇ ਆ ਔਰ ਸਾਡੇ ਅੱਗੇ ਇੱਕ ਜੀਵਤ ਆਸ਼ਾ ਰੱਖੀ ਹੋਈ ਹੈ, ਤੇ ਫਿਰ ਇਹ ਚੀਜ਼ ਚੇਤੇ ਰੱਖ ਲਓ, ਅਗਰ ਇਹ ਤਿੰਨ ਚੀਜ਼ਾਂ ਸਾਡੇ ਵਿੱਚ ਆ ਤੇ ਫਿਰ ਅਸੀਂ ਦੁਲਹਨ ਦੇ ਵਿੱਚ ਨਹੀਂ ਆ। ਐਵੇਂ ਭੁਲੇਖੇ 'ਚ ਨਾ ਰਹੋ, ਐਵੇਂ ਦਾਅਵੇ ਨਾ ਕਰਿਆ ਕਰੋ, ਐਵੇਂ ਟਿਕਟ ਨਾ ਦਿਖਾਇਆ ਕਰੋ ਸਵਰਗ ਦੀ। ਅਗਰ ਇਹ ਤਿੰਨ ਚੀਜ਼ਾਂ ਹੈਗੀਆਂ ਆ, ਭਾਵੇਂ ਉਹ ਛੋਟਾ ਸੇਵਕ ਆ, ਭਾਵੇਂ ਉਹ ਵੱਡਾ ਸੇਵਕ ਆ, ਭਾਵੇਂ ਉਹ ਧਰਮੀ ਸੇਵਕ ਹੈ ਤੇ ਭਾਵੇਂ ਪਖੰਡੀ ਸੇਵਕ ਆ, ਇਹ ਤੇ ਪ੍ਰਭੂ ਹੀ ਜਾਣਦਾ ਹੈ ਮਨਾਂ ਨੂੰ। ਸੋ ਇੱਕ ਗੱਲ ਫਿਰ ਮੈਂ ਰਿਪੀਟ ਕਰਦਾ ਹਾਂ, ਇਹ ਕਿਸੇ ਕਿਸਮ ਦਾ ਹੋਵੇ, ਭਾਵੇਂ ਕੋਈ ਡਰਾਮਾ ਕਰਨ ਡਿਆ ਆ ਤੇ ਭਾਵੇਂ ਕੋਈ ਸੱਚੀ ਮੁੱਚੀ ਭਗਤ ਆ, ਤਿੰਨ ਚੀਜ਼ਾਂ ਅਗਰ ਉਹਦੇ ਵਿੱਚ ਪਾਈਆਂ ਜਾਂਦੀਆਂ ਆ ਤੇ ਫਿਰ ਉਹਦਾ ਮਤਲਬ ਆ ਵੀ ਉਹਦਾ ਦੁਲਹਨ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਆ। ਫਿਰ ਉਹ ਆਪਣੇ ਆਪ ਨੂੰ ਵੀ ਹਨੇਰੇ ਵਿੱਚ ਰੱਖ ਰਿਹਾ ਆ ਤੇ ਜਿਹਨਾਂ ਨੂੰ ਸੁਣਾ ਰਿਹਾ ਆ ਉਹਨਾਂ ਨੂੰ ਵੀ ਹਨੇਰੇ ਵਿੱਚ ਰੱਖ ਰਿਹਾ ਆ। ਇਹ ਖਤਰਨਾਕ ਵਿਸ਼ਾ ਆ। ਇੱਥੋਂ ਹੀ ਪਹਿਚਾਣ ਹੁੰਦੀ ਹੈ, ਤੇ ਇੱਥੋਂ ਜਦੋਂ ਪਹਿਚਾਣ ਹੁੰਦੀ ਹੈ ਤੇ ਫਿਰ ਕੱਲ ਨੂੰ ਅਸੀਂ ਦੇਖਾਂਗੇ ਜੇ ਪਹਿਚਾਣ ਹੋ ਗਈ ਹੈ ਤੇ ਫਿਰ ਅਸੀਂ ਕਰਨਾ ਕੀ ਹੈ, ਕਿਉਂਕਿ ਸਮਾਂ ਤੇ ਆ ਪਹੁੰਚਿਆ ਹੈ। ਤੇ ਇੱਥੇ ਖਤਰਨਾਕ ਕੰਮ ਇਹ ਆ ਵੀ ਅਸੀਂ ਕਹਿੰਦੇ ਝੂਠੇ ਨਬੀਆਂ ਤੋਂ ਬਚੋ, ਅਸੀਂ ਕਹਿੰਦੇ ਝੂਠੇ ਸੇਵਕਾਂ ਤੋਂ ਬਚੋ, ਅਸੀਂ ਕਹਿੰਦੇ ਮਿਲਾਵਟ ਕਰਨ ਵਾਲਿਆਂ ਤੋਂ ਬਚੋ। ਅੱਗਿਓਂ ਜਿਹੜੇ ਝੂਠੇ ਆ ਉਹ ਵੀ ਇਹੀ ਕਹੀ ਜਾਂਦੇ ਆ, ਅਸੀਂ ਉਹਨਾਂ ਨੂੰ ਝੂਠੇ ਠਹਿਰਾਈ ਜਾਂਦੇ ਆ, ਉਹ ਸਾਨੂੰ ਝੂਠੇ ਠਹਿਰਾਈ ਜਾਂਦੇ ਹਨ। ਸੋ ਇਹ ਸਿਲਸਿਲਾ ਚੱਲੀ ਜਾਂਦਾ ਤੇ ਇੱਥੇ ਹੁਣ ਪਹਿਚਾਣ ਦਾ ਮੌਕਾ ਆ। ਮੈਂ ਦੂਸਰਿਆਂ ਨੂੰ ਕਹਿੰਦਾ ਵੀ ਉਹ ਮਿਲਾਵਟ ਕਰਦੇ ਆ, ਉਹ ਕਹਿੰਦੇ ਨੇ ਇਕਬਾਲ ਗਿੱਲ ਮਿਲਾਵਟ ਕਰਦਾ ਹੈ। ਮੈਂ ਦੂਸਰਿਆਂ ਨੂੰ ਕਹਿੰਦਾ ਉਹ ਪਖੰਡ ਕਰਦੇ, ਉਹ ਕਹਿੰਦੇ ਨੇ ਇਕਬਾਲ ਗਿੱਲ ਪਖੰਡ ਕਰਦਾ ਹੈ। ਮੈਂ ਦੂਸਰਿਆਂ ਕਹਿੰਦਾ ਵੀ ਉਹ ਸਰੀਰ ਦੀਆਂ ਅਭਿਲਾਸ਼ਾਂ ਦੇ ਗੁਲਾਮ ਆ, ਨਹੀਂ ਉਹ ਕਹਿੰਦੇ ਇਕਬਾਲ ਗਿੱਲ ਸਰੀਰ ਦੀਆਂ ਅਭਿਲਾਸ਼ਾਵਾਂ ਦਾ ਗੁਲਾਮ ਆ। ਤੇ ਜੇ ਉਹਨਾਂ ਕੋਈ ਇਹ ਨਹੀਂ ਹੈਗਾ ਤੇ ਫਿਰ ਉਹ ਇਹ ਕਹਿੰਦੇ ਨਹੀਂ ਉਹ ਅਭਿਲਾਸ਼ਾਵਾਂ ਨੂੰ ਛੱਡਣ ਦਾ ਵੀ ਉਹ ਡਰਾਮਾ ਕਰਦੇ ਆ। ਸੋ ਹਰੇਕ ਦਾ ਮੂੰਹ ਕਹਿ ਸਕਦਾ, ਉਹਦਾ ਆਪਣਾ ਮੂੰਹ ਆ ਤੇ ਉਹਨੂੰ ਅਸੀਂ ਰੋਕ ਨਹੀਂ ਸਕਦੇ ਨਾ। ਲੇਕਿਨ ਫਿਰ ਵੀ ਸਾਡੇ ਕੋਲ ਨਿਸ਼ਾਨ ਆ, ਕਿਉਂਕਿ ਜਿਹੜਾ ਨਾ ਚੋਰ ਆ ਨਾ, ਉਹ ਕਹਿੰਦੇ 100 ਦਿਨ ਚੋਰ ਦਾ, ਇੱਕ ਦਿਨ ਸਾਰਾ ਚੋਰ ਫੜਿਆ ਜਾਂਦਾ ਹਨਾ। ਤੇ ਜਿੱਦਾਂ ਮਰਜ਼ੀ ਭੱਜ ਰਹੇ ਫੜਿਆ ਜਾਣਾ ਆ। ਤੇ ਉਹਦੇ ਵਿੱਚ ਫਿਰ ਨਿਸ਼ਾਨੀਆਂ ਜਿਹੜੀਆਂ ਆ ਉਹ ਤੁਹਾਡੀ ਸੇਵਕ ਹੈ ਜਿਹੜੀ ਨਾ, ਉਹ ਫਿਰ ਨਿਸ਼ਾਨੀਆਂ ਆਪਣੇ ਆਪ ਹੀ ਦੇ ਦਿੰਦੀ ਹੈ। ਜਿਹਨਾਂ ਵਿੱਚ ਤੁਸੀਂ ਰਹਿੰਦੇ ਹੋ, ਜਿਹਨਾਂ ਵਿੱਚ ਤੁਸੀਂ ਕੰਮ ਕਰਦੇ ਹੋ, ਤੁਹਾਡੀ ਸੇਵਕਾਈ ਦੀ ਮੋਹਰ ਹੁੰਦੇ ਆ ਔਰ ਤੁਹਾਡੇ ਗਵਾਹ ਹੁੰਦੇ ਆ। ਉਹ ਆਪਣੇ ਮੂੰਹ ਮੀਆਂ ਮਿੱਠੂ ਕੋਈ ਬਣੀ ਜਾਵੇ ਉਹਦਾ ਕੋਈ ਫਾਇਦਾ ਨਹੀਂ, ਲੇਕਿਨ ਤੁਹਾਡੀ ਸੇਵਕਾਈ ਦੇ ਵਿੱਚ ਆਏ ਹੋਏ ਲੋਕ ਜਿਹੜੇ ਤੁਹਾਡੇ ਨਾਲ ਨਿਰੰਤਰ ਨਾਲ ਰਹਿੰਦੇ ਆ ਔਰ ਜਿਹੜੇ ਤੁਹਾਡੇ ਜੀਵਨ ਨੂੰ ਹਰ ਪਲ ਦੇਖਦੇ ਆ, ਉਹ ਤੁਹਾਡੀ ਸੇਵਕਾਈ ਦੀ ਮੋਹਰ ਹੁੰਦੇ ਆ ਔਰ ਤੁਹਾਡੇ ਗਵਾਹ ਹੁੰਦੇ ਆ। ਹਾਲੇਲੂਇਆ। ਸੋ ਉਹ ਦੱਸਣਗੇ ਕਿ ਕੌਣ ਕਿੰਨੇ ਪਾਣੀ ਚ ਔਰ ਕਿੱਦਾਂ ਉਹਦਾ ਜੀਵਨ ਹੈ ਤੇ ਕਿੱਦਾਂ ਰਹਿ ਰਿਹਾ ਹੈ। सो देखते हैं पहला यूहन्ना 2:16, क्योंकि जो कुछ संसार में है अर्थात शरीर की अभिलाषा, आंखों की अभिलाषा, जीविका का घमंड, वह पिता की ओर से नहीं परंतु संसार की ओर से है। सो ये अगर इस किस्म के लोग ਜਿਹੜੇ ਦੋ ਕਿਸਮ ਦੇ ਤੁਸੀਂ ਲੋਕ ਦੇਖੇ ਨਾ, ਵੀ ਇੱਕ ਤੇ ਉਹ ਹੈ ਜਿਹੜੇ ਦੁਲਹਨ ਦੇ ਲਈ ਆਪਣੇ ਆਪ ਨੂੰ ਤਿਆਰ ਕਰ ਰਹੇ ਆ, ਸਮਰਪਿਤ ਕਰ ਰਹੇ। ਦੁਲਹਨ ਨੂੰ ਤਿਆਰ ਕਰਨ ਵਾਲਿਆਂ ਦੀ ਨਿਸ਼ਾਨੀ ਆ ਉਹਨਾਂ ਦਾ ਇਸ ਸੰਸਾਰ ਦੇ ਨਾਲ ਮੋਹ ਭੰਗ ਹੋ ਚੁੱਕਾ ਆ। ਉਹ ਇਸ ਸੰਸਾਰ ਦੇ ਹਮ ਸ਼ਕਲ ਨਹੀਂ ਆ, ਉਹ ਇਸ ਸੰਸਾਰ ਦੇ ਲੋਕਾਂ ਵਾਂਗੂ ਰਹਿੰਦੇ ਨਹੀਂ ਆ।
ਉਹ ਨੀਚ ਕਮਾਈ, ਉਹ ਨੀਚ ਕਮਾਈ, ਇੱਕ ਵਾਰੀ ਹੁਣ ਫਿਰ ਤੀਜੀ ਵਾਰੀ ਕਹਿਣ ਲੱਗਾ, ਉਹ ਨੀਚ ਕਮਾਈ ਦੇ ਲਈ ਪ੍ਰਭੂ ਦੀ ਸੇਵਾ ਨਹੀਂ ਕਰਦੇ। ਉਹ ਮਾਇਆ ਇਕੱਠੀ ਕਰਨ ਦੇ ਲਈ ਪ੍ਰਭੂ ਦੀ ਸੇਵਾ ਨਹੀਂ ਕਰਦੇ। 93 ਤੋਂ ਲੈ ਕੇ ਅੱਜ ਤੱਕ 2020 ਦਾ ਸਮਾਂ ਹੋ ਗਿਆ ਆ, ਤੇ 7 ਸਾਲ ਉਹ ਪਾ ਲਓ ਤੇ 20 ਸਾਲ ਇਹ ਪਾ ਲਓ, 27 ਸਾਲ ਦੇ ਵਿੱਚ ਆਨਲਾਈਨ ਫੇਸਬੁੱਕ ਦੇ ਉੱਤੇ ਚੈਲੰਜ ਕਰਕੇ ਕਹਿਣਾ, ਆਨਲਾਈਨ ਲੋਕੀ ਸੁਣਦੇ ਆ, ਮੈਨੂੰ ਜਾਣਨ ਵਾਲੇ ਲੋਕ ਸੁਣਦੇ ਆ, ਆਨਲਾਈਨ ਚੈਲੰਜ ਕਰਕੇ ਕਹਿਣਾ ਆ, ਇਸ ਪੂਰੀ 27 ਸਾਲ ਦੀ ਸੇਵਾ ਦੇ ਵਿੱਚ ਇੱਕ ਬੰਦਾ ਵੀ ਅਗਰ ਇਹ ਦੱਸ ਦਵੇ ਕਿ ਇਕਬਾਲ ਗਿੱਲ ਨੇ ਸੇਵਾ ਨੀਚ ਕਮਾਈ ਦੇ ਲਈ ਕੀਤੀ ਆ, ਉਸੇ ਦਿਨ ਸੇਵਾ ਛੱਡ ਦੇਵਾਂਗੇ ਅਗਰ ਕੋਈ ਇਹ ਸਾਬਤ ਕਰ ਦੇਵੇ ਤੇ। ਹਾਂ, ਕਿਸੇ ਨੂੰ ਦੇ ਕੇ ਆਗੇ ਹੋਈਏ ਤੇ ਵੱਖਰੀ ਗੱਲ ਆ, ਪਰ ਕਦੀ ਕਿਸੇ ਦੀ ਜੇਬ ਦੇ ਉੱਤੇ ਅੱਖ ਰੱਖੀ ਨਹੀਂ ਆ, ਤੇ ਕਦੀ ਕਿਸੇ ਵੱਲ ਹੱਥ ਵੀ ਫੈਲਾਇਆ ਨਹੀਂ ਆ, ਤੇ ਕਿਸੇ ਵੀ ਬਹਾਨੇ ਕਬਹਾਨੇ ਵੀ ਕਦੀ ਕਿਸੇ ਕੋ ਮੰਗਿਆ ਨਹੀਂ ਆ। ਨੀਚ ਕਮਾਈ ਦੇ ਲਈ ਨਹੀਂ ਸੇਵਾ ਕੀਤੀ। ਉਹ ਇਹ ਨਿਸ਼ਾਨੀ ਆ ਦੁਲਹਨ ਦੀ। ਦੁਲਹਨ ਸੰਸਾਰਿਕ ਨਹੀਂ ਹੋਊਗੀ, ਦੁਲਹਨ ਦੇ ਜਿਹੜਾ ਵਿਵਹਾਰ ਆ ਉਹ ਸੰਸਾਰਿਕ ਨਹੀਂ ਹੋਊਗਾ, ਦੁਲਹਨ ਸੰਸਾਰ ਵਾਂਗੂ ਚੱਲ ਸਕਦੀ ਨਹੀਂ ਹੈ। ਹਾਲੇਲੂਇਆ। ਸੋ ਦੁਲਹਨ ਜਿਹੜੀ ਆ ਉਹ ਸੰਸਾਰ ਵਾਂਗੂ ਕਿਸੇ ਵੀ ਕੀਮਤ ਉੱਤੇ ਚੱਲ सकती नहीं। पास्टर जी हम जैसे हम चर्च नहीं जा सकते। सो आपको बाद में मैं जवाब देता हूँ जी। सो खुदा दे फजल दे नाल देखते हैं कि क्यों जो संसार में जो कुछ है, शरीर की अभिलाषा, आंखों की अभिलाषा, जीविका का घमंड, ये तिना चीज़ों के उत्ते अज थोड़ी देर लिए रुकांगे, उस तो बाद दुआ करांगे। हालेलुया। सो देखते हैं कि एक दुल्हन जिन्हें कष्ट सहना है, एक दुल्हन जिन्हें त्याग करना है, एक दुल्हन जिन्हें परदेसी दी तरह इस जिंदगी नूं जीना आ, ते एक वो आ जिन्हां ने दसना है कि वचन कहता है भी तुसीं ते परमेश्वर की खास प्रजा हो, तुसीं शाही मंडली हो। एक वो ग्रुप है जिन्हां ने शाह बनने दे लई मसीह दे विच आउणा है। सो वो शाह इत्थे रहणगे, उत्थे उन्हां दा कोई लेखा जोखा होना नहीं है। सो नीच कमाई दे लई ये बंदा जिहड़ा आ प्रभु दे वल्लों चुनिया होया है, ये नीच कमाई दे लई सेवा नहीं करूगा, ये पैसे मंगण दे लई ऐडा नहीं लाऊगा, ये किसी काम दे लई भी कदे किसी दे अगे हथ नहीं फैलाऊगा, क्योंकि इनू एहसास है कि बादशाहां दे बादशाह दा बेटा है, और ये कदे भी बादशाह दे बेटा होने के कारण कदी किसी वाल लचारी की स्थिति दे विच हथ नहीं फैलाऊगा। ये इहदी पहचान है। सो वचन विच लिखिया है कि शरीर उत्ते मन नहीं लगाउणा, क्योंकि शरीर उत्ते मन लगाउणा मौत आ। जिहड़ा भी बंदा शरीर उत्ते मन लगाउंदा आ, समझ लो भी वो मौत दे उत्ते मन लगा रहा। इसलिए असीं इस मसीही जीवन दे विच इन्हां चीज़ां दा त्याग करना है, और जिन्ना हो सके उन्ना त्याग करना है। हालेलुया। सो त्याग करते करते ही असी एक समय सब कुछ ही त्याग देना है, इक्को वेले च नहीं, बल्कि असी त्याग करते करते अंश अंश करके असी अपने मुक्तिदाता प्रभु यसु मसीह की सूरत दे उत्ते बनते जाना है। हालेलुया। हर वो चीज़ जिहड़ी साडी मुक्ति के राह दे विच रोड़ा बनती है, उन्होंने रोड़ा नूं असी अपने विचों हटाउंदे जाना है, ताकि असी अपने मुक्ति के काम नूं पूरा कर सकीए। हालेलुया। सो शरीर की जिहड़ी अभिलाषा है, इहदे बारे असी देखते हैं कि क्यों लिखा है जो कुछ संसार में है, अर्थात शरीर की अभिलाषा। सो शरीर की अभिलाषा के बारे सानू वचन किस तरह सिखाउंदा है, असी पढ़ते हैं मत्ती की अंजील उहदा 6 अध्याय उहदी 22 वर्स। मत्ती की अंजील 6 अध्याय उहदी 22 वर्स। असी ये दूसरे ग्रुप नूं जिन्हें इत्थे रह जाना है, असी उहदे बारे हुण सीखण लगे हैं। जिहड़ा असली माल है चुक्या जाना है, तो जिहड़ा शानबून रहना ना, ਉਹਦੇ बारे बाइबल की दसदी आ। ਅਸੀਂ कुछ ਵੇਰਵੇ ਸਿੱਖਾਂਗੇ, उस तो बाद दुआ करांगे। सो ਅਸੀਂ पढ़े हैं वर्स 1 यूहन्ना 2:16 विच, जो कुछ संसार में है अर्थात शरीर की अभिलाषा। 3 अभिलाषा के बारे से पढ़िया, उस पहले शरीर की अभिलाषा तो देखते हैं। शरीर का दिया आँख है,
इसलिए यदि तेरी आंख निर्मल हो तो तेरा सारा शरीर भी उजाला होगा। हालेलुया। परंतु यदि तेरी आंख बुरी हो तो तेरा सारा शरीर भी अंधेरा होगा। इस कारण वह उजाला जो मुझ में है यदि अंधकार हो तो वह अंधकार कैसा बड़ा होगा। हालेलुया। शरीर ਦੀ ਅਭਿਲਾਸ਼ਾ ਆ, ਕਹਿੰਦਾ ਵੀ ਇਹ ਸੰਸਾਰ ਤੋਂ ਆ ਸਾਰੀਆਂ ਚੀਜ਼ਾਂ, ਉਹਦੇ ਵਿੱਚ ਅਸੀਂ ਸਰੀਰ ਦੀ ਅਭਿਲਾਸ਼ਾ ਉੱਤੇ ਪਹਿਲਾਂ ਗੌਰ ਕਰਦੇ ਆ। ਕਹਿੰਦਾ ਤੇ ਜਿਹੜਾ ਸਰੀਰ ਦਾ ਦੀਵਾ ਨਾ ਉਹ ਅੱਖ ਆ, ਤੇ ਪੰਗੇ ਸਾਰੇ ਇਸ ਅੱਖ ਦੇ ਆ। ਇਹ ਅੱਖ ਤੋਂ ਹੀ ਕੰਮ ਲਿਆ ਉਹਨੇ, ਤੇ ਦੇਖ ਬੈਠੀ ਭਲੇ ਤੇ ਬੁਰੇ ਦੀ ਪਛਾਣ ਦੇ ਦਰਖਤ ਵੱਲ ਗੌਰ ਦੇ ਨਾਲ, ਔਰ ਇੰਨਾ ਗੌਰ ਦੇ ਨਾਲ ਦੇਖਿਆ ਕਿ ਉਹਦੇ ਵੱਲ ਖਿੱਚੀ ਗਈ, ਫਿਰ ਤੇ ਤੋੜ ਕੇ ਖਾ ਹੀ ਲਿਆ ਫਿਰ। ਸੋ ਅਗਰ ਅੱਖ ਕਹਿੰਦਾ ਠੀਕ ਹੈ ਨਾ ਤੇਰੀ, ਤੇ ਫਿਰ ਇਹ ਅੱਖ ਬਹੁਤ ਚੀਜ਼ਾਂ ਤੋਂ ਬਚਾਉਂਦੀ ਹੈ। ਨੰਬਰ 1 ਸੰਸਾਰ ਦੀਆਂ ਖਵਾਇਸ਼ਾਂ ਤੋਂ, ਦੂਸਰੇ ਨੇ ਕੀ ਪਾਇਆ ਹੋਇਆ ਆ ਇਸ ਚੀਜ਼ ਤੋਂ ਇਹ ਬਚਾ ਵੀ ਸਕਦੀ ਹੈ, ਤੇ ਉਹਦੇ ਵੱਲ ਆਕਰਸ਼ਿਤ ਵੀ ਕਰ ਸਕਦੀ ਹੈ। ਇਹ ਅੱਖ ਦੇ ਕੰਮ ਹੈ। ਇਹ ਦੇਖਦੀ ਹੈ ਦੂਜਿਆਂ ਨੂੰ, ਇਹ ਦੇਖਦੀ ਹੈ, ਤੇ ਮਨ ਦੇ ਵਿੱਚ ਫਿਰ ਵਿਚਾਰ ਆਉਂਦੇ ਆ, ਮੰਮੀ ਇਦਾਂ ਦਾ ਹੋਵਾਂ, ਮੰਮੀ ਆਹ ਕੁਛ ਕਰ ਲਵਾਂ, ਉਹਦੇ ਕੋਲ ਆਹ ਕੁਛ ਹੈ। ਤੇ ਕਹਿੰਦਾ ਵੀ ਸਰੀਰ ਦਾ ਦੀਵਾ ਅੱਖ ਆ, ਤੇ ਜੇ ਤੇਰੀ ਅੱਖ ਨਿਰਮਲ ਆ ਤੇ ਫਿਰ ਸਾਰਾ ਸਰੀਰ, ਜੇ ਤੂੰ ਅੱਖ ਦੇ ਉੱਤੇ ਕੰਟਰੋਲ ਕਰ ਲਿਆ ਨਾ ਤੇ ਫਿਰ ਸਭ ਕੁਝ ਹੀ ਠੀਕ ਆ। ਅੱਜ ਦੇਖਦੇ ਨਾ ਪਾਦਰੀਆਂ ਉੱਤੇ ਵੀ ਪਰਚੇ ਪੁਰਚੇ ਹੋ ਰਹੇ ਆ, ਸਿਰਫ ਅੱਖ ਦੀ ਵਜ੍ਹਾ ਹੀ ਆ। ਤੇ ਇਹ ਅੱਖ ਠੀਕ ਹੋਵੇ ਤੇ ਫਿਰ ਪਰਚਿਆਂ ਪੁਰਚਿਆਂ ਤੋਂ ਵੀ ਬਚਿਆ ਜਾ ਸਕਦਾ ਹੈ। ਇਹ ਅੱਖ ਠੀਕ ਹੋਵੇ ਤੇ ਫਿਰ ਲਾਲਚ ਤੋਂ ਵੀ ਬਚਿਆ ਜਾ ਸਕਦਾ ਹੈ। ਇਹ ਅੱਖ ਠੀਕ ਹੋਵੇ ਤੇ ਫਿਰ ਮਾਰ ਖਾਣ ਤੋਂ ਵੀ ਬੰਦਾ ਬਚ ਜਾਂਦਾ, ਬੁਰੇ ਕੰਮਾਂ ਦੇ, ਹਨਾ। ਅੱਖ ਜਿਹਦੀ ਠੀਕ ਆ ਤੇ ਉਹ ਸਭ ਕੁਝ ਠੀਕ ਆ, ਤੇ ਜਿਹੜੀ ਅੱਖ ਠੀਕ ਨਹੀਂ ਆ ਉਹਦੇ ਵਿੱਚ ਫਿਰ ਸਾਰੀਆਂ ਬੁਰਾਈਆਂ ਆ, ਕਿਉਂਕਿ ਕੰਮ ਅੱਖ ਤੋਂ ਹੀ ਸ਼ੁਰੂ ਹੁੰਦਾ ਆ। ਇਸ ਲਈ ਕਹਿੰਦਾ ਤੇਰਾ ਜਿਹੜਾ ਸਰੀਰ ਆ ਨਾ, ਸਰੀਰ ਦਾ ਦੀਆ ਆਂਖ ਹੈ, ਇਸ ਲਈ ਅੱਖ ਨੂੰ ਨਿਰਮਲ ਰੱਖ ਲਓ ਤੇ ਬੜੀਆਂ ਸਾਰੀਆਂ ਮੁਸੀਬਤਾਂ ਤੋਂ ਬਚ ਸਕਦੇ ਹੋ। ਤੇ ਫਿਰ ਉਹ ਜਿਹੜਾ ਪਹਿਲਾ ਸਟੈਪ ਅਸੀਂ ਦੇਖਿਆ ਨਾ, ਦੁਲਹਨ ਜਿਹੜੀ ਕਸ਼ਟ ਦੇ ਵਿੱਚ, ਅਸੀਂ ਫਿਰ ਉਸ ਦੁਲਹਨ ਨੂੰ ਅਪਣਾ ਸਕਦੇ ਹਾਂ, ਤੇ ਉਹਦੇ ਵਿੱਚ ਅਸੀਂ ਰਹਿ ਕੇ ਤੇ ਫਿਰ ਕਸ਼ਟ ਦੇ ਵਿੱਚ ਰਹਿ ਕੇ ਆਪਣੇ ਜੀਵਨ ਨੂੰ ਵਧੀਆ ਢੰਗ ਦੇ ਨਾਲ ਚਲਾ ਸਕਦੇ ਹਾਂ। ਉਹ ਕਸ਼ਟ ਨਹੀਂ ਹੁੰਦਾ। ਮਸੀਹ ਦੇ ਵਿੱਚ ਕੋਈ ਕਸ਼ਟ ਨਹੀਂਗਾ, ਬਲਕਿ ਮਸੀਹ ਵਿੱਚ ਆਉਣ ਵਾਲਾ ਹਰ ਕਸ਼ਟ ਇੱਕ ਆਨੰਦ ਦੀ ਵਜ੍ਹਾ ਬਣਦਾ ਹੈ। ਭਾਵੇਂ ਮਰ ਵੀ ਜਾਈਏ ਨਾ, ਉਹ ਵੀ ਇੱਕ ਆਨੰਦ ਦੀ ਵਜ੍ਹਾ ਆ। ਮੁਬਾਰਕ ਆ ਉਹ ਜ਼ਿੰਦਗੀ ਜਿਹਨੂੰ ਪ੍ਰਭੂ ਯਿਸੂ ਦੇ ਲਈ ਮਰਨ ਦਾ ਮੌਕਾ ਮਿਲ ਜਾਵੇ, ਉਹ ਮੁਬਾਰਕ ਆ। ਸੋ ਇਸ ਲਈ ਕਲੀਸਿਆ ਲਈ ਕੋਈ ਕਸ਼ਟ ਨਹੀਂਗਾ। ਹਾਲੇਲੂਇਆ। ਕਲੀਸਿਆ ਨੇ ਜੈ ਪਾਉਣੀ ਆ, ਔਰ ਸੰਤ ਪੌਲੁਸ ਜਿਹਦਾ ਲਿਖਦਾ ਨਾ, ਉਹਦਾ ਉਸ ਹੱਦ ਤੱਕ ਅਸੀਂ ਪਹੁੰਚਣਾ। ਇਹ ਮੌਤ ਤੇਰਾ ਡੰਗ ਕਿੱਥੇ, ਇਹ ਹੈ ਜਗ੍ਹਾ ਜਿੱਥੇ ਅਸੀਂ ਪਹੁੰਚਣਾ ਹੈ। ਹਰ ਚੀਜ਼ ਨੂੰ ਹਰਾਉਣਾ ਆ, ਦੁਲਹਨ ਦਾ ਇਹ ਕੰਮ ਆ। ਇਸ ਲਈ ਇਸ ਦੁਲਹਨ ਨੇ ਇਹ ਧਿਆਨ ਰੱਖਣਾ ਆ, ਇਹਨੇ ਆਪਣੀ ਅੱਖ ਨੂੰ ਹਮੇਸ਼ਾ ਨਿਰਮਲ ਰੱਖਣਾ ਆ। ਕਹਿੰਦਾ ਯदि तेरी आंख बुरी है तो फिर सारा शरीर ही अंधेरा है। तो कहना इस कारण वह उजाला जो तुझ में है यदि अंधकार हो तो वह कैसा बड़ा होगा। ਜਿਹੜਾ ਉਜਾਲਾ ਨਾ, ਜੇ ਉਹ ਅੰਧਕਾਰ ਹੀ ਬਣ ਜਾਵੇ, ਜਿਹਨੂੰ ਤੂੰ ਉਜਾਲਾ ਕਹਿਣਾ ਹੈ, ਜਿਹਨੂੰ ਤੂੰ ਦਿਨ ਕਹਿਣਾ ਹੈ, ਜੇ ਉਹ ਰਾਤ ਹੀ ਹੋਵੇ, ਤੂੰ ਕਹਿੰਦਾ ਦਿਨ ਹੈ ਲੇਕਿਨ ਉਹ ਰਾਤ ਹੀ ਹੋਵੇ। ਸੋ ਅੱਗੇ ਵੱਧਦੇ ਹਾਂ ਕਿ ਸਰੀਰ ਦੀ ਅਭਿਲਾਸ਼ਾ ਜਿਹੜੀ ਆ ਉਹ ਸਾਡੇ ਕੋਲ ਕੀ ਕੁਛ ਕਰਾਉਂਦੀ ਆ, ਔਰ ਉਸ ਤੋਂ ਬਾਅਦ ਅਸੀਂ ਦੁਆ ਕਰਦੇ ਹਾਂ। ਪਰ ਕਲਾਮ ਆਖਦਾ ਹੈ ਕਿ ਅਸੀਂ ਮਨੁੱਖ ਦੇ ਅੰਦਰਲੀ ਸਾਰੀ ਇੱਛਾ ਤਾਂ ਸਲੀਬ ਤੇ ਚਾੜ ਦਿੱਤੀ ਹੈ। ਹਾਲੇਲੂਇਆ। ਕਲਾਮ ਆਖਦਾ ਹੈ ਕਿ ਅਸੀਂ ਮਨੁੱਖ ਦੀ ਸਾਰੀ ਅੰਦਰਲੀ ਜਿਹੜੀ ਮਨੁੱਖ, ਜਿਹਨਾਂ ਨੇ ਯਿਸੂ ਮਸੀਹ ਨੂੰ ਜੀਵਨ ਦਿੱਤਾ ਨਾ, ਜਿਹਨਾਂ ਨੇ ਸਹੀ ਤਰੀਕੇ ਨਾਲ ਦਿੱਤਾ ਆ, ਉਹਨਾਂ ਨੇ ਮਨੁੱਖ ਦੇ ਅੰਦਰਲੀ ਜਿਹੜੀ ਸਾਰੀ ਅਭਿਲਾਸ਼ਾ ਹੈ ਨਾ ਇਸ ਸੰਸਾਰ ਦੇ ਪ੍ਰਤੀ, ਉਹਨਾਂ ਸਾਰਿਆਂ ਨੂੰ ਸਲੀਬ ਦੇ ਉੱਤੇ ਚੜਾਇਆ ਆ। ਜੇ ਤੇ ਚੜਾਇਆ ਆ ਤੇ ਫਿਰ ਉਹ ਦੁਲਹਨ ਦੀ ਤਿਆਰੀ 'ਚ ਖੜਾ ਆ, ਤੇ ਜੇ ਚੜਾਇਆ ਨਹੀਂ ਨਾ ਤੇ ਫਿਰ ਅਜੇ ਉਹ ਸੰਸਾਰ ਦੇ ਨਾਲ ਹੀ ਆ। ਤੇ ਫਿਰ ਅੱਗੇ ਦੇਖਦੇ ਆ ਵੀ ਜਿਹੜੇ ਸੰਸਾਰ ਦੇ ਨਾਲ ਚੱਲਦੇ ਆ ਉਹਨਾਂ ਦੇ ਬਾਰੇ ਵਚਨ ਕਹਿੰਦਾ ਕੀ ਹੈ। रोमियो 6 अध्याय उसकी 6 वर्ष। क्योंकि हम जानते हैं कि हमारा पुराना मनुष्य तब उसके साथ क्रूस पर चढ़ाया गया ताकि पाप का शरीर व्यर्थ हो जावे। मसीह ਦੇ ਆਉਣ ਤੋਂ ਪਹਿਲਾਂ ਜਿਹੜਾ ਪਾਪ ਦਾ ਸਰੀਰ ਸੀਗਾ, ਉਸ ਸਰੀਰ ਦੇ ਵਿੱਚ ਸਰੀਰਕ ਅਭਿਲਾਸ਼ਾ ਸੀਗੀਆਂ, ਸੰਸਾਰਿਕ ਅਭਿਲਾਸ਼ਾ ਸੀਗੀਆਂ। ਔਰ ਜਦੋਂ ਬਪਤਿਸਮੇ ਦੀ ਸੂਰਤ ਦੇ ਵਿੱਚ ਅਸੀਂ ਦਫਨ ਕਰਦੇ ਆ ਨਾ, ਤੇ ਉਹਦਾ ਮਤਲਬ ਹੈਗਾ ਜਿੱਦਾਂ ਯਿਸੂ ਮਸੀਹ ਨੇ ਸਾਡੇ ਲਈ ਆਪਣੇ ਆਪ ਨੂੰ ਕਰੂਸ ਉੱਤੇ ਚੜਾਇਆ, ਉਸੇ ਤਰ੍ਹਾਂ ਬਪਤਿਸਮੇ ਦੇ ਨਮੂਨੇ ਦੇ ਵਿੱਚ ਅਸੀਂ ਉਸ ਹੱਕ ਨੂੰ ਪੂਰਾ ਕਰਦੇ ਆ। ਜਿਵੇਂ ਉਹਨੇ ਸਾਡੇ ਲਈ ਆਪਣੇ ਆਪ ਨੂੰ ਕਰੂਸ ਉੱਤੇ ਚੜਾਇਆ, ਉਸੇ ਤਰ੍ਹਾਂ ਅਸੀਂ ਫਿਰ ਉਹਦੇ ਲਈ ਆਪਣੇ ਆਪ ਨੂੰ ਕਰੂਸ ਦੇ ਉੱਤੇ ਚੜਾਉਂਦੇ ਆ।
ਉਸ ਮਨੁੱਖ ਨੂੰ ਅਸੀਂ ਕਰੂਸ ਉੱਤੇ ਚੜਾਉਂਦੇ ਆ ਜਿਹਦੇ ਅੰਦਰ ਇਸ ਸੰਸਾਰ ਦੀਆਂ ਅਭਿਲਾਸ਼ਾਵਾਂ ਆ। ਉਸ ਮਨੁੱਖ ਨੂੰ ਅਸੀਂ ਸਲੀਬ ਦੇ ਉੱਤੇ ਚੜਾਉਂਦੇ ਆ ਜਿਹੜਾ ਇਸ ਸੰਸਾਰ ਦੇ ਨਾਲ ਜੁੜਿਆ ਹੋਇਆ ਆ। ਉਸ ਮਨੁੱਖ ਨੂੰ ਅਸੀਂ ਸਲੀਬ ਦੇ ਉੱਤੇ ਚੜਾਉਂਦੇ ਆ ਜਿਹੜਾ ਇਸ ਸੰਸਾਰ ਦਾ ਹਮਸ਼ਕਲ ਆ। ਉਸ ਮਨੁੱਖ ਨੂੰ ਅਸੀਂ ਸਲੀਬ ਤੇ ਚੜਾਉਂਦੇ ਆ ਜਿਹੜਾ ਪਰਮੇਸ਼ਵਰ ਦਾ ਬੈਰੀ ਤੇ ਪਾਪ ਦਾ ਗੁਲਾਮ ਆ। ਔਰ ਜਦੋਂ ਅਸੀਂ ਉਹਨੂੰ ਚੜਾ ਦਿੰਨੇ ਆ ਤੇ ਕੰਮ ਸਾਰਾ ਕਰ ਦਿੰਨੇ ਆ ਖਤਮ। ਤੇ ਉਹਦੇ ਬਾਰੇ वचन ਦੱਸਦਾ ਆ, ਮਨੁष्य तब को उसके साथ क्रूस पर चढ़ाया ताकि पाप का शरीर व्यर्थ हो जाए। ਇਹਨੂੰ ਚੜਾਉਣ ਦੇ ਪਿਛਲੀ ਮਨਸ਼ਾ ਕੀ ਸੀਗੀ ਕਿ ਪਾਪ ਦਾ ਸਰੀਰ ਕੀ ਹੋਵੇ, ਭਲਾ ਨਸ਼ਟ ਹੋਵੇ ਤੇ ਮੈਨੂੰ ਪਰਮੇਸ਼ਵਰ ਵੱਲੋਂ ਇੱਕ ਨਵਾਂ ਸਰੀਰ ਪ੍ਰਾਪਤ ਹੋਵੇ। ਇਸ ਲਈ ਦਫਨਾਉਣ ਵਾਲਾ ਸਰੀਰ ਜਿਹੜਾ ਉਹ ਮੈਂ ਆਪਣੀ ਮਰਜ਼ੀ ਨਾਲ ਦਫਨਾਇਆ ਤੇ ਜਿਹੜਾ ਮਿਲਿਆ ਉਹ ਹੁਣ ਪਰਮੇਸ਼ਵਰ ਦਾ ਆ। ਉਹ ਪਰਮੇਸ਼ਵਰ ਦਾ ਮੰਦਿਰ ਆ, ਪਰਮੇਸ਼ਵਰ ਦੀ ਹੈਕਲ ਆ, ਉਹਦੇ ਵਿੱਚ ਮੇਰੀ ਕੋਈ ਦਖਲ ਅੰਦਾਜ਼ੀ ਨਹੀਂ ਆ। ਔਰ ਉਹਨੂੰ ਮੈਂ ਬੜੇ ਭੈ ਦੇ ਵਿੱਚ ਡਰਦੇ ਹੋਏ ਉਸ ਸਰੀਰ ਨੂੰ ਦੇ ਵਿੱਚ ਰਹਿਣਾ ਆ। ਪਲੂਸ ਕਹਿੰਦਾ ਇਸ ਕਰਕੇ ਮੈਂ ਚਾਹੁੰਦਾ ਤਾਂ ਹੈਗਾ ਇਹ ਤੋਂ ਛੁਟਕਾਰਾ ਪਾ ਜਾਵਾਂ, ਪਰ ਜੇ ਕਹਿੰਦਾ ਇਹਦੇ ਵਿੱਚ ਰਹਿਣਾ ਤੁਹਾਡੇ ਲਈ ਚੰਗਾ ਆ ਤੇ ਫਿਰ ਕਹਿੰਦਾ ਮੈਨੂੰ ਨਹੀਂ ਪਤਾ ਮੈਂ ਕਿਹਨੂੰ ਚੁਣਾ। ਸੋ ਇਹ ਸਰੀਰ ਪਰਮੇਸ਼ਵਰ ਦੀ ਇੱਛਾ ਨੂੰ ਪੂਰਾ ਕਰਨ ਦੇ ਲਈ ਹੁਣ ਸਾਨੂੰ ਪ੍ਰਾਪਤ ਹੋਇਆ ਆ ਤੇ ਇਸ ਸਰੀਰ ਨੂੰ ਅਸੀਂ ਆਪਣੇ ਸਿਰਜਣਹਾਰ ਪਰਮੇਸ਼ਵਰ ਦੀ ਇੱਛਾ ਦੇ ਵਿੱਚ ਚੱਲਦੇ ਹੋਏ ਇਹਦੇ ਅੰਦਰ ਦਾ ਜਿਹੜਾ ਮਨੁੱਖ ਆ ਉਹਨੂੰ ਬਿਲਕੁਲ ਯਿਸੂ ਮਸੀਹ ਦੀ ਸੂਰਤ ਉੱਤੇ ਲੈ ਕੇ ਜਾਣਾ ਆ ਤਾਂ ਕਿ ਹਮ ਆਗੇ ਕੋ ਪਾਪ ਕੇ ਦਾਸਤਵ ਨਾ ਰਹੇ। ਇਹ ਜਿਹੜਾ ਆ ਇਸ ਲਈ ਚੜਾਇਆ ਆ ਕਿ ਪਾਪ ਦਾ ਸਰੀਰ ਨਸ਼ਟ ਹੋਵੇ। ਪਾਪ ਦਾ ਸਰੀਰ ਜਦੋਂ ਨਸ਼ਟ ਹੋਵੇਗਾ ਤੇ ਫਿਰ ਕਹਿੰਦਾ ਉਹ ਅੱਗੇ ਨੂੰ ਪਾਪ ਦਾ ਫਿਰ ਗੁਲਾਮ ਨਹੀਂ ਹੋਵੇਗਾ। ਇਹ ਆ ਦੁਲਹਨ ਦੀ ਤਿਆਰੀ ਦੇ ਵਿੱਚ। ਹਾਲੇਲੂਇਆ। ਤੇ ਜੇ ਪਾਪ ਦਾ ਸਰੀਰ ਨਸ਼ਟ ਹੋ ਚੁੱਕਾ ਆ ਤਾਂ ਫਿਰ ਅਸੀਂ ਹੁਣ ਸਰੀਰ ਦੀਆਂ ਅਭਿਲਾਸ਼ਾਵਾਂ ਨੂੰ ਕਿਵੇਂ ਪੂਰਾ ਕਰ ਸਕਦੇ ਆ। ਹੁਣ ਦਾਵਾ ਤੇ ਸਾਰੇ ਹੀ ਕਰਦੇ ਆ ਵੀ ਮੰਮੀ ਬਪਤਿਸਮਾ ਲੈ ਲਿਆ ਜੀ, ਮੰਮੀ ਚੜਾਤਾ ਸਲੀਬ ਦੇ ਉੱਤੇ, ਫਿਰ ਚੜਿਆ ਹੋਇਆ ਨਜ਼ਰ ਕਿਉਂ ਨਹੀਂ ਆਉਂਦਾ? ਸਰੀਰ ਤੇ ਤੇਰਾ ਉਦਾਂ ਦਾ ਹੀ ਨਜ਼ਰ ਆਉਂਦਾ ਆ, ਹਰਕਤਾਂ ਤੇ ਤੇਰੀਆਂ ਉਦਾਂ ਦੀਆਂ ਨਜ਼ਰ ਆਉਂਦੀਆਂ। ਜੋ ਕੁਛ ਤੂੰ ਪਹਿਲਾਂ ਕਰਦਾ ਸੀ ਉਹ ਸਭ ਕੁਛ ਤੇ ਹੁਣ ਵੀ ਕਰੀ ਜਾਣਾ ਹੈ। ਤੇ ਫਿਰ ਚੜਾਇਆ ਕਿੱਥੇ ਆ? ਕਿਹਨੂੰ ਚੜਾ ਗਿਆ ਸੀਗਾ? ਗਲਤੀ ਤੇ ਨਹੀਂ ਲੱਗੀ ਕਿਤੇ? ਗੌਰ ਕਰ, ਜਿਹਨੂੰ ਤੂੰ ਰੋਸ਼ਨੀ ਸਮਝਦਾ ਆ ਕਿਤੇ ਹਨੇਰਾ ਹੀ ਤੇ ਨਹੀਂ। ਗੌਰ ਕਰ, ਜਿਹਨੂੰ ਜ਼ਿੰਦਗੀ ਸਮਝਦਾ ਆ ਕਿਤੇ ਮੌਤ ਹੀ ਤੇ ਨਹੀਂ। ਗੌਰ ਕਰ, ਜਿਹਨੂੰ ਸੱਚ ਸਮਝਦਾ ਆ ਕਿਤੇ ਝੂਠ ਹੀ ਤਾਂ ਨਹੀਂ। ਇਹ ਤੈਨੂੰ ਗੌਰ ਕਰਨਾ ਪੈਣਾ ਆ, ਕਿਉਂਕਿ ਜੇ ਪਾਪ ਦਾ ਸਰੀਰ ਨਸ਼ਟ ਹੋ ਚੁੱਕਾ ਤਾਂ ਫਿਰ ਹੁਣ ਅਸੀਂ ਸਰੀਰ ਦੀਆਂ ਅਭਿਲਾਸ਼ਾਵਾਂ ਨੂੰ ਕਿਵੇਂ ਪੂਰਾ ਕਰ ਸਕਦੇ ਹਾਂ? ਹੁਣ ਕਿਉਂ ਆਉਂਦੀਆਂ ਜਾਗਦੀਆਂ ਅਭਿਲਾਸ਼ਾਂ? ਹੁਣ ਗੁਆਂਢੀ ਦੀ ਤਰੱਕੀ ਦੇਖ ਕੇ ਜਲਨ ਕਿਉਂ ਹੁੰਦੀ ਆ? ਹੁਣ ਗੁਆਂਢੀ ਦੀ ਗੱਡੀ ਦੇਖ ਕੇ ਕਿਉਂ ਜਲਨ ਹੁੰਦੀ ਆ? ਹੁਣ ਗੁਆਂਢੀ ਦੀਆਂ ਚੀਜ਼ਾਂ ਦੇਖ ਕੇ ਅੰਦਰ ਅਭਿਲਾਸ਼ਾ ਕਿਉਂ ਉੱਠਦੀ ਆ? ਮੰਮੀ ਆ ਕਰਨਾ ਆ। ਇਹਦਾ ਮਤਲਬ ਤੂੰ ਜਿੱਥੇ ਸੀ ਉੱਥੇ ਹੀ ਆ, ਤੂੰ ਚੜਾਇਆ ਨਹੀਂ ਆ। ਤੂੰ ਝੂਠ ਬੋਲਦਾ, ਲੋਕਾਂ ਦੇ ਨਾਲ ਵੀ ਝੂਠ ਬੋਲਦਾ ਤੇ ਆਪਣੇ ਆਪ ਦੇ ਨਾਲ ਵੀ ਝੂਠ ਬੋਲਦਾ ਆ। ਜਿੱਥੇ ਲੋਕਾਂ ਨੂੰ ਮੂਰਖ ਬਣਾ ਰਿਹਾ ਉੱਥੇ ਆਪਣੇ ਆਪ ਨੂੰ ਵੀ ਮੂਰਖ ਬਣਾ ਰਿਹਾ ਆ। ਤੇਰਾ ਸਿਸਟਮ ਜਿਹੜਾ ਆ ਉਹ ਵਿਗੜਿਆ ਹੋਇਆ ਆ, ਇਹਨੂੰ ਸੁਧਾਰਨਾ ਪੈਣਾ ਆ। ਜੇ ਅਜੇ ਵੀ ਸਰੀਰ ਦੀਆਂ ਅਭਿਲਾਸ਼ਾ ਦੇ ਗੁਲਾਮ ਹਾਂ ਤੇ ਫਿਰ ਇਹ ਸਮਝੋ ਕਿ ਅਜੇ ਸਲੀਬ ਦੇ ਉੱਤੇ ਚੜਾਏ ਨਹੀਂ ਗਏ। ਫਿਰ ਭੁਲੇਖਾ ਆ, ਕਿਉਂਕਿ ਜਿਹਨੇ ਚੜਾਇਆ ਸੀ ਨਾ ਉਸ ਪਲੂਸ ਨੇ ਸਾਬਤ ਕੀਤਾ। ਫਿਰ ਉਹਨੇ ਆਪਣੇ ਜੀਵਨ ਤੋਂ ਸਾਬਤ ਕੀਤਾ, ਗੱਲਾਂ ਨਹੀਂ ਕੀਤੀਆਂ। ਅਸੀਂ ਸਿਰਫ ਗੱਲਾਂ ਕਰਦੇ ਹਾਂ। ਸਾਡੇ ਕੋਲ ਜਦੋਂ ਪੇਸ਼ ਕਰਨ ਦੀ ਵਾਰੀ ਆਉਂਦੀ ਆ ਉਦੋਂ ਹਵਾ ਨਿਕਲ ਜਾਂਦੀ ਹੈ। ਉਦੋਂ ਫਿਰ ਲੋਕੀ ਦੱਸਦੇ ਬਾਅਦ ਵਿੱਚ ਉਹ ਜੀ ਜਿਹੜਾ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਕਰਦਾ ਸੀ ਨਾ, ਉਹ ਜਿਹਦੇ ਉੱਤੇ ਸਾਨੂੰ ਬੜਾ ਮਾਣ ਸੀ, ਜਿਹਦੇ ਉੱਤੇ ਸਾਨੂੰ ਬੜੀ ਉਮੀਦ ਸੀ, ਅਸੀਂ ਤੇ ਕਹਿੰਦੇ ਰੱਬ ਉਹਦੇ ਨਾਲ ਬੜਾ ਹੋਊਗਾ। ਪਰ ਅੱਜ ਕਹਿੰਦੇ ਫਿਰ ਅਸੀਂ ਉਹਦਾ ਅਸਲੀ ਸ਼ਕਲ ਦੇਖ ਲਈ ਹੈ। ਤੇ ਉਹ ਸਟੇਜ ਤੇ ਕੁਝ ਹੋਰ ਹੁੰਦਾ ਆ ਤੇ ਸਟੇਜ ਤੋਂ ਥੱਲੇ ਕੁਝ ਹੋਰ ਹੁੰਦਾ ਆ, ਆਨਲਾਈਨ ਕੁਝ ਹੋਰ ਹੁੰਦਾ ਆ ਤੇ ਬਾਅਦ ਵਿੱਚ ਕੁਝ ਹੋਰ ਹੁੰਦਾ। ਦੇਖਿਓ ਕਿਤੇ ਬਾਹਰੋਂ ਬਾਅਦ ਚ ਪਕੜੇ ਨਾ ਜਾਈਓ। ਜਿੱਦਾਂ ਦੇ ਇੱਥੇ ਨਜ਼ਰ ਆਉਂਦੇ ਆ ਨਾ ਉਦਾਂ ਦੇ ਬਾਹਰ ਸੜਕ ਤੇ ਵੀ ਨਜ਼ਰ ਆਉਣੇ ਚਾਹੀਦੇ ਆ। ਫਿਰ ਆ ਦੁਲਹਨ ਤਿਆਰ ਹੋ ਰਹੀ ਆ ਤੇ ਨਹੀਂ ਤੇ ਗੁਨਗੁਨੇ ਆ। ਤੇ ਗੁਨਗੁਨਿਆਂ ਦਾ ਹਾਲ ਜਿਹੜਾ ਆ ਉਹ ਅਸੀਂ ਅੱਗੇ ਜਾ ਕੇ ਦੇਖਦੇ ਹਾਂ। ਜੇ ਅਜੇ ਸਰੀਰ ਦੀਆਂ ਅਭਿਲਾਸ਼ਾਂ ਦੇ ਗੁਲਾਮ ਹਾਂ ਤੇ ਫਿਰ ਇਹ ਸਮਝੋ ਕਿ ਅਜੇ ਸਰੀਰ ਤੇ ਚੜਾਏ ਨਹੀਂ ਗਏ। ਤੇ ਚੜਾਏ ਗਏ ਹਾਂ ਤੇ ਫਿਰ ਕਲਾਮ ਸਾਨੂੰ ਇਸ ਤਰ੍ਹਾਂ ਨਾਲ ਸਮਝਾਉਂਦਾ ਹੈ। ਜੇ ਤੇ ਚੜਾਏ ਗਏ ਹਾਂ ਤੇ ਫਿਰ ਕਲਾਮ ਸਾਨੂੰ ਕੀ ਕਹਿੰਦਾ ਆ? ਵਚਨ ਦੱਸਦਾ ਹੈ ਰੋਮੀਓ 6:12 ਦੇ ਵਿੱਚ, ਇਸ ਲਈ ਪਾਪ ਤੁਮਾਰੇ ਮਰਨਹਾਰ ਸਰੀਰ ਮੇ ਰਾਜੇ ਨਾ ਕਰੇ। ਜੇ ਤੇ ਚੜਾਏ ਗਏ ਆ ਤੇ ਫਿਰ ਵਚਨ ਕੀ ਕਹਿੰਦਾ ਆ? ਹੁਣ ਪਾਪ ਤੇਰੇ ਮਰਨਹਾਰ ਸਰੀਰ ਦੇ ਵਿੱਚ ਰਾਜ ਨਾ ਕਰੇ। ਇੱਕ ਤੇ ਜਿਹੜਾ ਤੇਰਾ ਸੀਗਾ ਉਹਨੂੰ ਤੇ ਤੂੰ ਆਪਣੀ ਇੱਛਾ ਦੇ ਨਾਲ ਦਫਨਾ ਆ। ਉਹ ਤੇ ਤੈਨੂੰ ਦਬਾ ਨਹੀਂ ਪਾਇਆ ਗਿਆ, ਤੂੰ ਆਪਣੀ ਇੱਛਾ ਦੇ ਨਾਲ ਦਫਨਾਇਆ ਆ ਬਪਤਿਸਮੇ ਦੀ ਸੂਰਤ ਵਿੱਚ। ਇੱਕ ਹੁਣ ਤੈਨੂੰ ਮਿਲਿਆ ਆ, ਇਹਨੇ ਵੀ ਮਿੱਟੀ ਦੇ ਵਿੱਚ ਹੀ ਮਿਲਣਾ ਹੈ।
ਮਿੱਟੀ ਵਿੱਚ ਲਿਆ ਆ ਤੇ ਇਹਨੇ ਵੀ ਮਿੱਟੀ ਦੇ ਵਿੱਚ ਹੀ ਜਾਣਾ ਆ। ਇਹਦੇ ਵਿੱਚ ਪਰਮੇਸ਼ਵਰ ਨੇ ਆਪਣਾ ਅਨਮੋਲ ਖਜ਼ਾਨਾ ਰੱਖਿਆ ਹੈ। ਇਸ ਮਿੱਟੀ ਦੇ ਬਰਤਨ ਦੇ ਵਿੱਚ ਹੁਣ ਉਹਨੇ ਆਪਣਾ ਕੀ ਰੱਖਿਆ? ਅਨਮੋਲ ਖਜ਼ਾਨਾ ਰੱਖਿਆ ਹੈ। ਇਸ ਲਈ ਖੁਦਾ ਦਾ ਦਾਸ ਕਹਿੰਦਾ ਆ, ਹੁਣ ਪਾਪ ਤੁਹਾਡੇ ਮਰਨਹਾਰ ਸਰੀਰ ਦੇ ਉੱਤੇ ਰਾਜ ਨਾ ਕਰੇ ਕਿ ਤੁਮ ਉਸकी ਲਾਲਸਾओं को पूरा करो। ਜੇ ਚੜਾ ਦਿੱਤਾ ਆ ਤੇ ਫਿਰ ਹੁਣ ਲਾਲਸਾਵਾਂ ਨੂੰ ਪੂਰਾ ਕਿੱਦਾਂ ਕਰਦੇ ਹੋ? ਫਿਰ ਉਹਨਾਂ ਦੇ ਗੁਲਾਮ ਕਿੱਦਾਂ ਹੋ? ਫਿਰ ਉਹ ਤੁਹਾਨੂੰ ਪਚਲਾ ਕਿੱਦਾਂ ਲੈਂਦੀਆਂ? ਫਿਰ ਉਹ ਤੁਹਾਨੂੰ ਉਲਝਾ ਕਿੱਦਾਂ ਲੈਂਦੀਆਂ? ਫਿਰ ਤੁਸੀਂ ਫਸ ਕਿੱਦਾਂ ਜਾਂਦੇ ਹੋ? ਹਨਾ। ਤੇ ਜੇ ਫਸਦੇ ਹੋ ਤੇ ਫਿਰ ਕਿਤੇ ਨਾ ਕਿਤੇ ਕੁਝ ਗੜਬੜ ਆ। ਸੋਹਣਾ ਪ੍ਰਚਾਰ ਕਰਨ ਦੇ ਨਾਲ ਨਹੀਂ ਗੱਲ ਬਣਦੀ, ਨਾ ਸੋਹਣੀਆਂ ਗੱਲਾਂ ਕਰਨ ਦੇ ਨਾਲ ਹੀ ਗੱਲ ਬਣਦੀ ਆ। ਗੱਲ ਤੇ ਉਦੋਂ ਬਣਦੀ ਆ ਜਦੋਂ ਉਹਦੀ ਇੱਛਾ ਨੂੰ ਪੂਰਾ ਕਰਦੇ ਆ। ਗੱਲ ਉਦੋਂ ਬਣਦੀ ਜਦੋਂ ਲੋਕ ਗਵਾਹੀ ਦਿੰਦੇ ਆ। ਗੱਲ ਉਦੋਂ ਬਣਦੀ ਜਦੋਂ ਲੋਕ ਤੁਹਾਡੇ ਜੀਵਨ ਨੂੰ ਦੇਖ ਕੇ ਕਹਿੰਦੇ ਆ ਵੀ ਇਹ ਸਿਰਫ ਗੱਲਾਂ ਹੀ ਨਹੀਂ ਕਰਦਾ, ਬਲਕਿ ਰੀਅਲ ਦੇ ਵਿੱਚ ਉਦਾਂ ਦਾ ਹੈਗਾ ਵੀ ਆ। ਹਾਲੇਲੂਇਆ। सो देखते हैं, इसलिए पाप तुम्हारे मरणहार शरीर में राज्य ना करे कि तुम उसकी लालसाओं को पूरा करो। कहता चढ़ा दिता है ना, तो फिर हुण पाप तुहाडे इस मरणहार शरीर दे उत्ते राज ना करे। ते ओदी कंडीशन की कहता कि तुम उसकी लालसाओं के अधीन ना रहो। हुण जे ते पाप तुहाडे शरीर ते राज नहीं करदा ते इहदा सीधा सीधा फिर असीं साबित किद्दां करांगे? मैं मान लो कहना हुण जी पाप मेरे शरीर ते राज नहीं करदा, ਉਹਦਾ सबूत की है? मैं शरीर दियां लालसावां नूं पूरा नहीं कर रहा, मैं शरीर दियां ख्वाहिशां नूं पूरा नहीं कर रहा, मैं उस वचन नूं पूरा कर रहा हाँ जिहदे तहत मैं संत पलूस की तरह कहना है, मैं शरीर नूं ਦੀਆਂ ਸਾਰੀਆਂ ਅਭਿਲਾਸ਼ਾਵਾਂ ਤੇ ਕਾਮਨਾਵਾਂ ਸਹਿਤ ਸਰੀਰ ਦੇ ਉੱਤੇ ਟੰਗ ਦਿੱਤਾ ਹੈ। ਤੇ ਜੇ ਤੇ ਮੈਂ ਟੰਗਿਆ ਹੋਇਆ ਦੱਸਦਾ ਆ ਤੇ ਫਿਰ ਟੰਗਿਆ ਹੋਇਆ ਦਿਸਣਾ ਚਾਹੀਦਾ, ਤੇ ਜੇ ਦਿਸਦਾ ਨਹੀਂ ਤੇ ਫਿਰ ਖਾਲੀ ਗੱਲਾਂ ਹੀ ਆ। ਫਿਰ ਉਹ ਹੀ ਆ ਜਿਹਨੂੰ ਕਹਿੰਦੇ ਨੇ ਛਣਕਣਾ। ਹਨਾ। ਸੋ ਦੇਖਦੇ ਹਾਂ ਖੁਦਾ ਦਾ ਦਾਸ ਇਸ ਉੱਪਰ ਵਾਲੀ ਆਇਤ ਦੇ ਦੁਆਰਾ ਸਾਨੂੰ ਦੱਸ ਰਿਹਾ ਹੈ ਕਿ ਬਪਤਿਸਮੇ ਤੋਂ ਬਾਅਦ ਇਹ ਜਿਹੜਾ ਮਰਨਹਾਰ ਸਰੀਰ ਸਾਡੇ ਕੋਲ ਆ ਨਾ, ਜਿਹੜਾ ਮਿੱਟੀ ਹੈ ਤੇ ਮਿੱਟੀ ਵਿੱਚ ਮਿਲ ਜਾਵੇਗਾ। ਹੁਣ ਪਾਪ ਇਸ ਉੱਤੇ ਰਾਜ ਨਾ ਕਰੇ, ਕਿਉਂਕਿ ਇਹ ਹੁਣ ਕਿਸੇ ਦੀ ਅਮਾਨਤ ਹੈ। ਪਹਿਲਾਂ ਤੇਰਾ ਸੀ ਜਿਹੜਾ ਤੂੰ ਦਫਨਾ ਦਿੱਤਾ ਹੈ ਬਪਤਿਸਮੇ ਦੇ ਵਿੱਚ, ਹੁਣ ਇਹ ਤੇਰਾ ਨਹੀਂ ਹੈ। ਇੱਕੋ ਗੱਲ ਸਮਝ ਲਾ, ਜੇ ਦੁਲਹਨ ਦੇ ਵਿੱਚ ਆ ਤੇ ਫਿਰ ਇੱਕ ਗੱਲ ਪੱਲੇ ਬੰਨ ਲਾ ਕਿ ਇਹ ਹੁਣ ਜਿਹਨੂੰ ਤੂੰ ਆਪਣਾ ਸਰੀਰ ਸਮਝ ਬੈਠਾ ਨਾ ਗਲਤੀ ਦੇ ਨਾਲ, ਤੇ ਇਹਦਾ ਮਤਲਬ ਫਿਰ ਤੇਰਾ ਬਪਤਿਸਮਾ ਹੋਇਆ ਹੀ ਨਹੀਂਗਾ। ਤੇ ਜੇ ਹੋ ਗਿਆ ਆ ਫਿਰ ਇਹ ਜਿਹੜਾ ਤੈਨੂੰ ਮਿਲਿਆ ਨਾ, ਇਹ ਪ੍ਰਭੂ ਦੀ ਅਮਾਨਤ ਆ। ਤੇ ਇਹ ਪ੍ਰਭੂ ਦੀ ਅਮਾਨਤ ਪ੍ਰਭੂ ਦੇ ਖੌਫ ਦੇ ਵਿੱਚ ਰੱਖਣੀ ਆ, ਤਾਂ ਕਿ ਤੂੰ ਇਹਦੇ ਵਿੱਚ ਕੋਈ ਗਲਤੀ ਨਾ ਕਰੇ, ਇਹਦੇ ਵਿੱਚ ਪੁਰਾਣਾ ਮਨੁੱਖਤਵ ਹੁਣ ਦੁਬਾਰਾ ਪ੍ਰਵੇਸ਼ ਨਾ ਕਰਨੇ ਪਾਏ। ਯਾਦ ਰਹੇ, ਜਿਹੜਾ ਸਦਾ ਸਰੀਰ ਸੀ ਉਸਨੂੰ ਅਸੀਂ ਬਪਤਿਸਮੇ ਦੀ ਸੂਰਤ ਵਿੱਚ ਦਫਨਾ ਦਿੱਤਾ ਹੈ। ਆਪਣੇ ਨੂੰ ਤਾਂ ਇਹ ਦਫਨਾ ਦਿੱਤਾ, ਜਿਹੜਾ ਸਾਡਾ ਸੀਗਾ ਉਹਨੂੰ ਅਸੀਂ ਦਫਨਾਏ ਆ। ਉਹ ਸਾਡਾ ਸੀ, ਉਹਦੇ ਤੇ ਸਾਡਾ ਹੱਕ ਸੀ, ਪਰ ਇਹਦੇ ਉੱਤੇ ਨਹੀਂ। ਹੁਣ ਜਿਹੜਾ ਸਰੀਰ ਸਾਡੇ ਕੋਲ ਹੈ ਇਹ ਸਾਡਾ ਨਹੀਂ ਬਲਕਿ ਪ੍ਰਭੂ ਦਾ ਹੈ, ਤੇ ਇਹ ਉਸਦੀ ਅਮਾਨਤ ਹੈ, ਤੇ ਉਸਨੇ ਕੀਮਤ ਦੇ ਕੇ ਖਰੀਦਿਆ ਹੈ। ਇਹ ਇਦਾਂ ਹੀ ਨਹੀਂਗਾ। ਹੁਣ ਇਸ ਨੂੰ ਲੈਣ ਦੇ ਲਈ ਉਹਨੇ ਕੀਮਤ ਦਿੱਤੀ ਹੈ। ਹੁਣ ਅਸੀਂ ਆਪਣੇ ਆਪ ਦੇ ਨਹੀਂ ਆ, ਵਚਨ ਲਿਖ ਕੇ ਦੱਸਦਾ ਆ ਤੁਸੀਂ ਤੇ ਮੁੱਲ ਲਏ ਹੋਏ ਆ। ਹੁਣ ਤੁਸੀਂ ਆਪਣੀ ਮਰਜ਼ੀ ਕਰ ਸਕਦੇ ਨਹੀਂ ਆ, ਇਸ ਕਰਕੇ ਉਹ ਜਿਹੜਾ ਸਰੀਰ ਤੁਸੀਂ ਦਫਨਾ ਦਿੱਤਾ ਸੀਗਾ ਹੁਣ ਤੁਸੀਂ ਮੁੱਲ ਲਏ ਹੋਏ। ਇਸ ਕਰਕੇ ਕਹਿੰਦਾ ਆਪਣੀ ਦੇਹੀਆਂ ਦੇ ਨਾਲ ਉਹਦੀ ਉਸਤਤ ਕਰੋ, ਆਪਣੇ ਸਰੀਰਾਂ ਦੇ ਨਾਲ ਉਹਦੀ ਉਸਤਤ ਕਰੋ, ਇਸ ਸਰੀਰ ਦੀ ਪਵਿੱਤਰਤਾ ਨੂੰ ਕਾਇਮ ਰੱਖੋ। ਪਹਿਲਾ ਕਰੰਥੀਆਂ 6 ਦੀ ਵਿੱਚ ਲਿਖਿਆ, ਕਿਉਂਕਿ दाम देकर मोल लिए गए हो इसलिए अपने देह के द्वारा परमेश्वर की महिमा करो। हालेलुया। इस शरीर के द्वारा हुण की होनी चाहिए भला? परमेश्वर की महिमा होनी चाहिए। इस शरीर की वजह करके परमेश्वर की बदनामी ते बेइज्जती नहीं होनी चाहिए। ये शरीर हुण बेइज्जती का सबब नहीं बनना चाहिए, क्योंकि जदों इस शरीर ते उंगली उठूगी तो सीधी सीधी किहदे उत्ते उठूगी? प्रभु यसू मसीह दे उत्ते उठूगी। क्यों? क्योंकि ये शरीर हुण साडा नहीं है बल्कि किहदा है? ओहदा है जिहड़ा लैण आ रहा है, ओहदा है जिस विषय के उत्ते असीं सिख रहे हैं भी वह आ रहा है। वो किहनूं लैण आ रहा? उस पवित्र नूं निष्कलंक नूं लैण आ रहा है। इस शरीर नूं उहने ट्रांसप्लांट कर देना उस टाइम, अगर ये उस लायक होया, अगर उहदी इच्छा के मुताबिक रहा, फिर बदलना इहने, नहीं तो फिर जो हशर है वो असीं पिछले दिनों च देख चुके हैं। सो कीमत दे के उसने सानू पाप की गुलामी तो छुड़ाया है, ताकि असीं फिर पाप की गुलामी ना करिए। सो वचन इहदे बारे की दसदा है। रोमियो 6 अध्याय ਉਹਦੀ ਅਸੀਂ 20 ਵਰਸ ਤੋਂ ਦੇਖਾਂਗੇ। रोमन
चैप्टर 6 वर्स 20। जब तुम पाप के दास थे तो धर्म की ओर से स्वतंत्र थे। ਜਦੋਂ ਪਾਪ ਦੇ ਗੁਲਾਮ ਸੀ ਨਾ ਉਦੋਂ ਧਰਮ ਵੱਲੋਂ ਸੁਤੰਤਰ ਸੀ, ਕਿਉਂਕਿ ਧਰਮ ਫਿਰ ਸਾਡੇ ਉੱਤੇ ਆਪਣਾ ਰੋਬ ਨਹੀਂ ਸੀ ਜਮਾ ਸਕਦਾ, ਕਿਉਂਕਿ ਜਿਹਦੀ ਅਸੀਂ ਗੁਲਾਮੀ ਕਰਾਂਗੇ ਉਹਦੀ ਗੱਲ ਮੰਨਾਂਗੇ। ਜਦੋਂ ਪਾਪ ਦੇ ਗੁਲਾਮ ਸੀ, ਪਾਪ ਦੀ ਗੱਲ ਮੰਨਦੇ ਸੀ ਤੇ ਪਾਪ ਦੇ ਕੰਮ ਕਰਦੇ ਸੀ ਤੇ ਪਾਪ ਦੇ ਕੰਮਾਂ ਦੇ ਵਿੱਚ ਖੁਸ਼ ਹੁੰਦੇ ਸੀ, ਤੇ ਜਿਹਦੀ ਗੁਲਾਮੀ ਕਰਦੇ ਸੀ ਉਹਦੀ ਮਰਜ਼ੀ ਦੇ ਮੁਤਾਬਕ ਕੰਮ ਕਰਦੇ ਸੀ, ਉਹ ਵੀ ਖੁਸ਼ ਹੁੰਦਾ ਸੀ। पर हुण की कहता जब तुम पाप के दास थे तो धर्म की ओर से स्वतंत्र थे। 19 वर्ष। मैं तुम्हारी शारीरिक दुर्बलता के कारण मनुष्यों की रीति पर कहता हूँ, जैसे तुमने अपने अंगों को कुकर्म के लिए अशुद्धता और कुकर्म के दास करके सौंपा था, वैसे ही अब अपने अंगों को पवित्रता के लिए धर्म के दास करके सौंप दो। जब तुम पाप के दास थे तो धर्म की ओर से स्वतंत्र थे, सो जिन बातों से अब तुम लज्जित होते हो। ਜਿਹੜੀਆਂ ਗੱਲਾਂ ਤੋਂ ਕਹਿੰਦਾ ਜਦੋਂ ਪਾਪ ਦੇ ਤੁਸੀਂ ਦਾਸ ਸੀਗੇ ਉਦੋਂ ਧਰਮ ਤੋਂ ਸੁਤੰਤਰ ਸੀਗੇ, ਸੋ ਜਿਨ ਬਾਤों से अब तुम लज्जित होते हो उनसे उस समय तुमको क्या मिला, ਜਾਂ ਤੁਸੀਂ ਕੀ ਫਲ ਪਾਉਂਦੇ ਸੀ, क्योंकि उनका अंत तो मृत्यु है, परंतु अब पाप से स्वतंत्र होकर परमेश्वर के दास बनकर तुमको फल मिला जिससे पवित्रता प्राप्त होती है और उसका अंत अनंत जीवन है। क्योंकि पाप की मजदूरी तो मृत्यु है, परंतु परमेश्वर का वरदान हमारे लिए मसीह यीशु में अनंत जीवन है। सो ये हुण साडे उत्ते डिपेंड है, असीं इहदे विच किहो जिहा फैसला लैंदे आ, किहो जिहा जीवन गुजारते हैं, क्योंकि वो जिहड़ा वायदा करके गया है ਉਹਦੇ ਆਉਣ ਦਾ ਸਮਾਂ बहुत नज़दीक आ गया है। रोमियो 7:5 में लिखा, क्योंकि जब हम शारीरिक थे तो पापों की अभिलाषाएं जो व्यवस्था के द्वारा थी मृत्यु का फल उत्पन्न करने के लिए हमारे अंगों में काम करती थी। ਉਦੋਂ ਤਾਂ ਸਾਡੇ ਅੰਗਾਂ ਦੇ ਵਿੱਚ ਕਰਦੀ ਸੀ ਇਹ ਕੰਮ। ਕਦੋਂ? ਜਦੋਂ ਅਸੀਂ शारीरिक ਸੀਗੇ ਉਦੋਂ। तो पापों की अभिलाषाएं जो व्यवस्था के द्वारा थी मृत्यु का फल उत्पन्न करने के लिए हमारे अंगों में काम करती थी, परंतु जिसके बंधन में हम थे उसके लिए मरकर अब व्यवस्था से ऐसे छूट गए कि लेख की पुरानी रीति पर नहीं परंतु आत्मा की नई रीति पर सेवा करते हैं। पर यह गल इसलिए असी समझते हैं कि ਇਹ ਇਸ ਗੱਲ ਨੂੰ ਨਹੀਂ ਸਮਝ ਰਿਹਾ ਕਿ ਸਮਾਂ ਸਿਰ ਤੇ ਆ ਪਹੁੰਚਿਆ ਤੇ ਕਲਾਮ ਇਸ ਤਰ੍ਹਾਂ ਆਖਦਾ ਹੈ। ਵਚਨ ਤੇ ਕਹਿੰਦਾ ਹੈ ਪਰ ਇਹ ਸਮਝਦਾ ਨਹੀਂ ਹੈ, ਤੇ ਸਮਾਂ ਸਿਰ ਤੇ ਆ ਪਹੁੰਚਿਆ। ਤੇ ਹੁਣ ਵਚਨ ਕੀ ਕਹਿੰਦਾ ਹੈ? ਪਹਿਲਾ यूहन्ना ਦਾ ਖੱਤ ਉਹਦਾ 2 ਅਧਿਆਏ ਉਹਦੀ 15 वर्ष। तुम ना तो संसार से और ना संसार में की वस्तुओं से प्रेम रखो, यदि कोई संसार से प्रेम रखता है तो उसे उसमें पिता का प्रेम नहीं है। सो ये दो तरह के लोग जिन्हों के बारे असीं देख रहे हैं, एक वो जिहड़े दुल्हन लई तैयार हो रहे हैं ते एक वो जिहड़े इत्थे ही रह जाने वाले हैं। जिन्होंने दुल्हन के लिए तैयार होना उन्होंने लिए हुक्म है, तुम ना तो संसार से और ना संसार की वस्तुओं से प्रेम रखो, यदि कोई संसार से प्रेम रखता है तो उसमें पिता का प्रेम नहीं है। सो हुण फैसला तुसीं आपे कर लो, क्योंकि मन लिखिया जे तुहाडे ते दोष ना लावे ते परमेश्वर अगे दलेरी आ। ते हुण मन नूं पुछो भी असीं संसार दे नाल किन्ना जुड़े हुए हैं तो परमेश्वर के नाल किन्ना है। तो मन ने उस टाइम ही सारा नाप तोल के ते तराजू वांगू ना उन्हें तुहाडे सामने रख देना भी किन्ने क पानी दे विच असीं खड़े हाँ। इहो ਜਿਹੇ लोगों वास्ते प्रभु ने वचन विच खोल के दस्सिया है कि इहो ਜਿਹੇ लोगों वास्ते ना तुम ना तो संसार से और ना संसार में की वस्तुओं से प्रेम रखो, यदि कोई संसार से प्रेम रखता है तो उसमें पिता का प्रेम नहीं है। सो इन्हां बारे वचन की दसदा आ? मत्ती दी अंजील 6:24 च लिखिया, कोई मनुष्य 2 स्वामियों की सेवा नहीं कर सकता। ये ਜਿਹੜੇ ਰਹਿ ਜਾਣੇ ਛਾਣ ਬੂਣ ਜੇ ਉਹਨਾਂ ਦੇ ਬਾਰੇ ਫਿਰ ਲਿਖਦਾ ਖੁਦਾਵੰਦ ਖੁਦਾ ਕਿ ਇੱਕ ਪਾਸੇ ਵਾਰ ਨਹੀਂ ਗਾ, ਦੂਜੇ ਪਾਸੇ ਉਹਨਾਂ ਦੇ ਲਈ ਆ। ਕੋਈ ਮਨੁੱਖ 2 ਮਾਲਕਾਂ ਦੀ ਸੇਵਾ ਨਹੀਂ ਕਰ ਸਕਦਾ, ਕਿਉਂਕਿ ਇੱਕ ਦੇ ਨਾਲ ਪ੍ਰੇਮ ਕਰੇਗਾ ਤੇ ਦੂਜੇ ਉਹਦੇ ਨਾਲ ਮਿਲਿਆ ਰਹੇਗਾ ਤੇ ਦੂਜੇ ਨੂੰ ਤੁੱਛ ਸਮਝੂਗਾ। तुम परमेश्वर और धन दोनों की सेवा नहीं कर सकते। इस करके ये सानू फैसला लेना पैना है। जे ते असी प्रभु दे लई उठाए जाण वाली दौड़ दे विच खड़े हाँ तो फिर इन्हां चीज़ां दा त्याग साडे लई बड़ा
ਜ਼ਰੂਰੀ ਹੈ, ਕਿਉਂਕਿ ਵਚਨ ਖੋਲ ਖੋਲ ਕੇ ਇਹਦੇ ਬਾਰੇ ਦੱਸਦਾ ਆ। ਸਰੀਰ ਦੀ ਕਾਮਨਾ, ਨੇਤਰਾਂ ਦੀ ਕਾਮਨਾ ਤੇ ਜੀਵਕਾ ਦਾ ਘਮੰਡ, ਇਹ ਸਿੱਧਾ ਸਿੱਧਾ ਉਹ ਤੋਂ ਆ ਜਿਹੜਾ ਸਾਡੀ ਬਰਬਾਦੀ ਚਾਹੁੰਦਾ ਆ। ਲੇਕਿਨ ਪਰਮੇਸ਼ਵਰ ਚਾਹੁੰਦਾ ਅਸੀਂ ਇਹਦੇ ਬੰਧਨ ਤੋਂ ਨਿਕਲੀਏ। ਜਿਹੜੇ ਦੂਸਰੇ ਮਾਲਕ ਵੱਲ ਧਿਆਨ ਕਰਦੇ ਹਨ ਉਹਨਾਂ ਲਈ ਵਚਨ ਕੁਝ ਇਸ ਤਰ੍ਹਾਂ ਆਖਦਾ। ਫਿਰ ਯਿਸੂ ਮਸੀਹ ਤੇ ਕਹਿੰਦਾ ਵੀ ਦੋ ਤਰ੍ਹਾਂ ਦੇ ਜਿਹੜੇ ਆ ਤੁਸੀਂ ਮਾਲਕਾਂ ਦੀ ਸੇਵਾ ਨਹੀਂ ਕਰ ਸਕਦੇ। ਤੇ ਜਿਹੜੇ ਫਿਰ ਦੂਸਰੇ ਮਾਲਕ ਵੱਲ ਧਿਆਨ ਕਰਦੇ ਉਹਨੂੰ ਫਿਰ ਵਚਨ ਕੀ ਕਹਿੰਦਾ? ਕਹਿੰਦਾ ਹੇ ਵਿਭਚਾਰਨੀਓ। ਯਾਕੂਬ ਦੀ ਪੱਤਰੀ 4 ਅਧਿਆਏ ਉਹਦੀ 4 ਵਰਸ। ਯਾਕੂਬ ਦੀ ਪੱਤਰੀ 4 ਅਧਿਆਏ ਜੇਕਬ 4:4 जेम्स सॉरी। हे विचारनियों, क्या तुम नहीं जानती कि संसार से मित्रता करनी परमेश्वर से बैर रखना है? वचन ने तो साफ दसिया भी दो मालकां दी सेवा नहीं कर सकते, एक पासे कर लो। ते नाल कहंदा भी जे फिर फैसला ले लेने ना भी दूसरे मालक वाली ध्यान रखना है, तो फिर नाल की कहंदा वचन? कहंदा हे विचारनियों, क्या तुम नहीं जानती कि संसार से मित्रता करना परमेश्वर से बैर करना है? सो जो कोई संसार का मित्र होना चाहता है वह अपने आप को परमेश्वर का दुश्मन बनाता है। फैसला उन्हें साडे अगे रखिया, दोनों विचों एक चुनो। तो कोई कहूगा चलो ठीक है जी असीं फिर दूसरे नूं चुन लैने आ। तो जे तुसीं दूसरे नूं चुनन दा फैसला लैंदे हो तो फिर वचन बड़ी वधिया ढंग दे नाल खोल के कह रहा है। की कह रहा है? भी हे विचारनियो, संसार दे नाल मित्रचारा जिहड़ा आ वो सीधा सीधा परमेश्वर दे नाल दुश्मनी करन दे बराबर आ। ते इह हुण देख लो भी संसार दे नाल मित्रचार करके असीं परमेश्वर दे दुश्मन बनना आ जां कि संसार दा त्याग करके परमेश्वर दे दोस्त बनना आ। जे परमेश्वर दे दोस्त बनांगे ते फिर अब्राहम नूं उहने दोस्त बनाया सीगा ते कहंदा मैं जो कुछ करन नूं आ फिर अब्राहम तो क्यों छुपावां। ते हुण जे तुसीं चाहुंदे परमेश्वर साडे कोल कुछ ना छुपावे, अब्राहम तो जिद्दां उहने खोल दित्ता सारा। जो सदोम नूं तबाह करने गए परमेश्वर ने कहा मैं जो कुछ करन तो हाँ अब्राहम तो क्यों छुपावां। ते जे असीं भी चाहुंदे आ साडे तो परमेश्वर कुछ ना छुपावे ते फिर सानूं चाहीदा आ असीं संसार दे नाल दोस्ती करके परमेश्वर दे नाल दुश्मनी ना कमाईए, बल्कि संसार दा त्याग करके परमेश्वर दे नाल दोस्ती करिए। तां असीं उस दुल्हन दे विच उस रैप्चर दी उस आनंद नूं माणांगे, उस खुशी दे विच तां असीं शामिल होवांगे अगर असीं इह त्याग करन दे लई तैयार आ। इसलिए प्रभु कलाम हेठां लिखी आयत द्वारा सानू दोनों गल्लां दी गहराई समझाउंदा है। ते फैसला हुण असीं लैणा है, दुआ करांगे। हालेलुया। पहला यूहन्ना दा खत 2 अध्याय ओदी 17 वर्स दे विच हुण उहने निचोड़ कढ के दे दिता है। संसार और उसकी अभिलाषाएं दोनों मिटती जाती हैं। संसार नाले ओदी अभिलाषा दोनों मिटती जाती, एक्सपायरी डेट दे लागे लागे पहुंच रही है। क्यों ये वर्स इस तरह लिखी गई कि संसार ते ओदी अभिलाषा? क्योंकि इस संसार दी एक एक्सपायरी डेट है, इस धरती दी एक एक्सपायरी डेट है। ये दिन प्रति दिन उस एक्सपायरी डेट वाल वध रही है। ਤੇ ਜਦੋਂ ਇਹ ਆਪ ਹੀ ਅਨਰਥ ਦੇ ਅਧੀਨ ਆ, ਵਿਨਾਸ਼ ਦੇ ਅਧੀਨ ਆ, ਤੇ ਫਿਰ ਅਸੀਂ ਕਿਹੜੇ ਦਾਅਵੇ ਕਰਦੇ ਆ ਵੀ ਪ੍ਰਭੂ ਦੇ ਚ ਆ ਕੇ ਮੇਰੇ 500 ਕਿੱਲੇ ਬਣ ਗਏ। ਫਿਰ ਅਸੀਂ ਕਿਹੜੇ ਦਾਅਵੇ ਕਰਦੇ ਆ ਪ੍ਰਭੂ ਚ ਆ ਕੇ ਮੇਰੇ 7 ਸਟਾਰ ਹੋਟਲ ਬਣ ਗਏ। ਫਿਰ ਅਸੀਂ ਕਿਹੜੇ ਦਾਅਵੇ ਕਰਦੇ ਆ ਪ੍ਰਭੂ ਚ ਆ ਕੇ ਤੇ ਮੈਂ ਜਹਾਜ਼ ਲੈ ਲਏ। ਚਲਾਉਣੇ ਕਿੱਥੇ ਆ? ਇਹ ਤੇ ਸਾਰਾ ਕੁਝ ਜਾਣ ਵਾਲਾ ਆ। ਤੇ ਫਿਰ ਕਿਹੜਾ ਦਾਅਵਾ ਕਰਦੇ ਹੋ? ਇਸ ਲਈ ਲਿਖਿਆ ਇੱਥੇ ਨਹੀਂ ਉੱਥੇ ਧਨ ਜਮ੍ਹਾਂ ਕਰੋ जिथे कीड़ा खांदा नहीं ना जंगाल लगता है। तो ये तो सारा कुछ धरती के उत्ते, धरती दी चीज़ां धरती के नाल ही नाश होने वाली हैं। इस करके कहता संसार और उसकी अभिलाषाएं दोनों मिटते जाते हैं। तो फिर असी की करिए? पर जो परमेश्वर की इच्छा पर चलता है वह सर्वदा बना रहेगा। फैसला असी लेना है, असी हमेशा बने रहना है, जाके इस संसार के नाल मित्रता करके परमेश्वर नाल दुश्मनी कट के तो फिर ये संसार जिहड़ा बर्बाद होने वाला है ये नाल असी भी बर्बाद होना है। फैसला असी लेना है। फैसला साढ़े हथ च उन्हें दे दिता है। रोमियो 8:5 च लिखा है क्योंकि शरीरक व्यक्ति शरीर की बातों पर मन लगाते हैं परंतु आध्यात्मिक आत्मा की बातों पर। हुण ये देख लो भी संसारिक तो रहने इत्थे, शरीरक रहने इत्थे, ते आत्मिक जाने आत्मा दे नाल मिलन करने वास्ते। तो हुण असी फैसला करना असी शरीर दीयां गल्लां उत्ते मन लईए कि आत्मा दीयां गल्लां उत्ते मन लईए। फैसला परमेश्वर ने हमेशा सानू खुला दिता, चुनाव साडा आ।
रोमियो 8:6 च लिखा है, शरीर पर मन लगाना तो मौत है। चुनाव फिर साढ़े अगे ही है। शरीर पर मन लगाना तो मौत है, परंतु आत्मा पर मन लगाना जीवन और शांति है। जे ते आत्मा दे उत्ते पूरा असी ध्यान देवांगे ते फिर की है भला, साडे लई जीवन भी है ते शांति भी है। सो ये ते नाश होने वाला है। ਜਦੋਂ ਇਹ ਨਾਸ਼ ਹੋਣ ਵਾਲਾ ਆ ਤੇ ਇਹਦੀਆਂ ਅਭਿਲਾਸ਼ਾਵਾਂ ਵੀ ਨਾਸ਼ ਹੋਣ ਵਾਲੀਆਂ ਆ, ਤੇ ਇਹ ਜਿਸ ਸੰਸਾਰ ਦੇ ਵਿੱਚ ਆ ਉਹ ਸੰਸਾਰ ਵੀ ਨਾਸ਼ ਹੋਣ ਵਾਲਾ ਆ। ਜਿਹੜੀਆਂ ਚੀਜ਼ਾਂ ਦਾ ਘਮੰਡ ਕਰਦਾ ਆ ਉਹ ਵੀ ਨਾਸ਼ ਹੋਣ ਵਾਲੀਆਂ ਆ। ਤੇ ਫਿਰ ਇਹਨੂੰ ਚਾਹੀਦਾ ਆ, ਇਹ ਜਿਹੜੇ ਨੇਤਰ ਉਹਨੂੰ ਦਿੱਤੇ ਨਾ, ਜਿਹੜਾ ਦੀਵਾ ਆ ਨਾ ਇਹਦੇ ਸਰੀਰ ਦਾ, ਜਿਹੜੀ ਅੱਖ ਦੀਵਾ ਆ ਨਾ, ਇਹਨੂੰ ਇਸ ਅੱਖ ਨੂੰ ਫਿਰ ਆਪਣੇ ਉਸ ਧਰਮੀ ਪਰਮੇਸ਼ਵਰ ਦੇ ਉੱਤੇ ਲਾਵੇ। ਜਿਵੇਂ ਇਬਰਾਨੀਓ 12:2 ਦੇ ਵਿੱਚ ਲਿਖਿਆ ਆ, ਈਮਾਨ ਦੇ ਕਰਤਾ ਤੇ ਪੂਰਾ ਕਰਨ ਵਾਲੇ ਯਿਸੂ ਮਸੀਹ ਦੇ ਵੱਲ ਦੇਖੋ। ਉਹਦੇ ਵੱਲ ਦੇਖੋ ਜਿਹੜਾ ਤੁਹਾਨੂੰ ਤੁਹਾਡੇ ਈਮਾਨ ਦਾ ਕਰਤਾ ਆ ਤੇ ਪੂਰਾ ਕਰਨ ਵਾਲਾ ਆ। ਜਦੋਂ ਉਹਦੇ ਤੇ ਅੱਖ ਲਾ ਕੇ ਰੱਖਾਂਗੇ ਨਾ, ਕਹਿੰਦਾ ਸਰੀਰ ਤੇ ਮਨ ਨਾ ਲਗਾਓ। ਅੱਖ ਕਿਤੇ ਲਾਉਣੀ ਆ ਫਿਰ ਉਹਦੇ ਤੇ ਲਾਓ, ਮਨ ਕਿਤੇ ਲਾਉਣਾ ਆ ਫਿਰ ਉੱਤੇ ਲਾਓ। ਕਿਉਂਕਿ ਸਰੀਰ ਪਰ ਮਨ लगाना मौत, पर आत्मा पर मन लगाना जीवन और शांति है। सलाह दे रहा वचन सानू पूरी पूरी वधिया। फैसला फिर साडे उत्ते छड्डिया गया। 7 आयत विच लिखिया रोमियो 8:7 दे विच, क्योंकि शरीर पर मन लगाना तो परमेश्वर से बैर रखना है। जे तो शरीर ते मन लगाने फिर की करते हैं, परमेश्वर दे नाल बैर करते हैं, जिद्दां असीं जेम्स विच पढ़िया, क्योंकि ना तो परमेश्वर की व्यवस्था के अधीन है और ना ही हो सकता है। 8 आयत, और जो शारीरिक दशा में है वह परमेश्वर को प्रसन्न कर ही नहीं सकते। शरीर की अभिलाषा, जीवन नेत्रां की अभिलाषा ते जीवन का घमंड, तिन्ने चीज़ों के बारे असीं देख लिया है। जिन्हें दुल्हन दे विच कायम होना है, जिन्हें पवित्रताई नूं कायम रखना है, जिन्हें रैप्चर दे विच उस आनंद नूं लैना है, उहदे लई फिर सीधी सीधी गल आ, जो शारीरिक दशा में है वह परमेश्वर को प्रसन्न कर ही नहीं सकते। तो फैसला तुसीं लो भी असीं शरीरक हो के जीवन बताइए जां के आत्मिक हो के जीवन बताइए। आखिरी वर्ष एक मैं पढ़ देना है, 2 वर्षां रह गई हैं, उस तो बाद असीं दुआ करते हैं। रोमियो 8:9 में लिखा, परंतु जब कि परमेश्वर का आत्मा तुम में बसता है तो तुम शारीरिक दशा में नहीं। ये डबल स्टैंडर्ड दे विच असीं हुण रह सकते नहीं हैं। इक्को फैसला लेना पैना, जां ते असीं दुल्हन बणीए ते जां फिर रला मिला बणीए। एक फैसले विच चल जाइए। प्रभु दोगले लोगों को पसंद करता नहीं है, दोगलियां लई सजा भी ज्यादा है। एक फैसला लइए, परंतु जब के परमेश्वर का आत्मा तुम में बसता है तो तुम शारीरिक दशा में नहीं परंतु आत्मिक दशा में हो। यदि किसी में मसीह का आत्मा नहीं तो वह उसका जन भी नहीं। हालेलुया। और 10 वचन लिखा है, यदि मसीह तुम में है तो देह पाप के कारण मरी हुई है। यदि मसीह तुम में है तो देह पाप के कारण मरी हुई है। तो ऊपर असीं की पढ़िया, देह मतलब शरीर, शरीर की अभिलाषा, नेत्रां की अभिलाषा ते जीवन का घमंड। तो इत्थे उन्हें फाइनल कर दिता है हुण भी, यदि मसीह तुम में है तो देह पाप के कारण मरी हुई। ये पहचान आ कि जिन्हां दे विच मसीह आ उन्हां दे लई वचन दसदा, फिर देह जिहड़ी है पाप दे कारण मरी हुई है, परंतु आत्मा जिहड़ा आ धर्म दे कारण जिउंदा आ। ते हुण ये चेते रखो भी पापी शरीर नूं ते असीं दफन कर दिता आ ते आत्मिक शरीर परमेश्वर ने सानूं बख्शिया आ। ਇਹਦੇ ਵਿੱਚ ਅਸੀਂ ਆਤਮਿਕ ਗੱਲਾਂ ਵੱਲ ਧਿਆਨ ਰੱਖਦੇ ਹੋਏ, ਆਤਮਿਕ ਦੌੜ ਨੂੰ ਪੂਰਾ ਕਰਦੇ ਹੋਏ ਆਪਣੇ ਸਿਰਜਣਹਾਰ ਪਰਮੇਸ਼ਵਰ ਦੀ ਸੂਰਤ ਉੱਤੇ ਬਣਨਾ ਆ, ਤਾਂ ਕਿ ਜਦੋਂ ਪ੍ਰਭੂ ਯਿਸੂ ਮਸੀਹ ਆਵੇ ਉਸ ਰੈਪਚਰ ਦੇ ਸਮੇਂ ਦੇ ਵਿੱਚ, ਜਦੋਂ ਲਲਕਾਰਾ ਵੱਜੇ, ਤੁਰੀ ਫੂਕੀ ਜਾਵੇ, ਨਰਸਿੰਘਾ ਵਜਾਇਆ ਜਾਵੇ, ਮਹਾਦੂਤ ਦੀ ਆਵਾਜ਼ ਆਵੇ ਤੇ ਅਸੀਂ ਆਪਣੇ ਪ੍ਰਭੂ ਦੇ ਨਾਲ ਹਵਾ ਦੇ ਵਿੱਚ ਮਿਲਣ ਦੇ ਲਈ ਉਠਾਏ ਜਾਈਏ। ਖੁਦਾ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਬਰਕਤ ਦੇਵੇ। ਕੱਲ ਅਸੀਂ ਫਿਰ ਇਸੇ ਟਾਈਮ ਹੀ ਹਾਜ਼ਰ ਹੋਵਾਂਗੇ ਔਰ ਉਦੋਂ ਤੱਕ ਤੁਸੀਂ ਸਭ ਦੁਆ 'ਚ ਯਾਦ ਰੱਖਣਾ। ਖੁਦਾ ਤੁਹਾਡੇ ਸਾਰਿਆਂ ਦੇ ਨਾਲ ਹੋਵੇ, ਤੁਹਾਨੂੰ ਬਹੁਤ ਬਹੁਤ ਆਸ਼ੀਸ਼ ਦੇਵੇ। ਔਰ ਖਾਸ ਕਰਕੇ ਅਸੀਂ ਕੱਲ ਕੁਝ ਖਾਸ ਗੱਲਾਂ ਉੱਤੇ ਗੌਰ ਕਰਾਂਗੇ ਔਰ ਕੋਸ਼ਿਸ਼ ਕਰਾਂਗੇ ਅਸੀਂ ਟਾਈਮ ਸਿਰ ਹੀ ਸਾਰੇ ਲੋਕ ਇਕੱਠੇ ਹੋਈਏ। ਇੰਡੀਆ ਟਾਈਮ ਜਿਹੜਾ ਹੈ ਉਹ 7:30 ਵਜੇ ਆ ਔਰ ਅਮਰੀਕਨ ਟਾਈਮ ਜਿਹੜਾ ਆ ਉਹ ਨਿਊਯਾਰਕ ਦੇ ਟਾਈਮ ਦੇ ਮੁਤਾਬਕ ਰਾਤ ਦੇ 10 ਵਜੇ ਹੈ। ਸੋ ਖੁਦਾ ਤੁਹਾਡੇ ਸਾਰਿਆਂ ਦੇ ਨਾਲ ਹੋਵੇ। ਆਓ ਦੁਆ ਕਰਦੇ ਹਾਂ। ਪਿਆਰੇ ਬਾਪ ਸਮਾਨੀ, ਤੇਰਾ ਧੰਨਵਾਦ ਕਰਦੇ ਹਾਂ ਅੱਜ ਦੇ ਮੁਬਾਰਕ ਸਮੇਂ ਦੇ ਲਈ, ਤੇਰੇ ਵਚਨਾਂ ਦੇ ਲਈ। ਖੁਦਾਵੰਦ ਤੇਰੇ ਲੋਕਾਂ ਦੇ ਲਈ ਜਿਨ੍ਹਾਂ ਨੇ ਸੰਜੀਦਗੀ ਦੇ ਨਾਲ ਤੇਰੇ ਵਚਨ ਨੂੰ ਸੁਣਿਆ, ਇੱਕ ਇੱਕ ਜ਼ਿੰਦਗੀ ਦੇ ਉੱਤੇ ਤੇਰੇ ਰਹਿਮ ਨੂੰ ਮੰਗ ਲੈਂਦੇ ਹਾਂ। ਖੁਦਾਵੰਦਾ
ਜਿੰਨੇ ਵੀ ਲੋਕਾਂ ਨੇ ਪ੍ਰਾਰਥਨਾ ਕਰਨ ਵਾਸਤੇ ਕਿਹਾ, ਇੱਕ ਇੱਕ ਜ਼ਿੰਦਗੀ ਨੂੰ ਯਾਦ ਕਰਦੇ ਹੋਏ ਖੁਦਾਵੰਦ ਤੇਰੇ ਤਖਤ ਦੇ ਅੱਗੇ ਲੈ ਕੇ ਆਉਂਦੇ ਆ। ਹਰੇਕ ਜ਼ਿੰਦਗੀ ਦੇ ਉੱਤੇ ਤੇਰੇ ਵੱਡੇ ਰਹਿਮ ਨੂੰ ਮੰਗ ਲੈਂਦੇ ਆ ਖੁਦਾਵੰਦਾ। ਤੁਸੀਂ ਹਰੇਕ ਦੀ ਮੁਸ਼ਕਲ ਤੋਂ, ਬਿਮਾਰੀ ਤੋਂ, ਪਰੇਸ਼ਾਨੀ ਤੋਂ, ਜ਼ਰੂਰਤ ਤੋਂ ਵਾਕਫ ਹੋ ਖੁਦਾਵੰਦ। ਤੁਹਾਡੇ ਤੋਂ ਕੋਈ ਵੀ ਚੀਜ਼ ਛੁਪੀ ਨਹੀਂ ਹੈ ਖੁਦਾਵੰਦ। ਇਸ ਲਈ ਤੁਸੀਂ ਹੀ ਸਭ ਕੁਝ ਮੁਹੱਈਆ ਕਰਨ ਵਾਲੇ ਹੋ। ਆਪਣੇ ਲੋਕਾਂ ਤੇ ਕਿਰਪਾ ਕਰੋ। ਸਾਡੀ ਦੁਆ ਨੂੰ ਸੁਣੋ, ਕਬੂਲ ਕਰੋ ਮਸੀਹ ਯਿਸੂ ਦੇ ਨਾਮ ਵਿੱਚ। ਹੁਣ ਸਾਡੇ ਖੁਦਾਵੰਦ ਯਿਸੂ ਮਸੀਹ ਦਾ ਫਜ਼ਲ, ਖੁਦਾ ਬਾਪ ਦੀ ਮੁਹੱਬਤ, ਪਾਕ ਰੂਹ ਦੀ ਸੰਗਤ ਹੁਣ ਤੋਂ ਲੈ ਕੇ ਹਮੇਸ਼ਾ ਤੱਕ ਉਹਦੇ ਤਮਾਮ ਲੋਕਾਂ ਦੇ ਨਾਲ ਬਣੀ ਰਵੇ। ਆਮੀਨ। ਸਾਰਿਆਂ ਨੂੰ ਜੈ ਮਸੀਹ।